ਸਤਨਾਮ ਸ੍ਰੀ ਵਾਹਿਗੁਰੂ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜੈਸੇ 68 ਤੀਰਥ ਪਰਸ ਕੀਏ, जुग चार चढ़ियो क्लास रहो। जैसे कोट बरस तब उर्दमुखी बैसंतर में तन दह दयो। होने अमृत नाम विशेष इति, जिनी एक बार श्री वाहे गुरु कहो। कन्नी सुनिए गुरां जी दी बाणी, जेबा नाल नाम जपीए। कन्नी सुनिए जी गुरां जी दी बाणी, जेबा नाल नाम जपीए। जेबा नाल नाम जपीए। सुनिए जी गुरां जी दी बाणी, जेबा नाल नाम जपीए। कन्नी सुनिए जी गुरां जी दी बाणी, जेबा नाल नाम जपीए। कन्नी सुनिए गुरां जी दी बाणी, जेबा नाल नाम जपीए। गुरां जी दी बाणी, जेबा नाल नाम अगे मन राम स्यों कर प्रीत, सरवण गोबिंद गुण सुनो अर गाओ रसना गीत। कर साध संगत सिमर माधो, होवै पतत पुनीत। काल ब्याल ज्यों परयो डोलै, मुख पसारै नीत। आज कल फुन तोहे घरस है, समझ राखो चीत। कह नानक राम भज लै, जास अवसर बीत। करनी सुनिए जी गुरां जी दी बाणी, जेबा नाल नाम जपीए। करनी सुनिए जी गुरां जी दी बाणी, जेबा नाल नाम जपीए। कन्नी सुनिए गुरां जी दी बाणी, जेबा नाल नाम जपीए। गुरां जी दी बाणी, जेबा सत्कारयोग साध संगत आप सब माई भाई, जुगो जुग टल श्री गुरु ग्रंथ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰਬਾਣੀ ਵਿਚਾਰ ਗੁਰੂ ਘਰ ਦੀ ਕਥਾ, ਇਹਨੂੰ ਅਮਰ ਕਥਾ ਆਖਦੇ ਨੇ। ਗੁਰੂ ਨਾਨਕ ਜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਕੋਈ ਗਾਵੇ ਕੋ ਸੁਣੇ। ਹਰਨਾਮਾ ਚਿਤ ਲਾਏ ਕਹਿ ਕਬੀਰ, ਸੰਸਾ ਨਹੀਂ ਅੰਤ ਪਰਮਗਤ ਪਾਏ। ਵਾਰੀ ਆਈ ਤੇ ਸ਼ਬਦ 'ਚ ਬੋਲੋ। ਪਹਿਲਾਂ ਦਾਸ ਬੋਲਦਾ ਹੈ, ਫਿਰ ਸਾਰੇ ਭਾਈ ਮਿਲ ਕੇ ਬੋਲੋ। ਤੀਸਰੇ ਹਿੱਸੇ ਵਿੱਚ ਸਭ ਮਾਈਆਂ ਬੀਬੀਆਂ
ਗੁਰਬਾਣੀ ਦੇ ਹੀ ਸ਼ਬਦ ਹਨ। ਪਹਿਲੇ ਦੀਵਾਨ 'ਤੇ ਵਿਚਾਰ ਹੋਈ ਸੀ ਬੇਨਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦਿਵਸ ਇਹਦੇ ਬਾਰੇ ਬੇਨਤੀਆਂ ਹੋਈਆਂ, ਵਿਚਾਰਾਂ ਹੋਈਆਂ। ਔਰ ਇਹ ਵੀ ਨਾਲ ਬੇਨਤੀ ਕੀਤੀ ਗਈ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੋ 1430 ਅੰਗ ਹੈ, ਕਈ ਮਹਾਰਾਜ ਦੇ ਸਰੂਪ 865 ਅੰਗ ਹਨ, ਕੋਈ 950 ਅੰਗ ਹੈ, ਕੋਈ 1200 ਅੰਗ ਹੈ, ਪਰ ਸਾਰਿਆਂ ਵਿੱਚ ਅੱਖਰ ਇੱਕੋ ਜਿੰਨੇ ਹੋਣ ਕਰਕੇ 10,24,000 ਅੱਖਰ ਹੈ। ਅਰਦਾਸ ਅੱਖਰਾਂ ਦੇ ਹਿਸਾਬ ਨਾਲ ਮੱਧ ਦੀ ਹੁੰਦੀ ਹੈ, ਨਾ ਕਿ ਅੰਗਾਂ ਦੇ ਹਿਸਾਬ ਨਾਲ। ਫਿਰ ਪਰਸੋਂ ਵਿਚਾਰ ਹੋਈ ਸੀ ਗੁਰੂ ਅਮਰਦਾਸ ਜੀ ਨਗਰ ਤੋਂ ਚੱਲੇ, ਤੀਰਥਾਂ 'ਤੇ ਕਿਵੇਂ ਜਾਈਦਾ ਹੈ, ਇਹਦੀ ਕੀ ਵਿਧੀ ਹੈ, ਕਿਸ ਤਰ੍ਹਾਂ ਤੀਰਥਾਂ 'ਤੇ ਜਾਈਏ ਔਰ ਤੀਰਥਾਂ ਦਾ ਪੂਰਾ ਫਲ ਮਿਲਦਾ ਹੈ, ਕਿਸ ਤਰ੍ਹਾਂ ਜਾਈਏ ਨਹੀਂ ਮਿਲਦਾ ਅਤੇ ਗੁਰੂ ਵਾਲੇ ਬਣਨਾ। ਕੱਲ੍ਹ ਸ੍ਰੀ ਗੋਂਦਵਾਲ ਸਾਹਿਬ ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਰਚਨਾ ਕੀਤੀ, ਸਿੱਖ ਸੰਗਤਾਂ ਆਈਆਂ, ਗੁਰੂ ਘਰ 'ਤੇ ਮੁਕੱਦਮੇ ਚੱਲੇ, ਗੋਂਦੇ ਦੇ ਮੁੰਡੇ ਨੂੰ ਕਿਵੇਂ ਕੁੱਟ ਪਈ, ਨਾਲ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਰੇ ਉਦਾਹਰਨਾਂ ਦਿੱਤੀਆਂ ਗਈਆਂ। ਕਈ ਵਾਰੀ ਐਸਾ ਹੁੰਦਾ ਹੈ, ਕਈ ਕਹਿ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਨਹੀਂ, ਸਾਧ ਸੰਗਤ ਬਹੁਤ ਹੈ। ਇਹ ਤਾਂ ਠੀਕ ਹੈ ਵੀ ਜਿਵੇਂ ਅਸੀਂ ਆਮ ਜਾਣਦੇ ਹਾਂ ਓਨਾ ਨਹੀਂ, ਪਰ ਫਿਰ ਵੀ ਬਹੁਤ ਹੈ। ਇਹ ਕਹਿ ਦੇਣਾ ਕਿ ਇਤਿਹਾਸ ਹੈ ਹੀ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਬਾਣੀ ਵਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਬਾਸਾ ਹੋਏ। ਅੱਜ ਜੋ ਹੈ ਜਿੱਥੇ 5 ਦੀਵਾਨ ਹੁੰਦੇ ਨੇ, 4 ਗੁਰੂ ਮਹਾਰਾਜ ਬਾਰੇ, 5ਵਾਂ ਭਗਤਾਂ ਦਾ, ਜੇ 10 ਇਕੱਠੇ ਹੋਣ ਤਾਂ 10ਵਾਂ ਭਗਤਾਂ ਦਾ, 4 ਨੇ ਅਤੇ ਅੱਜ ਭਗਤਾਂ ਬਾਰੇ ਹੀ ਸਭ ਬੇਨਤੀਆਂ ਹੋਣੀਆਂ ਨੇ। ਭਗਤ ਕਬੀਰ ਜੀ ਭਗਤਾਂ ਵਿੱਚੋਂ ਸ਼੍ਰੋਮਣੀ ਮੰਨੇ ਜਾਂਦੇ ਨੇ। ਇਹ ਗੁਰੂ ਨਾਨਕ ਜੀ ਦੇ ਸਮੇਂ ਹੋਏ ਨੇ। ਰਵਿਦਾਸ ਜੀ, ਕਬੀਰ ਜੀ, ਸਦਨਾ ਜੀ ਬਾਰੇ ਬੜੀ ਵਿਸਤਾਰ ਨਾਲ ਕਾਨੂੰਵਾਲ ਵਿਚਾਰ ਹੋਈ ਕਿ ਪਿਛਲੇ ਜਨਮ ਵਿੱਚ ਬਨਾਰਸ ਵਿੱਚ ਪੰਡਿਤ ਸਨ, ਸੇਵਾ ਕੀਤੀ। ਉਰੀਖੀ ਜੀ ਦਾ ਬਚਨ ਹੋਇਆ ਕਿ ਜਦੋਂ ਗੱਲ ਕਰਦਾ ਕਸਾਈਆਂ ਦੀ ਤੂੰ ਕਸਾਈ ਬਣੇਗਾ। ਮਹਾਂ ਕਸਾਈ ਸੁਰੀ ਸੱਟ ਪਾਈ, ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਇਹਦੇ ਅੰਦਰੋਂ ਆਵਾਜ਼ ਆਈ, ਸੁਰੀ ਸੁੱਟ ਦਿੱਤੀ। ਇਹ ਚੱਲਦਾ ਚੱਲਦਾ ਇਲਾਹਾਬਾਦੋਂ ਮਸਾਂ ਬਚਿਆ। ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ। ਫਿਰ ਅਯੁੱਧਿਆ ਆਇਆ, ਗੁਰੂ ਨਾਨਕ ਮਹਾਰਾਜ ਜੀ ਨੇ ਇਹਦੇ 'ਤੇ ਕਿਰਪਾ ਕੀਤੀ, ਸਿੱਖੀ ਪ੍ਰਚਾਰ ਵਿੱਚ ਲੱਗ ਗਿਆ। ਸਰਹੰਦ ਤੁਹਾਡੇ ਨੇੜੇ ਹੀ ਹੈ, ਇੱਥੇ ਇਹਨਾਂ ਦਾ ਆਸ਼ਰਮ ਹੈ, ਇੱਥੇ ਇਹਨਾਂ ਨੇ ਸਰੀਰ ਛੱਡਿਆ। ਸੋ ਅੱਜ ਭਗਤਾਂ ਬਾਰੇ ਆਪਾਂ ਬੇਨਤੀ ਕਰਨੀ ਹੈ, ਕੋਈ ਰਸਨਾ ਖਾਲੀ ਨਾ ਰਹੇ, ਸਾਰੇ ਵਾਰੀ ਅੱਜ ਦੇ ਬੋਲੋ। ਰਾਮ ਸਿਮਰ ਪਛਤਾਏਂਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਪਛਤਾਏਂਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਪਛਤਾਏਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਮੇਰੇ ਮਨ, ਸਿਮਰ ਪਛਤਾਏਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਪਛਤਾਏਂਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਪਛਤਾਏਂਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਪਛਤਾਏਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਪਛਤਾਏਗਾ ਮੇਰੇ ਮਨ, ਰਾਮ ਸਿਮਰ, ਰਾਮ ਸਿਮਰ ਪਛਤਾਏਗਾ ਮੇਰੇ ਰਾਮ ਸਿਮਰ ਪਛਤਾਏਂਗਾ ਮਨ। पापी जीड़ा लोभ करता है आज कल उठ जाएगा। पाप कई किस्म ਦਾ ਹੁੰਦਾ ਹੈ, ਪਰ ਪਾਪਾਂ ਦੇ ਅੰਕੜੇ ਸਾਡੇ ਦੇਸ਼ ਦੇ ਰਿਸ਼ੀਆਂ ਮੁਨੀਆਂ ਨੇ ਲਾਏ ਨੇ। ਇਹ ਸਮਝ ਲਿਆ ਜਾਏ ਕਿ ਬੇਅੰਤ ਕਿਸਮ ਦੀਆਂ ਹੱਤਿਆ ਹੁੰਦੀਆਂ ਨੇ। ਹੱਤਿਆ 6 ਕਿਸਮ ਦੀ: ਗਊ ਹੱਤਿਆ, ਵਣਸ ਹੱਤਿਆ, ਆਪਣੇ ਸਰੀਰ 'ਤੇ ਆਪ ਕੁਛ ਕਰ ਲੈਣਾ, ਰਿਣ ਹੱਤਿਆ, ਕਰਜ਼ਾ ਲੈ ਕੇ ਮੁੱਕਰ ਜਾਣਾ,
ਇਸੀ ਤਰ੍ਹਾਂ ਆਮ ਕਿਸੇ ਬੰਦੇ ਨੂੰ ਮਾਰ ਦੇਣਾ ਮਾਨੋ ਜਿਵੇਂ 100 ਗਾਈ ਮਾਰ ਦਿੱਤੀ। ਕੋਈ ਮਨੁੱਖ ਸੰਸਾਰ 'ਤੇ ਜਨਮ ਲਵੇ, ਹਰ ਜਨਮ ਵਿੱਚ ਉਹ ਐਸਾ ਹੀ ਕੰਮ ਕਰੇ। ਜਿਹਨੇ ਜਨਮ ਲੈ ਲਿਆ, ਸਿਆਣੀ ਉਮਰ ਹੋ ਗਈ, ਆਪਣੇ ਪਿਓ ਨੂੰ ਮਾਰ ਦਿੱਤਾ, ਐਂ ਸਮਝ ਲਓ ਕਿ ਜਿਵੇਂ 100 ਬੰਦਾ ਮਾਰ ਦਿੱਤਾ। ਹਰ ਜਨਮ ਵਿੱਚ ਆ ਕੇ ਆਪਣੇ ਪਿਓ ਨੂੰ ਮਾਰੇ, ਇੱਕ ਜਨਮ ਵਿੱਚ ਆਪਣੀ ਮਾਂ ਨੂੰ ਮਾਰ ਦੇਵੇ, ਬਰਾਬਰ ਦਾ ਪਾਪ। ਇਹੋ ਜਿਹੇ ਨੂੰ ਮਨੁੱਖ ਜਨਮ ਮਿਲਦਾ ਤੇ ਨਹੀਂ। ਪਰ ਫਰਜ਼ ਕਰ ਲਓ ਪਾਪ ਦੇ ਅੰਕੜੇ ਲਾਉਣ ਵਾਸਤੇ ਉਹਨੂੰ ਫਿਰ ਮਨੁੱਖ ਜਨਮ ਦੇ ਦਿੱਤਾ ਜਾਏ, ਫਿਰ ਦੇ ਦਿੱਤਾ ਜਾਏ। ਇਸੀ ਤਰ੍ਹਾਂ ਹਰ ਜਨਮ ਵਿੱਚ ਆ ਕੇ ਪਿਓ ਨੂੰ ਮਾਰੇ, ਇੱਕ ਜਨਮ ਵਿੱਚ ਮਾਂ ਨੂੰ, ਬਰਾਬਰ ਦਾ ਪਾਪ। ਇਸੀ ਤਰ੍ਹਾਂ 100 ਵਾਰ ਹਰ ਜਨਮ ਵਿੱਚ ਆ ਕੇ ਆਪਣੀ ਮਾਂ ਨੂੰ ਮਾਰੇ, ਇੱਕ ਜਨਮ ਵਿੱਚ ਆ ਕੇ ਕਿਸੇ ਬ੍ਰਹਮ ਗਿਆਨੀ ਦਾ ਕੋਈ ਹੱਥ ਪੈਰ ਤੋੜ ਦੇਵੇ, ਬਰਾਬਰ ਦਾ ਪਾਪ। ਪਰ ਜੋ ਗੁਰੂ ਮਹਾਰਾਜ ਦੀ ਬੇਅਦਬੀ ਹੈ, ਇਹਦੇ ਕੋਈ ਅੰਕੜੇ ਨਹੀਂ ਲਾਏ ਜਾ ਸਕਦੇ। ਗੁਰੂ ਮਹਾਰਾਜ ਵਾਹਿਗੁਰੂ ਦਾ ਅਵਤਾਰ ਹਨ, ਵਾਹਿਗੁਰੂ ਗੁਰੂ ਨਾਨਕ ਸਾਹਿਬ। ਸੋ ਪਾਪ ਬੇਅੰਤ ਕਿਸਮ ਦਾ ਹੈ। ਅੱਖਾਂ ਨਾਲ ਵੀ ਹੁੰਦਾ ਹੈ, ਕੰਨਾਂ ਨਾਲ ਵੀ ਹੁੰਦਾ ਹੈ, ਕਲਮ ਨਾਲ ਵੀ ਹੁੰਦਾ ਹੈ, ਪੈਰਾਂ ਨਾਲ ਵੀ ਹੁੰਦਾ ਹੈ, ਮਨ ਨਾਲ ਵੀ ਹੁੰਦਾ ਹੈ। ਇਹਦੇ ਬੇਅੰਤ ਢੰਗ ਤਰੀਕੇ ਹਨ। ਸੋ ਪਾਪੀ ਜਿਹੜਾ ਲੋਭ ਕਰਦਾ, ਲੋਭ ਦਾ ਵਾਸਾ ਜ਼ਬਾਨ 'ਤੇ ਹੈ। ਜਦੋਂ ਇਨਸਾਨ ਸਿਮਰਨ ਸ਼ੁਰੂ ਕਰਦਾ ਹੈ, ਭਗਤੀ ਕਰਦੇ 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 ਇਹਦੀ ਜ਼ਬਾਨ 'ਤੇ ਦਇਆ ਆ ਜਾਏਗੀ, ਖਿਮਾ ਆ ਜਾਏਗੀ, ਲੋਭ ਚਲਾ ਜਾਏਗਾ, ਫਿਰ ਇਹ ਪਾਪ ਨੂੰ ਵੀ ਛੱਡ ਦੇਗਾ। ਜਿਹੜਾ ਕਾਮ ਦਾ ਨਿਵਾਸ ਹੈ, ਬਿਲਕੁਲ ਦਿਲ ਦੇ ਨਾਲ ਕਰਕੇ ਹੈ। ਜਿੰਨੀ ਦੇਰ ਤੱਕ ਸਾਧ ਸੰਗਤ ਹਿਰਦੇ 'ਚ ਨਾਮ ਨਾ ਵਸੇ, ਕਾਮ ਦੀ ਜਾੜੀ ਨਹੀਂ ਪੁੱਟੀ ਜਾਂਦੀ। ਪਾਪੀ ਹੀਏ ਮੇ ਕਾਮ ਵਸਾਏ, ਮਨ ਚੰਚਲ ਜਾਤੇ ਗਇਓ ਨ ਜਾਏ। ਜੋਗੀ ਜੰਗਲ ਅਵਰ ਸੰਨਿਆਸ, ਸਭ ਪਰ ਡਾਰੀਏ ਫਾਸ। ਇਸ ਤਰ੍ਹਾਂ ਇਹਨਾਂ ਦੇ ਰਹਿਣ ਦੀਆਂ ਲਹਿਦਾ ਲਹਿਦਾ ਜਗ੍ਹਾ ਹਨ। ਸੋ ਪਾਪੀ ਜਿਹੜਾ ਲੋਭ ਕਰਦਾ, ਅਸਕਰ ਲੋਭੀ ਪਾਪੀ ਹੁੰਦਾ ਹੈ, ਉਹ ਕਿਸੇ ਦਾ ਵੀ ਸਕਾ ਨਹੀਂ ਹੁੰਦਾ। ਆਜ ਕੱਲ ਉੱਠ ਜਾਏਗਾ, ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ। ਧਨ ਜੋਬਨ ਕਾ ਗਰਭ ਨਾ ਕੀਜੈ, ਹੰਕਾਰ 6 ਕਿਸਮ ਦਾ ਕੱਲ ਵਿਚਾਰ ਹੋਈ ਸੀ। ਕਹਿੰਦੇ ਇਹ ਨਾ ਕਰ, ਧਨ ਦਾ, ਸਰੀਰ ਦਾ, ਧਨ ਜੋਬਨ ਕਾ ਗਰਭ ਨਾ ਕੀਜੈ, ਕਾਗਜ਼ ਜਿਉਂ ਗਲ ਜਾਏਗਾ। ਜਬ ਜਮ ਆਏ ਕੇਸ ਗਏ ਪਟਕੇ, ਜਬਰਾਈਲ ਮੈਕਾਈਲ ਅਜ਼ਰਾਈਲ ਫਜ਼ਰਾਈਲ। ਚਾਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਪਰ ਅਜ਼ਰਾਈਲ ਦਾ ਸਾਰਿਆਂ ਤੋਂ ਜ਼ਿਆਦਾ ਹੈ। ਇਸ ਕਰਕੇ ਜਦੋਂ ਆ ਕੇ ਉਹ ਲੈ ਹੀ ਗਿਆ, ਫਿਰ ਤੇਰੇ ਹੱਥ ਕੀ ਰਹੇ। ਜਬ ਜਮ ਆਏ ਕੇਸ ਗਏ ਪਟਕੇ, ਤਾਂ ਦਿਨ ਕਿਛੂ ਨਾ ਬਸਾਏਗਾ। ਸਿਮਰਨ ਭਜਨ ਦਇਆ ਨਾ ਕੀਨੀ। ਸਿਮਰਨ ਹੋਰ ਹੁੰਦਾ, ਭਜਨ ਹੋਰ ਹੁੰਦਾ। ਸਿਮਰਨ ਹੁੰਦਾ ਜਿਵੇਂ ਵਾਹਿਗੁਰੂ ਵਾਹਿਗੁਰੂ ਕਰਨਾ, ਰੱਬ ਰੱਬ ਕਰਨਾ। ਭਜਨ ਹੈ, ਭਜਨ ਗਾਏ ਜਾ ਰਹੇ ਨੇ। ਤੁਮਰੇ ਭਜਨ ਕੱਟੇ ਜਮ ਫਾਸਾ, ਭਗਤ ਹੀਤ ਗਾਵੈ ਰਵਿਦਾਸਾ। ਭਜਨ ਕਰਦਿਆਂ ਕਰਦਿਆਂ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ। ਇਹ ਵੀ ਬਹੁਤ ਉੱਚਾ ਲੈ ਜਾਂਦੇ ਨੇ, ਸਿਮਰਨ ਵੀ। ਇਸ ਕਰਕੇ ਸਿਮਰਨ ਭਜਨ ਦਇਆ, ਤੀਸਰੀ ਹੈ ਦਇਆ। ਸਭ ਤੋਂ ਪਹਿਲਾਂ ਤਾਂ ਆਪਣੇ ਆਪ 'ਤੇ ਹੀ ਕਰੇ। ਪਤਾ ਨਹੀਂ ਕਦੋਂ ਦੇ 84 'ਚ ਪਏ ਧੱਕੇ ਖਾਂਦੇ ਹਾਂ, ਅਤੇ ਹੁਣ ਆਪਾਂ ਗੁਰੂ ਵਾਲੇ ਬਣ ਕੇ ਸਿਮਰਨ ਕਰੀਏ, ਨਾਮ ਜਪੀਏ। ਦਇਆ ਜਾਣੇ ਦੀ ਕਿ ਕਿਸ ਪੁੰਨ ਦਾਨ ਕਰੇ। ਦਾਨ ਹੋਰ ਹੁੰਦਾ, ਪੁੰਨ ਹੋਰ ਹੁੰਦਾ। ਇਹਦੇ ਬਾਰੇ ਕੱਲ੍ਹ ਵਿਚਾਰ ਹੋਈ ਸੀ। ਸੋ ਇਸ ਤਰ੍ਹਾਂ ਸਿਮਰਨ ਭਜਨ ਦਇਆ ਨਾ ਕੀਨੀ, ਤਾਂ ਮੁਖ ਚੋਟਾਂ ਖਾਏਗਾ। ਕਹਿਤ ਕਬੀਰ ਸੁਣੋ ਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਭਗਤ ਕਬੀਰ ਜੀ ਦੀ ਬਾਣੀ ਹੈ, ਬਨਾਰਸ ਵਿੱਚ ਹੋਏ ਨੇ। ਛੋਟੀ ਜਿਹੀ ਉਮਰ ਸੀ, ਜਲਾਇਆਂ ਦੇ ਘਰ ਹੋਇਆ ਜਨਮ। ਅੱਜ ਕੱਲ੍ਹ ਦੀਆਂ ਕਿਤਾਬਾਂ ਪੜ੍ਹੋ, ਇਹ ਜੀ ਫੁੱਲ ਵਿੱਚੋਂ ਪ੍ਰਗਟ ਹੋਏ, ਇਹ ਤਾਂ ਪੱਕਾ ਬ੍ਰਾਹਮਣ ਸੀ, ਇਹ ਤਾਂ ਫਲਾਣੇ ਥਾਂ ਤੋਂ ਚੁੱਕ ਲਿਆ, ਇਹ ਤਾਂ ਇਉਂ ਹੋ ਗਿਆ। 3600 ਕਹਾਣੀਆਂ ਨੇ। ਭਗਤਾਂ ਦੀ ਬਾਣੀ ਵਿੱਚ ਆਪ ਹੀ ਆਉਂਦਾ, ਹੀਨੜੀ ਜਾਤ ਮੇਰੀ ਜਾਤ ਜਲਾਹ। ਭਗਤ ਕਬੀਰ ਜੀ ਦਾ ਇੱਕ ਤਾਇਆ ਸੀ, ਇੱਕ ਚਾਚਾ ਸੀ, ਇਹ ਵਿਚਾਲੇ ਦਾ ਪੁੱਤਰ ਸੀ। ਜਿਵੇਂ ਇੱਥੇ ਕਹਿ ਦਿੰਦੇ ਨੇ ਇੱਕ ਚਾਚਾ ਅਤੇ ਇੱਕ ਮੇਰਾ ਤਾਇਆ, ਐਸਾ। ਅਤੇ ਉੱਧਰ ਜਦੋਂ ਬਾਹਰ ਦੀਆਂ ਸਟੇਟਾਂ ਵਿੱਚ ਜਾਈਏ
तो कहते मचले भईए का लड़का, मतलब विचकारले दा। एक कबीर जी का ताया सी सक्का, एक चाचा सी, विचाले दा सुपुत्र सी। मानो ਇਹਦਾ पिता ਤਿੰਨ ਭਰਾ ਸਨ ਸਕੇ। ਚੂਰਾ ਆਸ਼ਰਮ ਹੈ, ਉੱਥੇ ਇਹਨਾਂ ਦਾ ਕੰਮ ਸੀ, ਖੇਸ ਖੂਸ ਬੁਣਦੇ। ਇਹਨਾਂ ਨੂੰ ਪਤਾ ਲੱਗਾ ਕੋਈ ਪਿਛਲੀ ਐਸੀ ਬੰਦਗੀ ਸੀ ਕਿ ਸਵਾਮੀ ਰਾਮਾਨੰਦ ਜੀ ਬ੍ਰਹਮ ਗਿਆਨੀ ਹਨ, ਕਾਰਕ ਅਵਤਾਰ ਹਨ। ਉਹਨਾਂ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਚਲੋ ਆਪਾਂ ਨਾਮ ਲੈ ਲੈਂਦੇ ਹਾਂ, ਗੱਲ ਕਰਨੇ ਹਾਂ, ਪਰ ਜਿਹੜੇ ਨੇੜੇ ਨੇੜੇ ਸਨ ਨਾ, ਉਹ ਨੇੜੇ ਨਹੀਂ ਸੀ ਲੱਗਣ ਦਿੰਦੇ। ਆਪਾਂ ਹੀ ਠੀਕ ਹਾਂ। ਸਾਧ ਸੰਗਤ ਬੜੇ ਬੜੇ ਮਹਾਂਪੁਰਸ਼ਾਂ ਦੇ ਤੁਸੀਂ ਦਰਸ਼ਨ ਕੀਤੇ ਹੋਣੇ ਨੇ, ਬੜੇ ਇਤਿਹਾਸ ਪੜ੍ਹੇ ਹੋਣੇ ਨੇ, ਇਹੋ ਜਿਹੀ ਗੱਲ ਨਹੀਂ। ਜਿਹੜੇ ਨਾਲ ਹੁੰਦੇ ਨੇ ਬੜੇ ਸੁਲਝੇ ਹੋਏ ਚਾਹੀਦੇ, ਬਹੁਤ ਹੀ ਸਮਝਦਾਰ। ਨਹੀਂ ਤਾਂ ਉਹਨਾਂ ਦਾ ਕੀ ਹੁੰਦਾ, ਫਲਾਣਾ ਐਂ ਕਰਦਾ, ਉਹਨਾਂ ਮਾੜਾ ਜਿਹਾ ਰਸਨਾ ਹੀ ਲਾਉਣੀ, ਅਗਲੇ ਦਾ ਸੱਤਿਆਨਾਸ ਹੋ ਜਾਣਾ। ਉਹਨਾਂ ਦਾ ਕੰਮ ਤਾਂ ਇਹ ਚਾਹੀਦਾ ਸੀ, ਨਹੀਂ ਉਹਨੂੰ ਖਿਮਾ ਕਰੋ ਜੀ, ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈ, ਐਸਾ ਨਹੀਂ ਹੈ। ਤੁਸੀਂ ਰਾਜਾ ਜਨਕ ਤੇ ਵੈਸੇ 72 ਹੋਏ ਨੇ, 17ਵਾਂ ਸ੍ਰੀ ਤਵ ਜਨਕ ਜੀ ਸੀਤਾ ਜੀ ਦਾ ਪਿਤਾ ਬਣੇ, ਪਰ ਪਹਿਲਾ ਜਨਕ ਜਿਹਨੇ ਨਰਕ ਖਾਲੀ ਕੀਤੇ, ਨਰਕ ਖਾਲੀ ਕਰ ਦਿੱਤੇ, ਦੁਨੀਆ ਸੁਧਾਰ ਕੇ ਰੱਖ ਦਿੱਤੀ। ਮਿਥਿਲਾਪੁਰੀ ਦਾ ਰਾਜਾ ਜਨਕ, ਪਰ ਲਾਂਗਰੀ ਨਾ ਸੁਧਰੇ। ਉਹਨੇ ਉਹਦੀ ਸ਼ਿਕਾਇਤ, ਉਹਨੇ ਉਹਦੀ ਸ਼ਿਕਾਇਤ, ਉਹਨੇ ਉਹਦੀ ਸ਼ਿਕਾਇਤ, ਉਹਨਾਂ ਕੁਛ ਨਾ ਕੁਛ ਕਹਿ ਦੇਣਾ। ਤੱਤ ਵੇਤੇ ਸਨ, ਉਹਨਾਂ ਨੂੰ ਭੁਗਤਣੀਆਂ ਹੀ ਪਈਆਂ। ਅਤੇ ਜੇ ਉਹ ਥੋੜ੍ਹਾ ਜਿਹਾ ਰੱਖਦੇ, ਚਲੋ ਅੱਜ ਇਹਦੀ ਵਾਰੀ ਆਈ, ਕੱਲ੍ਹ ਮੇਰੀ ਆ ਜਾਏਗੀ, ਨਹੀਂ ਜੀ ਕੋਈ ਗੱਲ ਨਹੀਂ, ਖਿਮਾ ਕਰੋ। ਉਹਨਾਂ ਕਹਿਣਾ ਸੀ ਅੱਛਾ ਠੀਕ ਹੈ। ਤਾਂ ਮਹਾਰਾਜ ਕਹਿੰਦੇ ਅਕਲ ਤੋਂ ਕੰਮ ਲਓ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀ ਹੈ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਏ ਹੋਰ ਗੱਲਾਂ ਸ਼ੈਤਾਨ। ਅਨੰਦਪੁਰ ਸਾਹਿਬ ਇੱਕ ਵਾਰੀ ਸਿੱਖ ਕਹਿਣ ਲੱਗਾ, ਮਹਾਰਾਜ ਦਾਨ ਕਿਹਨੂੰ ਕਰਨਾ ਚਾਹੀਦਾ, ਕਿੱਥੇ ਕਰਨਾ ਚਾਹੀਦਾ? ਗੁਰੂ ਜੀ ਕਹਿੰਦੇ ਲੈ ਆ ਸੋਨੇ ਦੀ ਮੋਹਰ 5 ਰੁਪਈਏ ਦੀ, ਜਿਹੜਾ ਤੇਰੀ ਨਿਗਾਹ ਵਿੱਚ ਗਰੀਬ ਹੈ ਨਾ, ਜਾ ਉਹਨੂੰ ਦੇ ਆ। ਉਹ ਆ ਗਿਆ ਰੋਪੜ ਵਾਲੇ ਪਾਸੇ ਨੂੰ। ਉਧਰ ਆ ਕੇ ਕੀ ਦੇਖਿਆ, ਇੱਕ ਜਾਣ ਕੇ ਅੱਖਾਂ ਮੀਟੀ ਜਾਏ, ਦਿਸਦਾ ਨਹੀਂ ਹੈ। ਅਤੇ ਅੱਗੇ ਉਹ ਰੇੜੀ ਜਾਵੇ, ਉਹ ਮਿੱਟੀ ਦਾ ਹੁੰਦਾ ਬਣਾਇਆ, ਹੁਣ ਤਾਂ ਲੋਹੇ ਦੇ ਨੇ। ਉਹਨੇ ਉਹਦੇ ਵਿੱਚ 5 ਰੁਪਈਏ ਦੀ ਸੋਨੇ ਦੀ ਮੋਹਰ ਪਾ ਦਿੱਤੀ। ਮਹਾਰਾਜ ਮੈਂ ਕਰ ਆਇਆ ਦਾਨ। ਕਹਿੰਦੇ ਅੱਛਾ ਅੱਜ ਫੇਰ ਲੈ ਜਾ, ਉਹਦੇ ਪਿੱਛੇ ਪਿੱਛੇ ਜਾਈ। ਗਿਆ ਤਾਂ ਟਾਹਲੀ ਦੇ ਕੋਲ ਉਹਨੇ ਦੱਬ ਦਿੱਤੀਆਂ ਮੋਹਰਾਂ। ਗੁਰੂ ਜੀ ਕਹਿੰਦੇ ਅੱਜ ਫੇਰ ਲੈ ਜਾ, ਅਤੇ ਇਸ ਤਰ੍ਹਾਂ ਕਰੀ। ਉੱਥੇ ਚਰਸਤਾ ਨਾ, 4 ਰਸਤੇ, ਇੱਕ ਐਂ ਲੰਘ ਗਿਆ, ਇੱਕ ਐਂ ਅੱਗੋਂ 4 ਹੋ ਗਏ, ਉਹਨੂੰ ਚਰਸਤਾ ਕਹਿੰਦੇ, ਚਰਾਇਆ। ਉੱਥੇ ਖੜ੍ਹਾ ਹੋ ਜਾ। ਜਦੋਂ ਮਾੜਾ ਜਿਹਾ ਦਿਨ ਢਲੇਗਾ, ਇੱਕ ਘੋੜੇ 'ਤੇ ਪਠਾਨ ਆਏਗਾ, ਉਹਦੇ ਪਿੱਛੇ ਪਿੱਛੇ ਗੁਰੂ ਜੀ ਕਹਿੰਦੇ ਜਾਈ। ਅਤੇ ਪ੍ਰੀਤਮ ਸਿੰਘ ਐਂ ਕਰੀ, ਜਦੋਂ ਉਹ ਖਲੋ ਜਾਏਗਾ, ਉਹਨੂੰ ਆ ਸੋਨੇ ਦੀ ਮੋਹਰ ਦੇ ਦੀ। ਉਹ ਖੜ੍ਹਾ। ਦੁਪਹਿਰਾ 2 ਪਹਿਰ ਦਿਨ ਬੀਤ ਗਿਆ। ਪੁਰਾਣੇ ਸਮੇਂ ਵਿੱਚ ਅੱਜ ਕੱਲ੍ਹ ਦੀਆਂ ਘੜੀਆਂ ਨਹੀਂ ਸੀ, ਪਰ ਐਡੀਏ ਬੜੇ ਪੱਕੇ, ਐਂ ਦੇਖ ਲੈਂਦੇ ਪਰਛਾਵੇਂ ਨਾ ਵੀ ਇੰਨੇ ਜੀ ਇੰਨੇ ਜੀ। ਗੁਰੂ ਜੀ ਨੇ ਕਿਹਾ ਸੀ ਆਏਗਾ ਜ਼ਰੂਰ। ਮਾੜਾ ਜਿਹਾ ਦਿਨ ਢਲਿਆ, ਇੱਕ ਘੋੜੇ 'ਤੇ ਚੜ੍ਹਿਆ, ਪਠਾਨ ਆ ਗਿਆ, ਉਹਦੇ ਸਿੰਘ ਪਿੱਛੇ ਪਿੱਛੇ ਜਾ ਰਿਹਾ। ਉਹਨੇ ਇੱਕ ਤਾਂ ਘੋੜਾ ਖਿਲਾਰਿਆ, ਰੋਣ ਲੱਗ ਗਿਆ, ਕਹਿੰਦਾ ਦੇਖ ਮੈਨੂੰ ਵੀ 3-4 ਦਿਨ ਕੁਝ ਨਹੀਂ ਮਿਲਿਆ, ਭੁੱਖ ਲੱਗੀ ਏ, ਅਤੇ ਭਰਾਵਾ ਤੈਨੂੰ ਵੀ ਨਹੀਂ। ਸੂਰਮਾ ਹਾਂ, ਜੰਗੀ, ਮੇਰੇ ਕੋਲ ਸ਼ਾਸਤਰ ਨੇ, ਮੰਗਣਾ ਮੈਂ ਕਿਸੇ ਕੋਲ ਹੈ ਨਹੀਂ, ਆਪਣੇ ਆਪ ਕੋਈ ਦੇ ਨਹੀਂ ਰਿਹਾ। ਚੰਗਾ ਹੁਣ ਕੱਟੋ ਫਾਕੇ। ਅੱਖਾਂ 'ਚੋਂ ਪਾਣੀ ਜਾ ਰਿਹਾ, ਭੁੱਖ ਬਹੁਤ ਬੁਰੀ ਚੀਜ਼ ਹੈ। ਤਾਂ ਉਹ ਸਿੱਖ ਨੂੰ ਦੇਖ ਕੇ ਇੱਕਦਮ ਸੰਭਲ ਗਿਆ। ਹਾਂਜੀ ਦੱਸੋ ਖਾਲਸਾ ਜੀ ਕਿਵੇਂ ਆਏ? ਪਠਾਨ ਜੀ ਆ ਮੋਹਰ ਲੈ ਲਓ। ਕਿੰਨੇ ਦਿੱਤੀ? ਉਦੋਂ 1 ਰੁਪਈਏ ਦੇ 8 ਮਣ ਕਾਲੇ ਛੋਲੇ ਆਉਂਦੇ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਸੀ ਉਹਨੂੰ ਦੇ ਦੀ ਦਾਨ। ਮਹਾਰਾਜ ਜਾਣਦੇ ਨੇ ਮਾੜਾ ਜਿਹਾ ਦਿਨ ਢਲੇ ਆਏਗਾ, ਇਹੋ ਜਿਹਾ ਭੁੱਖਾ ਸਭ ਕੁਛ। ਐਸੇ ਤੇ ਗੁਰੂ ਮਹਾਰਾਜ ਕੋਲ ਮੈਂ ਛੇਤੀ ਹੀ ਜਾਣਾ ਚਾਹੁੰਦਾ। ਖੈਰ ਗੱਲ ਲੰਮੀ ਹੈ, ਮਹਾਰਾਜ ਦੇ ਚਰਨਾਂ 'ਚ ਹੀ ਆ ਗਿਆ। ਖੇਤ ਪਛਾਣ ਬੀਜੈ ਦਾਨ। ਆਮ ਮੰਗਣ ਵਾਲੇ ਤੁਸੀਂ ਦੇਖੋ ਸਾਡੇ ਕੋਲ ਪੈਸੇ ਤੇ ਲੈ ਲੈਂਦੇ ਨੇ, ਡਰਾਮੇ ਜੇਕਰ ਸ਼ਰਾਬਾਂ ਪੀਂਦੇ, ਸਿਲਮੇ ਵਹਿੰਦੇ, ਪੁੱਠਿਆਂ ਥਾਵਾਂ 'ਤੇ ਲਾਉਂਦੇ, ਇਹਨਾਂ ਦੇ ਵੀ ਠੇਕੇ ਹੁੰਦੇ। ਜੇ ਦਾਨ ਨਾਲ ਪਾਪ ਕੀਤਾ ਜਾਏ, ਅੱਧਾ ਪਾਪ ਘਰ ਬੈਠੇ ਲੱਗ ਜਾਣਾ। ਯਾਦ ਰਹੇ ਸਿੱਧਾ ਨੇ ਪੁੱਛਿਆ ਗੁਰੂ ਨਾਨਕ ਜੀ ਨੂੰ, ਸੱਚੇ ਪਾਤਸ਼ਾਹ ਦਾਨ ਬਾਰੇ ਦੱਸੋ। ਗੁਰੂ ਜੀ ਕਹਿਣ ਲੱਗੇ ਗੋਰਖ ਜੀ, ਜੋਗੀ ਰਾਜ, ਇਹ ਜੋਗੀਆਂ ਦੇ ਰਾਜੇ,
ਕੋਈ ਧਰਮ ਸਥਾਨ ਬਣਦਾ ਹੈ, ਚੰਗਾ ਕੰਮ ਹੋ ਰਿਹਾ ਹੈ, ਉਹਦੇ ਵਿੱਚ ਜਿਹੜਾ ਪੈਸਾ ਲਾਉਂਦਾ ਹੈ ਉਹ ਜੋਗੀ ਰਾਜ ਰੂਹ ਕਿਤੇ ਵੀ ਚਲੀ ਜਾਏ ਉਹਨੂੰ ਉਹਦਾ ਹਿੱਸਾ ਮਿਲਦਾ ਹੀ ਰਹਿੰਦਾ ਹੈ, ਜਦੋਂ ਤੱਕ ਉਹ ਧਰਮ ਸਥਾਨ ਧਰਤੀ 'ਤੇ ਰਹੇਗਾ। ਪਰ ਜੋਗੀ ਰਾਜ ਜੇ ਕੋਈ ਬੁੱਚੜਖਾਨੇ 'ਚ ਲਾ ਦੇਵੇ, ਜਿੰਨੀ ਦੇਰ ਤੱਕ ਉਹ ਜੜੋਂ ਖਤਮ ਨਹੀਂ ਹੋ ਜਾਂਦਾ, ਗੋਰਖ ਜੀ ਉਹ ਰੂਹ ਕਿਤੇ ਵੀ ਚਲੀ ਜਾਏ ਦੁਖੀ ਰਹੇਗੀ ਤੇ ਉਹਨੂੰ ਪਾਪ ਦਾ ਫਲ ਮਿਲਦਾ ਹੀ ਰਹੇਗਾ। ਫਿਰ ਮਹਾਰਾਜ ਤੇ ਤਾਂ ਬੜਾ ਸੋਚ ਸਮਝ ਕੇ ਐਸਾ ਕਰਨਾ ਚਾਹੀਦਾ। ਗੁਰੂ ਜੀ ਕਹਿੰਦੇ ਹਾਂ ਤਦੇ ਤਾਂ ਤੁਹਾਨੂੰ ਸਮਝਾਉਂਦੇ ਹਾਂ, ਖੇਤ ਪਛਾਣ ਬੀਜੈ ਦਾਨ। ਇਸ ਕਰਕੇ ਐਸੀ ਵਿਚਾਰ ਇਹ ਹੋ ਰਹੀ ਸੀ। ਸਾਧ ਸੰਗਤ ਤਰ ਜਾਏਗਾ। ਉਹ ਜਿਹੜੇ ਨਾਲ ਦੇ ਸੀ ਨਾ ਸਵਾਮੀ ਰਾਮਾਨੰਦ ਦੇਵ, ਕੁਝ ਜ਼ਿਆਦਾ ਪੜ੍ਹੇ ਹੋਏ ਸੀ। ਇਹ ਕਿਵੇਂ ਜਲਾਇਆ ਤਾਂ ਮੁੰਡਾ? ਨਹੀਂ ਜੀ, ਤੁਸੀਂ ਗੱਲ ਹੀ ਨਹੀਂ ਕਰ ਸਕਦੇ ਸੰਤਾਂ ਨਾਲ, ਤੁਸੀਂ ਮਿਲ ਹੀ ਨਹੀਂ ਸਕਦੇ, ਬੜੇ ਇਹੋ ਜਿਹੇ ਹੁੰਦੇ ਨੇ। ਉਹ ਜੀ ਤੁਸੀਂ ਤੇ ਬਸ ਦੂਰ ਹੀ ਦੂਰ। ਥੋੜ੍ਹੇ ਦਿਨ ਇੱਕ ਪ੍ਰੇਮੀ ਮਿਲਿਆ, ਅੱਜ ਆਉਣਾ ਸੀ ਉਹਨੇ, ਉਹਦਾ ਨਾਂ ਜਰਨੈਲ ਸਿੰਘ ਸ਼ਾਇਦ ਆਇਆ ਹੀ ਹੋਵੇ। ਕਹਿੰਦਾ ਜੀ ਇੱਕ ਮਹਾਂਪੁਰਸ਼ਾਂ ਕੋਲ ਬੈਠੇ ਅਤੇ ਇੱਕ ਹੋਰ ਬੈਠਾ, ਕਹਿੰਦਾ ਓਏ ਤੁਹਾਡਾ ਕੱਪੜਾ ਲੱਗ ਗਿਆ ਸੰਤਾਂ ਨੂੰ। ਮੈਂ ਕਿਹਾ ਕੀ ਗੱਲ ਸੰਤ ਭੇਟੇ ਗਏ? ਐਡੇ ਹੀ ਅਸੀਂ ਭੈੜੇ ਹੋ ਗਏ ਅੰਮ੍ਰਿਤਧਾਰੀ। ਇਹੋ ਜਿਹੇ ਲੋਕ ਨੇੜੇ ਨੇੜੇ ਲੱਗ ਗਏ ਵੀ ਬਸ ਇੰਨੀ ਛੂਤ ਛਾਤ। ਕਹਿੰਦੇ ਮੈਂ ਫਿਰ 500 ਰੁਪਈਆ ਦਿੱਤਾ, ਉਹਨਾਂ ਰੱਖ ਲਿਆ। ਮੈਂ ਕਿਹਾ ਜੀ ਇਹ ਤਾਂ ਨਹੀਂ ਭਿੱਟਿਆ ਗਿਆ, ਜੇਬ 'ਚੋਂ ਦਿੱਤਾ ਹੈ, ਮਾੜੇ ਅਸੀਂ। ਕਹਿੰਦੇ ਮੇਰੇ ਮੂੰਹ ਵੱਲ ਵੇਖੇ। ਸੋ ਇਸ ਤਰ੍ਹਾਂ ਉਹ ਜਿਹੜੇ ਨੇੜੇ ਨੇੜੇ, ਹਾਂ ਜਲਾਇਆ ਦਾ ਮੁੰਡਾ, ਇਹ ਕਿਵੇਂ? ਉਹਨੇ ਕਾਰਡ ਕੱਢੀ ਕਿਸੇ ਕੋਲੋਂ, ਕਿੱਥੇ ਜਾਂਦੇ ਨੇ, ਕਦੋਂ ਜਾਂਦੇ ਨੇ, ਮੈਂ ਇਹਨਾਂ ਨੂੰ ਮਿਲਣਾ ਹੈ। ਮਹਾਂਪੁਰਸ਼ ਨੇ ਸਵਾਮੀ ਰਾਮਾਨੰਦ ਜੀ ਵਿਰਕਤ ਸੰਤ ਹੋਏ ਨੇ। ਉਹ ਪੈਸੇ ਨੂੰ ਹੱਥ ਨਹੀਂ ਸਰ ਲਾਉਂਦੇ। ਜਿਹੜਾ ਪੈਸੇ ਨੂੰ ਹੱਥ ਨਾ ਲਾਏ ਉਹਨੂੰ ਵਿਰਕਤ ਮਹਾਂਪੁਰਸ਼ ਕਹਿੰਦੇ ਨੇ, ਵਿਰਕਤ। ਉਹਨਾਂ ਦੇਖਿਆ ਵੀ ਜਦੋਂ ਅੱਧੀ ਕੁ ਰਾਤ ਹੁੰਦੀ ਨਾ, ਗੰਗਾ 'ਤੇ ਜਾਂਦੇ ਨਹਾਉਣ, ਅਤੇ ਜਦੋਂ 3 ਕੁ ਵੱਜਣ ਵਾਲੇ ਹੁੰਦੇ ਨੇ, ਪੈਰ ਸਵਾ ਪੈਰ ਇਸ਼ਨਾਨ ਕਰਕੇ ਅਤੇ ਪੱਗ ਡੰਡੀ ਹੁੰਦੀ, ਵਾਪਸ ਆਉਂਦੇ ਨੇ। ਉਹ ਸ਼ਾਮ ਨੂੰ ਹੀ ਚਲਾ ਗਿਆ ਅਤੇ ਕਾਨਿਆਂ ਵਿੱਚ ਬੈਠਾ ਰਿਹਾ, ਦੇਖਦਾ ਰਿਹਾ ਵੀ ਕਿੱਧਰ ਜਾਂਦੇ ਨੇ। ਸਵਾਮੀ ਜੀ ਚਲੇ ਗਏ। ਜਦੋਂ ਇਸ਼ਨਾਨ ਕਰਕੇ ਆ ਰਹੇ, ਉਹਨੇ ਦੇਖਿਆ ਪੱਗ ਡੰਡੀਆਂ ਤਾਂ ਬੜੀਆਂ ਨੇ। ਸਾਧ ਸੰਗਤ ਉੱਥੇ ਬਨਾਰਸ ਜਾਈਏ, ਉੱਥੇ 1100 ਘਰ ਹੈ ਸਿੱਖਾਂ ਦਾ, ਉੱਥੇ ਵੀ ਦੀਵਾਨ ਹੋਏ ਸੀ। ਅਯੁੱਧਿਆ 600 ਘਰ ਹੈ, ਉੱਥੇ ਵੀ ਹੋਏ ਸੀ। ਸੋ ਉੱਥੇ 84 ਘਾਟ ਨੇ ਸੰਤਾਂ ਦੇ, 84 ਆਸ਼ਰਮ ਨੇ ਕੰਢੇ 'ਤੇ ਨਾਲ ਨਾਲ। ਅਤੇ ਪੱਗ ਡੰਡੀਆਂ ਤਾਂ ਹੁਣ ਵੀ ਬਣੀਆਂ ਨੇ, ਹੁਣ ਤਾਂ ਹੌਲੀ ਹੌਲੀ ਪੱਕਾ ਹੀ ਕਰੀ ਜਾਂਦੇ ਨੇ, ਪਰ ਬੜਾ ਔਖਾ ਉਹ ਨਦੀ ਦਾ ਕੰਢਾ ਪੱਕਾ ਹੀ ਕਰ ਲੈਣਾ। ਉਹਨੇ ਦੇਖਿਆ ਵੀ ਐਸ ਪੱਗ ਡੰਡੀ 'ਚ ਗਏ ਨੇ ਅਤੇ ਇਹਦੇ 'ਚ ਹੀ ਉਹਨਾਂ ਆਉਣਾ ਹੈ। ਕੜਾਵਾਂ ਪਾਈਆਂ ਸੀ, ਆ ਰਹੇ ਸੀ। ਉਹ ਸਿਰ ਕਰ ਲਿਆ ਵਿੱਚ, ਬਾਕੀ ਸਰੀਰ ਕਾਨਿਆਂ 'ਚ, ਅਤੇ ਮੱਥਾ ਕਰ ਲਿਆ ਉੱਧਰ। ਚੱਲਦੇ ਚੱਲਦੇ ਸੱਜਾ ਚਰਨ ਵੱਜਾ, ਉਸ ਪਾਸੇ ਹੀ ਪਏ ਸਨ। ਕਹਿੰਦੇ ਰਾਮ ਕੇ ਰਾਮ ਕਹੋ, ਅੱਗੇ ਲੰਘ ਗਏ। ਕਹਿੰਦੇ ਠੀਕ ਹੈ ਜੀ। ਹੋਏ ਵਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ, ਅੱਗੋਂ ਹਿੰਦੀ ਜਾਏ ਕਿ ਲੰਮਾ ਪਿਆ ਕਬੀਰ ਤਥਾਈ। ਉਹ ਪਹਿਲਾਂ ਹੀ ਜਾ ਕੇ ਲੰਮਾ ਪੈ ਗਿਆ। ਪੈਰੀ ਟੁੰਬ ਉਠਾਇਆ, ਬੋਲ ਰਾਮ ਸਿੱਖ ਸਮਝਾਈ। ਚਲੇ ਗਏ। ਹੁਣ ਲੱਗੇ ਸਿਮਰਨ ਕਰਨ ਕਬੀਰ ਜੀ। ਦਿਨ ਰਾਤ ਜ਼ਬਾਨ ਤੋਂ ਸ਼ੁਰੂ ਕਰ ਦਿੱਤਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਜਦੋਂ ਇਹ ਰਸਨਾ ਸੁੱਚੀ ਹੋ ਜਾਏ, ਸਿਮਰਨ ਕਰਦੇ ਕਰਦੇ ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ, ਸਾਰੀਆਂ ਬਿਲਾਵਤਾਂ ਜ਼ਬਾਨ ਤੋਂ ਲੈ ਜਾਂਦੀਆਂ ਨੇ, ਉਦੋਂ ਫਿਰ ਜ਼ਬਾਨ ਬੰਦ ਹੋ ਜਾਂਦੀ ਹੈ ਅਤੇ ਅੰਦਰ ਜਿਹੜੀ ਦੇਵ ਰਸਨਾ ਹੈ ਉਹ ਆਪੇ ਹੀ ਚੱਲ ਪੈਂਦੀ, ਸਿਮਰਨ ਹੋਣਾ ਸ਼ੁਰੂ ਹੋ ਜਾਂਦਾ। ਤੁਸੀਂ ਕੰਨਾਂ ਨਾਲੋਂ ਬਾਣੀ ਸੁਣੀ ਜਾਓ, ਸਿਮਰਨ ਸੁਣੀ ਜਾਓ। ਜਦੋਂ ਅੰਦਰ ਦੇ ਕੰਨ ਜਾਗ ਪਏ, ਉਹ ਬੜੀ ਦੂਰੋਂ ਸੁਣ ਲੈਂਦੇ ਨੇ। ਹੁਣ ਦੇਵ ਸਰਵਣ ਕਹਿੰਦੇ ਨੇ। ਇਸੀ ਤਰ੍ਹਾਂ ਦਿਵ ਨੇਤਰ ਹਨ, ਉਹਦੇ 'ਤੇ ਬੰਦੇ ਨੂੰ ਥੋੜ੍ਹਾ ਦਿਸਦਾ ਨਾ, ਉਹ ਪਤਾ ਨਹੀਂ ਕਿੱਥੋਂ ਤੱਕ ਦੇਖ ਲੈਂਦੇ ਨੇ। ਇਸੀ ਤਰ੍ਹਾਂ ਹੀ ਰਸਨਾ ਹੈ, ਉਹ ਜਾਗ ਪਈ, ਉਹ ਜ਼ਬਾਨ ਬੰਦ ਹੈ। ਬਿਨ ਜੇਬਾ ਜੋ ਜਪੇ ਆਓ, ਕੋਈ ਜਾਣੇ ਕੈਸਾ ਨਾ ਸਿਮਰਨ ਹੋ ਰਿਹਾ, ਸਰੀਰ ਵਿੱਚ ਹੋ ਰਿਹਾ, ਨਬਜਾਂ ਨਾਲ ਮਿਲ ਕੇ ਹੋ ਰਿਹਾ, ਰੋਮ ਰੋਮ ਕਰਕੇ ਹੋ ਰਿਹਾ। ਅੱਜ ਹੋਰ ਕੱਲ੍ਹ ਹੋਰ, ਗੁਰਮੁਖ ਵਧੇ ਰੋਜ਼, ਨਿਤ ਦੂਣ ਸੁਹਾਇਆ। ਤੇ ਧੰਨ ਧੰਨ ਹੋ ਰਹੀ ਹੈ ਕਬੀਰ ਜੀ ਦੀ। ਜੇ ਕੋਈ ਵਚਨ ਕਰੇ ਪੂਰਾ ਹੋ ਜਾਏ, ਇੱਕ ਇਹ ਅਵਸਥਾ ਹੁੰਦੀ ਹੈ। ਇਸ ਤੋਂ ਅੱਗੇ ਥੋੜ੍ਹਾ ਜਿਹਾ ਚਲੇ ਜਾਓ
कि अंदर एक कंट्रोल सिस्टम होंगे। किसी ने कुछ कही जो कुछ नहीं होएगा, कह दो तेरा आ हो जाए, नहीं होएगा, ना भले का ना बुरे का। रसना ना कही जो कुछ, ना किसी का भला ना किसी का बुरा, अंदर कंट्रोल होंगे। वो नाम दी सिमरन दियाँ करते करते जुगती उस तो अगे जो अवस्था जाती है, फिर तो मैं अर्ज की सी पहले दौरान ते कि फुरने का राज चलता है, थोड़ी जी अर्ज की सी। सो इस तरह कबीर जी हम सिमरन करते करते नाम वाले दे किसी का कोई दसना पुछना पैंदा। भाई गुरदास ही लिखते ने, धन धरती विच दबिया मस्तक प्रवान है। किसी ने जमीन च पैसा दबिया होवे, ਉਹਦਾ ਚਿਹਰਾ ਹੀ ਦੱਸਦਾ ਵੀ ਹੈ ਕੋਈ ਗੱਲ, ਉਹ ਬੋਲੇ ਭਾਵੇਂ ਨਾ ਹੀ। ਇਸੇ ਤਰ੍ਹਾਂ ਜਿਹੜੀਆਂ ਸਿਮਰਨ ਵਾਲੀਆਂ ਰੂਹਾਂ ਨੇ ਉਹਦੇ ਵਿੱਚ ਵੀ ਸਾਧ ਸੰਗਤ ਭੇਤ ਹੈ। ਜਿਵੇਂ ਆ ਜਮਾਤਾਂ ਨੇ ਦੂਜੀ ਤੀਜੀ ਚੌਥੀ, ਇਸ ਤਰ੍ਹਾਂ ਜਿਹੜਾ ਰੂਹਾਨੀਅਤ ਵਿੱਚ ਅੱਗੇ ਹੁੰਦਾ ਨਾ, ਉਹਦੇ ਤੋਂ ਜਿੰਨੇ ਵੀ ਛੋਟੇ ਬੰਦਗੀ ਵਾਲੇ ਹੁੰਦੇ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਕਿੰਨਾ ਕੁ ਸਿਮਰਨ ਹਾਂ। ਉਹ ਅੰਦਰੋਂ ਹੀ ਦੇਖ ਲੈਂਦੇ ਵੀ ਇੰਨੀ ਕਿਹਦੀ ਬੰਦਗੀ ਹੈ। ਪਰ ਵੱਡਿਆਂ ਨੂੰ ਛੋਟੇ ਨਹੀਂ ਦੇਖ ਸਕਦੇ ਕਿ ਇਹਨਾਂ ਦੀ ਕਿੰਨੀ ਕਮਾਈ ਹੈ। ਇਸ ਕਰਕੇ ਉਹਨਾਂ ਦਾ ਚਿਹਰਾ ਹੀ ਕਬੀਰ ਜੀ ਦਾ ਦੱਸਦਾ ਹੈ ਕੋਈ ਸਿਮਰਨ ਵਾਲੀ ਰੂਹ ਹੈ। ਕਿਸੇ ਨੇ ਪੁੱਛਿਆ ਤੁਸੀਂ ਭਜਨ ਕਰਦੇ ਹੋ, ਮਾਲਾ ਨਹੀਂ ਤੁਹਾਡੇ ਕੋਲ? ਕਹਿੰਦੇ ਮਾਲਾ ਸਵਾਮੀ ਜੀ ਨੇ ਦਿੱਤੀ ਹੀ ਨਹੀਂ, ਵੈਸੇ ਲੱਗੇ ਰਹਿੰਦੇ ਆ, ਬੈਠੇ ਰਹਿੰਦੇ ਆ, ਤੁਰਦੇ ਫਿਰਦੇ ਹਰ ਤਰੀਕੇ ਸਿਰ, ਉੱਠਤ ਬੈਠਤ ਸੋਵਤ ਧਿਆਈ ਹੈ। ਸੌਂਦਾ ਕੀ ਹੈ ਸਰੀਰ, ਰੂਹ ਤਾਂ ਕਦੇ ਸੁੱਤੀ ਨਹੀਂ। ਸਿਮਰਨ ਵਾਲੀਆਂ ਆਤਮਾएं ਇਸ ਗੱਲ ਨੂੰ ਜਾਣਦੀਆਂ ਨੇ ਕਿ ਸਰੀਰ ਸੌਂ ਗਿਆ, ਜਿਵੇਂ ਮਾਂ ਬੱਚੇ ਨੂੰ ਸਵਾ ਦਿੰਦੀ, ਪੈ ਜਾ ਮੈਂ ਕੰਮ ਕਰ ਲਾਂ, ਅਤੇ ਆਪ ਸਿਮਰਨ ਕਰਦੇ ਰਹਿਣਾ। ਜਦੋਂ ਜੀ ਕਰਨਾ ਸਰੀਰ 'ਚੋਂ ਨਿਕਲ ਜਾਣਾ, ਜਦੋਂ ਜੀ ਕਰਨਾ ਆ ਜਾਣਾ, ਫਿਰ ਸਰੀਰ ਨੂੰ ਚੁੱਕ ਲੈਣਾ, ਚਲੋ ਹੁਣ ਇਹਦੇ ਵਾਲੇ ਕੰਮ ਕਰ ਲੈਂਦੇ ਹਾਂ। ਹੁਣ ਭਗਤ ਕਬੀਰ ਜੀ ਇਸੇ ਤਰ੍ਹਾਂ ਰੋਜ਼ ਕਰਦੇ ਨੇ। ਉਹ ਚਰਚਾ ਚੱਲ ਗਈ, ਸਵਾਮੀ ਨੂੰ ਲੱਗੇ ਚੁਗਲੀਆਂ ਲਾਉਣ, ਤੁਸੀਂ ਚੇਲਾ ਬਣਾਇਆ ਕਬੀਰ ਜੀ ਨੂੰ? ਕਹਿੰਦੇ ਨਹੀਂ। ਨਾਮ ਦਿੱਤਾ ਹੈ? ਕਹਿੰਦੇ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ। ਉਹ ਤਾਂ ਕਹਿੰਦਾ ਮੇਰੇ ਗੁਰੂਦੇਵ ਹੀ ਉਹ ਨੇ। ਇੱਕ ਹੋਰ ਬੋਲਿਆ, ਸਵਾਮੀ ਜੀ ਉਹਨੂੰ ਇੱਥੇ ਸੱਦੋ, ਚੰਗੀ ਤਰ੍ਹਾਂ ਗੱਲ ਕਰੀਏ ਜਰਾ। ਕਹਿੰਦੇ ਕੋਈ ਨਾ, ਕੱਲ੍ਹ ਸਵੇਰੇ ਬੁਲਾ ਲਓ। ਕਬੀਰ ਜੀ ਨੂੰ ਸੰਦੇਸ਼ਾ ਚਲਾ ਗਿਆ, ਕੱਲ੍ਹ ਪੈਰ ਸਵਾ ਪੈਰ ਦਿਨ ਚੜ੍ਹੇ, ਸਵਾਮੀ ਜੀ ਦੇ ਆਸ਼ਰਮ ਵਿੱਚ ਆਉਣਾ ਹੋਏਗਾ। ਆਸ਼ਰਮ ਤਾਂ ਹੋਰ ਵੀ ਬੜੇ ਸਨ, ਰਾਮਾਨੰਦ ਜੀ ਦਾ ਅਜੇ ਵੀ ਉੱਤੇ ਹੈ, ਚੱਲਦਾ। ਇਹਨਾਂ ਦਾ ਘਰ ਵਾਹਵਾ ਦੂਰ ਹੈ, ਮੈਂ ਤਾਂ ਜਗ੍ਹਾ ਦੇਖੀ ਹੋਈ ਹੈ, ਕਿਲੋਮੀਟਰਾਂ ਦਾ ਫਾਸਲਾ। ਹੁਣ ਕਬੀਰ ਜੀ ਕਹਿਣ ਲੱਗੇ ਸਵੇਰੇ ਚੱਲਣਾ। ਮਾਤਾ ਪਿਤਾ ਤਾਇਆ ਤੇ ਇੱਕ ਚਾਚਾ, ਜਿਵੇਂ ਮੈਂ ਪਹਿਲਾਂ ਦੱਸਿਆ, ਸਾਰੇ ਜ਼ਿਲ੍ਹਾ ਇਕੱਠੇ ਹੋ ਗਏ। ਕਹਿੰਦੇ ਦੇਖੋ ਸਵਾਮੀ ਰਾਮਾਨੰਦ ਦੇ ਨੇੜੇ ਨੇੜੇ ਬ੍ਰਾਹਮਣ ਬਹੁਤ ਨੇ, ਐਸਾ ਨਾ ਹੋਵੇ ਸਾਡੇ ਮੁੰਡੇ ਨੂੰ ਕੁੱਟਣ ਹੀ ਕਿੱਥੋਂ ਨਾਮ ਲਈ ਫਿਰਦਾ। ਚਲੀਏ ਭਾਈ ਇਕੱਠੇ ਹੋ ਕੇ। ਕਬੀਰ ਨਾਲ ਨਾਲ ਤੇ ਚੱਲ ਪਏ ਸਾਰੇ। ਇਹ ਜੀ ਸਵਾਮੀ ਜੀ ਨੇ ਯਾਦ ਕੀਤਾ, ਹੁਣ ਡਕੇਰਾ 'ਚ ਕਿਹੜਾ, ਚਲੋ ਜੀ ਚਲੋ ਜੀ ਚਲੋ ਜੀ। ਆ ਕੇ ਬੜੇ ਪਿਆਰ ਨਾਲ ਨਮਸਕਾਰ ਕੀਤੀ, ਗੱਲਬਾਤ ਬਚਨ ਬਿਲਾਸ ਛਿੜ ਪਏ। ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਆਪਣਾ ਨਾਂ ਕੀ ਹੈ? ਕਹਿੰਦੇ ਮੇਰਾ ਨਾਂ ਮੇਰੀ ਮਾਂ ਨੇ ਕਬੀਰ ਰੱਖਿਆ ਹੈ। ਬਹੁਤ ਅੱਛਾ। ਕਬੀਰ ਦਾ ਅਰਥ ਹੁੰਦਾ ਹੈ ਸਭ ਤੋਂ ਵੱਡਾ। ਨਾਂ ਤਾਂ ਬੜਾ ਚੰਗਾ ਹੈ। ਕਾਹਦਾ ਸਿਮਰਨ ਕਰਦੇ ਹੁੰਦੇ ਹੋ? ਜੀ ਰਾਮ 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 ਰਾਮ। ਠੀਕ। ਗੁਰੂ ਹੈ ਕਿ ਗੁਰੂ ਵਾਲਾ? ਜੀ ਗੁਰੂ ਵਾਲਾ। ਅੱਛਾ, ਬਹੁਤ ਅੱਛਾ। ਆਪਣਾ ਗੁਰੂ ਕੌਣ ਹੈ ਜਿਹਦੇ 'ਤੇ ਐਸੀ ਜਿਨ੍ਹਾਂ ਨੇ ਕਿਰਪਾ ਕੀਤੀ? ਮਹਾਰਾਜ ਆਪ ਜੀ। ਅੱਛਾ, ਇਹ ਕਦੋਂ ਦੀ ਗੱਲ ਹੈ ਜਦੋਂ ਤੁਹਾਨੂੰ ਇਸ ਪਾਸੇ ਲਾਇਆ? ਹੋ ਹੀ ਗਏ 4 ਸਾਲ। ਆਪ ਜੀ ਇਸ਼ਨਾਨ ਕਰਕੇ ਆ ਰਹੇ ਸੀ, ਮੈਂ ਰਸਤੇ ਵਿੱਚ ਕਾਈ 'ਚ ਪਿਆ ਸੀ, ਆਪ ਜੀ ਦਾ ਪਿੱਤਰ ਚਰਨ ਲੱਗਾ, ਰਾਮ ਕੇ ਰਾਮ ਕਹੋ। ਮੈਂ ਜੀ ਕਹਿਣ ਲੱਗ ਪਿਆ। ਬਹੁਤ ਅੱਛਾ। ਕਹਿੰਦੇ ਗੱਲ ਸੁਣੋ, ਇਹ ਨਾਲ ਦਿਓ, ਉਹ ਤੁਹਾਨੂੰ ਰੋਜ਼ ਸਮਝਾਈਦਾ ਸਿਮਰਨ ਕਰੋ, ਬੰਦਗੀ ਕਰੋ, ਸਿਮਰਨ ਕਰੋ, ਬੰਦਗੀ ਕਰੋ। ਇਹਨੂੰ ਮਾੜਾ ਜਿਹਾ ਇਸ਼ਾਰਾ ਕੀਤਾ, ਦਿਨ ਰਾਤ ਇੱਕ ਕੀਤਾ ਹੋਇਆ। ਅੱਛਾ ਬੇਟਾ ਲੈ ਮਾਲਾ 108 ਮਣਕੇ ਦੀ ਤਸਵੀ ਹੁੰਦੀ ਹੈ, ਉਹਨੂੰ 100 ਮਣਕਾ ਹੁੰਦਾ, ਮਾਲਾ ਨੂੰ 108, ਅਤੇ ਸਿਮਰਨ ਕਰਿਆ ਕਰ। ਬਹੁਤ ਅੱਛਾ, ਚੰਗਾ। ਹੁਣ ਚੱਲ ਪਿਆ।
ਦੇਖਦੇ ਵੀ ਜਿਹੜੀ ਗੱਲ ਅਸੀਂ ਕਹਿੰਦੇ ਉਹ ਤਾਂ ਬਣੀ ਕੋਈ ਨਹੀਂ, ਇਹ ਤਾਂ ਹੋਰ ਹੋ ਗਈ, ਸਗੋਂ ਮਾਲਾ ਮਿਲ ਗਈ। ਜਦੋਂ ਸਿਮਰਨ ਕਰਦੇ ਰਹਿੰਦੇ ਨੇ, ਬੈਠੇ ਰਹਿੰਦੇ ਨੇ, ਤੇ ਕਹਿੰਦੇ ਹੁਣ ਮਾਤਾ ਜੀ ਖੇਸ ਖੂਸ ਤਾਂ ਕੀ ਬੁਣਨੇ ਨੇ, ਸਿਮਰਨ ਨਹੀਂ ਠੀਕ ਹੈ। ਮਨ ਬੜਾ ਦੁਖਿਆ ਵੀ ਹੈ, ਤਾਂ ਮੁੰਡਾ ਵਿਗੜ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ, ਨਿਤ ਉਠ ਕੋਰੀ ਗਾਗਰ ਆਨੇ ਲੀਪਤ ਜੀਉ ਗਇਓ, ਤਾਨਾ ਬਾਨਾ ਕਛੂ ਨ ਸਜਿਓ, ਹਰ ਹਰ ਰਸ ਲਪਟਿਓ, ਹਮਰੇ ਕੁਲ ਕੌਨੇ ਰਾਮ ਕਹਿਓ। ਕਾਕਾ ਤੇਰੇ ਪਿਓ ਦਾਦੇ ਅੱਜ ਤੱਕ ਕਿਸੇ ਮਾਲਾ ਫੇਰੀ? ਕਿਹੜੇ ਪਾਸੇ ਲੱਗ ਗਿਆ? ਪੈਸੇ ਕਮਾ, ਕਿਉਂਕਿ ਦੁਨੀਆ ਦਾ ਰੁਖ ਪੈਸੇ ਵੱਲ ਨੂੰ ਹੈ। ਜਿਹੜਾ ਪੈਸੇ ਕਮਾ ਕੇ ਲਿਆਏ, ਬੱਚਾ ਵੀ ਚੰਗਾ ਹੋ, ਬੱਚਿਆਂ ਦਾ ਪਿਓ ਵੀ ਚੰਗਾ, ਰਿਸ਼ਤੇਦਾਰ ਵੀ ਚੰਗਾ। ਤੇ ਜੇ ਕੋਈ ਸਿਮਰਨ, ਇਹ ਤਾਂ ਪਤਾ ਨਹੀਂ ਇਹ ਵੇਲਿਆਂ ਦਾ ਕੰਮ ਹੈ। ਤੂੰ ਕਿਹੜੇ ਪਾਸੇ ਲੱਗ ਗਿਆ? ਮਾਤਾ ਜੀ ਸਿਮਰਨ ਕਰ। ਉਹੀ ਤਾਂ ਮੈਂ ਕਹਿਨੀ, ਇਸ ਤਰ੍ਹਾਂ ਨਹੀਂ। ਹਮਰੇ ਕੁਲ ਕੌਨੇ ਰਾਮ ਕੇ, ਜਬਕਿ ਮਾਲਾ ਲਈ ਨਪੁੱਤੇ ਨੀ ਪੁੱਤੇ। ਨੀ ਦਰਾਣੀਏ, ਮੇਰੇ ਪੁੱਤਰ ਨੇ ਜਦੋਂ ਦੀ ਮਾਲਾ ਲਈ ਹੈ ਨਾ ਸਵਾਮੀ ਕੋਲੋਂ, ਤਬ ਤੇ ਸੁੱਖ ਨਾ ਪਇਓ। ਸਾਡਾ ਤਾਂ ਕਾਰੋਬਾਰ ਹੀ ਬੰਦ ਹੋ ਗਿਆ। ਬਾਣੀ ਵਿੱਚ ਇਉਂ ਦੱਸਿਆ ਹੈ, ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ। ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ। ਮਾਲਾ ਦਿੱਤੀ ਹੈ ਭਗਤ ਰਾਮ, ਮੁੰਡਾ ਮੇਰਾ ਵਿਗੜ ਗਿਆ। ਮਾਲਾ ਦਿੱਤੀ ਹੈ ਭਗਤ ਰਾਮਾਨੰਦ, ਮੁੰਡਾ ਮੇਰਾ ਵਿਗੜ ਭਗਤ ਰਾਮਾਨੰਦ ਨੇ। ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ। ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ। ਮਾਲਾ ਦਿੱਤੀ ਹੈ ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ ਗਿਆ। ਭਗਤ ਰਾਮਾਨੰਦ ਨੇ, ਮੁੰਡਾ ਮੇਰਾ ਵਿਗੜ। ਦਿੱਤੀ ਹੈ ਭਗਤ ਰਾਮਾਨੰਦ ਨੇ, ਭਗਤ ਰਾਮਾਨੰਦ ਨੇ। ਜਬਕਿ ਮਾਲਾ ਲਈ ਨਪੁੱਤੇ, ਤਬ ਤੇ ਸੁਖ ਨਾ ਪਇਓ। ਸਾਡੇ ਤੇ ਆਮਦਨੀ ਘਟ ਗਈ, ਬੜਾ ਮਾੜਾ ਹੋਇਆ। ਕਬੀਰ ਜੀ ਕਹਿਣ ਲੱਗੇ, ਮਾਤਾ ਜੀ ਕਿਉਂ ਇੰਨੀ ਚਿੰਤਾ ਕਰਦੇ ਹੋ? ਐਸਾ ਨਹੀਂ ਹੈ, ਸਰਬ ਸੁਖਾਂ ਕਾ ਦਾਤਾ ਹਰ ਸੁਆਮੀ, ਸੋ ਗੁਰ ਨਾਮ ਦਿਓ। ਸੰਤ ਪ੍ਰਹਲਾਦ ਕੀ ਪੈਚ ਜਿਨ ਰਾਖੀ, ਹਰਨਾਕਸ਼ ਨਖ ਬਧਰਿਓ। ਮੈਂ ਤਾਂ ਬਹੁਤ ਚੰਗੇ ਪਾਸੇ ਲੱਗਾ ਨਾ, ਤੂੰ ਤਾਂ ਵਿਗੜ ਹੀ ਗਿਆ। ਮਾਤਾ ਜੀ ਸੱਚ ਕਿਹਾ ਤੁਸੀਂ, ਚਲੋ ਵਿਗੜ ਹੀ ਗਿਆ ਸਹੀ, ਪਰ ਮਾਤਾ ਜੀ ਮੇਰੀ ਗੱਲ ਤੇ ਧਿਆਨ ਨਾਲ ਸੁਣੋ। ਕਹਿੰਦੇ ਦੱਸ। ਗੱਲ ਇਸ ਤਰ੍ਹਾਂ ਮਾਤਾ ਜੀ, ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਚੰਦਨ ਕੇ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ। ਪਾਰਸ ਕੇ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰਾ ਰਾਮਾ ਹੋਏ ਨਿਬਰਿਓ। ਤੁਸੀਂ ਨਾਰਾਜ਼ ਕਿਉਂ ਹੋ ਰਹੇ ਹੋ? ਇਉਂ ਸਮਝਾਉਂਦੇ ਨੇ ਮਾਤਾ ਨੂੰ। ਸੋ ਇਸ ਤਰ੍ਹਾਂ ਸੰਤਨ ਸੰਗ ਕਬੀਰਾ ਬਿਗਰਿਓ, ਸੋ ਕਬੀਰਾ ਰਾਮਾ ਹੋਏ ਨਿਬਰਿਓ। ਵਾਹ 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 ਜੀ, ਰਾਮਾ ਹੋ ਕੇ ਨਿਬੜ ਗਏ। ਵਾਹ 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 ਵਾਹ, ਰਾਮਾ ਹੋ ਕੇ ਨਿਬੜ ਗਿਆ। ਵਾਹ 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 ਜੇ ਰਾਮਾ ਹੋ ਕੇ ਨਿਬੜ ਗਿਆ। ਵਾਹ ਵਾਹ ਜੇ ਰਾਮਾ ਹੋ ਕੇ, ਹੋ
ਬਿਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮ ਨਿਬਰਿਓ ਰਾਮ ਹੋ ਕੇ ਨਿਬੜ ਗਏ ਵਾਹ 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 ਰਾਮ ਹੋ ਕੇ ਨਿਬੜ ਗਿਆ ਜੇ ਰਾਮ ਹੋ ਕੇ ਨਿਬੜ ਗਿਆ ਹੋ ਕੇ ਨਿਬੜ ਗਿਆ फिर माता कहन लगी रोई पई मुस मुस रोवे कबीर की माई ये बारक कैसे जीवे रगराई ਇਹਦਾ ਬਣੇਗਾ ਕੀ ਤੇ ਮਾਲਾ ਫੜ ਲਈ ਇਹਨੇ ਕਿੱਧਰ ਲੱਗ ਗਿਆ ਕੰਮ ਕਾਰ ਕਰਦਾ ਕੋਈ ਨਹੀਂ ਤਾਂ ਠੀਕ ਨਹੀਂ ਹੈ ਸਾਤ ਸੂਤ ਤਿੰਨ ਮੁੰਡੀਆਂ ਖੋਇਓ ਇਹ ਮੁੰਡਿਆ ਕਿਉਂ ਨਾ ਮੂੰਹੋ ਕਰਦਾ ਕੰਮ ਹੀ ਛੱਡ ਦਿੱਤਾ ਇਹਦੂ ਤੇ ਮਰ ਜਾਂਦਾ ਚੰਗਾ ਸੀ ਐਸਾ कई लोग बड़े बड़े महापुरुषों साढ़े घर चरण पाओ जी सानू बचन दिओ जी साड़ी सुनो जी भाई नाम जपण वाले बड़े चंगे हैं जी बड़े चंगे फिर तुसीं भी अपने मुंडे नूं संतां नाल ही घल दो नहीं ये साडा तां कबीर दी मां वांग काम ही चौड़ हो जाएगा तुसीं भी नाम जपण लग जाओ तुसीं भी बच्चों नूं पढ़ाओ लिखाओ फड़ाओ माला लाओ सिक्की प्रचार च पता लगे किन्ने क दानी है तुसीं नहीं जी साडा ते टाइम ही वो कबीर दी मां रो रही है मुस मुस रुस रुस सुनो जठानी सुनो दरानी अचरज एक पयो सात सू तीन मुंडियन खोयो जठानी वो कबीर दे ताए दे घरों दरानी कबीर दे चाचे दे घरों सुनो जठानी सुनो दरानी अचरज एक पयो सात सू तीन मुंडियन खोयो ये मुंडिया क्यों ना मूहो इधर तो मर जाता तो चंगा सी बड़ा माड़ा होया कीता की जाए चलो छड्डो खैड़ा नहीं करता तो ना सही ਇਹਦਾ ਪਿਓ ਤੇ ਕਰਦਾ ਹੈ ਨਾ ਮੈਂ ਤੇ ਕੰਮ ਕਰਦੀ ਹਾਂ ਨਾ ਪਰ ਹੁਣ ਵਿਆਹ ਵੀ ਕਰ ਦਿੱਤਾ ਹੁਣ ਤਾਂ ਲੋਈ ਵੀ ਆ ਗਈ ਕਿੱਥੋਂ ਕੰਮ ਚੱਲੇਗਾ ਇਹਨਾਂ ਦਾ ਕਿਵੇਂ ਬਣੇਗਾ ਇੱਕ ਮਹਾਂਪੁਰਸ਼ ਹੁੰਦੇ ਸੀ ਉਹਨਾਂ ਕੋਲ ਇੱਕ ਬੱਚਾ ਆ ਗਿਆ ਲੱਗੇ ਗ੍ਰੰਥ ਪੜ੍ਹਨ ਕਹਿੰਦੇ ਬੇਟਾ ਰਹਿਣ ਦੇ ਸੰਤਾਂ ਦੀਆਂ ਕਿਤਾਬਾਂ ਨਹੀਂ ਪੜ੍ਹੀ ਦੀਆਂ ਹੁੰਦੀਆਂ ਜਿਵੇਂ ਰਾੜਾ ਸਾਹਿਬ ਨਿਰਪ ਸਿੰਘ ਆਇਆ ਤੇ ਕਿਤਾਬ ਪੜ੍ਹਨ ਲੱਗੇ ਭੋਰੇ 'ਚ ਪਈ ਕਹਿੰਦੇ ਬੇਟਾ ਰਹਿਣ ਦੇ ਇਹ ਠੀਕ ਨਹੀਂ ਹੈ ਜਿਵੇਂ ਪਹਿਲੀ ਦੂਜੀ 'ਚ ਪੜ੍ਹਦਾ ਉਹਨੂੰ ਐਵੇਂ ਦੀਆਂ ਕਿਤਾਬਾਂ ਦੇ ਦਿਓ ਸਮਝ ਹੀ ਨਹੀਂ ਆਉਣਾ ਨਹੀਂ ਹੁਕਮ ਕਰੋ ਮੈਂ ਥੋੜ੍ਹੀ ਜਿਹੀ ਪੜ੍ਹ ਲਾ ਅੱਛਾ ਪੜ੍ਹ ਲੈ ਉਹਦੇ ਵਿੱਚ ਇੱਕ ਸਾਖੀ ਹੈ ਇੱਕ ਬੀਬੀ ਜਦੋਂ ਰਾਤ ਨੂੰ ਤੁਰੀ ਜਾਂਦੀ ਹੈ ਤੇ ਰਸਤੇ 'ਚ ਲਾਈਟ ਹੁੰਦੀ ਮਹਾਰਾਜ ਜੀ ਉਹਨੇ ਸੱਲ ਲਾਏ ਹੋਣਗੇ ਕਹਿੰਦੇ ਨਹੀਂ ਕੋਈ ਹੋਰ ਤਾਰ ਲਾਈ ਹੋਏਗੀ ਕਹਿੰਦੇ ਨਹੀਂ ਅੱਛਾ ਕਹਿੰਦੇ 1 ਵਜੇ ਰਾਤ ਨੂੰ ਨਿਰਪ ਸਿੰਘ ਆਈ ਰਾੜਾ ਸਾਹਿਬ ਮਹਾਰਾਜ ਦੀ ਗੱਲ ਹੈ ਆ ਗਿਆ ਗਰਮੀਆਂ ਦੇ ਦਿਨ ਨੇ ਕਹਿੰਦੇ ਚੱਲੋ ਪੁਰਾਣਾ ਸਕੂਲ ਹੁੰਦਾ ਚੱਲੀਏ ਵੱਡਾ ਗੇਟ ਨਾ ਬਾਹਰ ਆ ਗਏ ਸੜਕ ਤੇ ਨਹਿਰ ਕੋਲ ਕਹਿੰਦੇ ਦੇਖ ਕੋਈ ਸਾਡੇ ਕੋਲ ਸੱਲ ਹੈ ਨਹੀਂ ਮਹਾਰਾਜ ਜੀ ਦੇਖ ਲੈ ਅਸੀਂ ਬਨੈਣੀ ਪਾਈ ਹੈ ਸਿਰ ਤੇ ਕੇਸ ਕੀ ਹੈ ਚੰਗੀ ਤਰ੍ਹਾਂ ਦੇਖ ਲੈ ਬੇਟਾ ਕਿ ਨਹੀਂ ਇੱਕਦਮ ਛਾਤੀ 'ਚੋਂ ਲਾਈਟ ਨਿਕਲੀ ਕੀੜੀ ਤੁਰਦੀ ਦਿਸਦੀ ਜਿਵੇਂ ਸਰਜ ਲਾਈਟ ਇਹ ਮਹਾਰਾਜ ਕਿਵੇਂ ਕਹਿੰਦੇ ਉਹ ਵੀ ਸਾਡੀ ਭੈਣ ਸੀ ਬੰਦਗੀ ਬਣੀ ਸੀ ਰੋਜ਼ ਤੁਸੀਂ ਪੜ੍ਹਦੇ ਹੋ ਜਹ ਪੈਂਡੇ ਮਾਂ ਅੰਧ ਗਬਾਰਾ ਹਰ ਕਾ ਨਾਮ ਤਾਂ ਸੰਗ ਉਜਿਆਰਾ ਉਹ ਰੋਸ਼ਨੀ ਤੇ ਨਾਮ ਦੀ ਹੈ ਆ ਸੂਰਜ ਦੇ ਪਿੱਛੇ ਜਨਰੇਟਰ ਲੱਗਾ ਨਹੀਂ ਮਹਾਰਾਜ ਜੀ ਉਹਦੇ ਪਿੱਛੇ ਇੱਕ ਹੋਰ ਸੂਰਜ ਪਤਾ ਨਹੀਂ ਕਿਤਨੇ ਇੰਦ ਚੰਦ ਸੌਰ ਕੀਤੇ ਮੰਡਲ ਦੇ ਕਰੋੜਾਂ ਹੀ ਸੂਰਜ ਗੁਰੂ ਨਾਨਕ ਜੀ ਅੱਛਾ ਚਲੋ ਤੁਰੇ ਚਲੋ ਉਹਦੇ ਪਿੱਛੇ ਬੇਟਾ ਨਾਮ ਦੀ ਹੀ ਬਖਸ਼ਿਸ਼ ਹੈ ਨਾਮ ਦੀ ਹੀ ਰੋਸ਼ਨੀ ਹੈ ਦਿਨੇ ਵੀ ਨਾਮ ਦੀ ਹੈ ਅੰਦਰ ਵੀ ਨਾਮ ਦੀ ਰੋਸ਼ਨੀ ਹੈ ਪਰਲੋਕ ਨੂੰ ਜਾਈਏ ਤਾਂ ਵੀ ਹੈ ਤਾਂ ਹੀ ਤੈਨੂੰ ਕਿਹਾ ਸੀ ਨਾ ਸਾਡੀ ਕਿਤਾਬ ਨਾ ਪੜ੍ਹੀ ਮੈਂ ਕੱਲ੍ਹ ਬੇਨਤੀ ਕੀਤੀ ਸੀ ਕਿ ਸਾਡੇ ਦੇਸ਼ ਵਿੱਚ ਪ੍ਰਚਾਰਕਾਂ ਦਾ ਘਾਟਾ ਨਹੀਂ ਘਾਟਾ ਹੈ ਤੇ ਬੰਦਗੀ ਵਾਲਿਆਂ ਦਾ ਜੇ ਸਾਰੀ ਦੁਨੀਆ ਸੁਧਰ ਨਾ ਜਾਂਦੀ ਗੱਲਾਂ ਹੀ ਹੋਰ ਨੇ ਸੋ ਇਸ ਤਰ੍ਹਾਂ ਉਹ ਪੜ੍ਹਨ ਲੱਗ ਗਿਆ ਮਹਾਂਪੁਰਸ਼ਾਂ ਨੇ ਰੋਕਿਆ ਕਹਿੰਦੇ ਨਾ ਪੜ੍ਹ ਨਹੀਂ ਜੀ ਪੜ੍ਹ ਲੈਣ ਦਿਓ ਅੱਛਾ ਪੜ੍ਹ ਲੈ ਕੋਈ ਗੱਲ ਨਹੀਂ ਉਹਦੇ 'ਚ ਲਿਖਿਆ ਮਾਂ ਪਿਓ ਕੰਮ ਦੇ ਭੈਣ ਭਰਾ ਪੈਸੇ ਦੇ ਮਿੱਤਰ ਮੌਕੇ ਦਾ ਗੁਰੂ ਮਹਾਰਾਜ ਸਦਾ ਹੀ ਇਹ ਬਾਬਾ ਜੀ ਕੀ ਲਿਖਿਆ ਤੁਹਾਡੀ ਕਿਤਾਬ 'ਚ ਕਹਿੰਦੇ ਤੈਨੂੰ ਕਿਹਾ ਸੀ ਨਾ ਪੜ੍ਹ ਮੈਂ ਤੇ ਕਰਕੇ ਦੇਖਣਾ ਕਿ ਦੇਖ ਲੈ ਉਹ ਜਾ ਕੇ ਬਹਿ ਗਿਆ ਘਰ ਕਰਦਾ ਹੀ ਕੱਖ ਨਹੀਂ
ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਖਾਰਾ ਸਿਆਣਾ ਬਹੁਤਾ ਭਾਰ। ਜਿੰਨਾ ਕੋਈ ਘਰ 'ਚ ਸਿਆਣਾ, ਲੈ ਸਾਡਾ ਵੀ ਹਿਸਾਬ ਲਿਖੀ ਜਾ, ਗੁਆਂਢੀਆਂ ਦਾ ਵੀ ਲਿਖੀ ਜਾ। ਜਿਵੇਂ ਤੇ ਹੋਰ ਸਿਆਣਾ, ਸਾਰੇ ਪਿੰਡ ਦਾ ਬੋਝ ਚੁੱਕ ਲੈ। ਜਿਵੇਂ ਤੇ ਬੜਾ ਸਿਆਣਾ, ਸਾਰੇ ਇਲਾਕੇ ਦਾ ਬਣ ਜਾ ਠੇਕੇਦਾਰ, ਕਰੀ ਜਾ ਕੰਮ। ਜਿਵੇਂ ਤੇ ਹੋਰ ਸਿਆਣਾ, ਸਾਰੇ ਦੇਸ਼ ਦੀ ਜ਼ਿੰਮੇਵਾਰੀ ਲੈ ਲੈ। ਖਰਾ ਸਿਆਣਾ ਬਹੁਤਾ ਭਾਰ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿੰਨਾ ਬੰਦਾ ਸਿਆਣਾ ਉਹਨਾਂ ਉਹਦੇ ਤੇ ਬੋਝ। ਹੁਣ ਬਹਿ ਗਿਆ, ਕਹਿੰਦੇ ਮੈਂ ਤੇ ਬੁੱਧੂ ਹੀ ਹਾਂ। ਮਾਂ ਪਿਓ ਨੇ ਤੇ ਘਰੋਂ ਕੱਢਿਆ ਕੁੱਟ ਕੇ। ਕਹਿੰਦੇ ਮਰ ਚਲੇ, ਕੰਮ ਤੇ ਕਰਦਾ ਹੀ ਨਹੀਂ। ਵਾਕਈ ਬਈ ਪਹਿਲੀ ਗੱਲ ਤੇ ਠੀਕ ਹੈ। ਹੁਣ ਗਿਆ ਭੈਣ ਜਿੱਥੇ ਵਿਆਹੀ ਸੀ ਬਾਗ 'ਚ, ਨੌਕਰ ਨੂੰ ਵੀ ਤੇਰਾ ਭਰਾ ਆ, ਕੱਪੜੇ ਕਹਿੰਦੇ ਐਵੇਂ ਹੀ ਹੈ, ਪੈਰੋਂ ਨੰਗਾ ਐਵੇਂ ਜਿਹੀ ਹੈ, ਇਹ ਕੁਛ ਨਹੀਂ ਲੱਗਦਾ, ਦਫਾ ਜਿੱਧਰੋਂ ਆਏ। ਅੱਗੇ ਮੇਰੇ ਪਿਓ ਨੇ ਕੱਢਿਆ ਘਰੋਂ, ਚਲਾ ਗਿਆ। ਇੱਕ ਮਿੱਤਰ ਸੀ ਉੱਤੋਂ ਕਹਿੰਦਾ ਭਰਾਵਾ ਆਹ ਗੱਲ ਹੋਈ ਆ, ਮੈਂ ਰਹਿਣਾ ਹੀ ਤੇਰੇ ਕੋਲ। ਕਹਿੰਦਾ ਮੈਂ ਇਹ ਕਿਹਾ ਸੀ ਮੇਰੇ ਘਰ ਹੀ ਆ ਜਾ ਛੱਡ ਛਡਾ ਕੇ। ਮਿੱਤਰਤਾ ਹੀ ਹੁੰਦੀ ਕਿਤੇ ਰਾਹ ਖੇੜੇ ਦੀ। ਇੱਕ ਹੋਰ ਸੀ ਉਹਦੇ ਕੋਲ ਗਿਆ, ਉਸ ਸਮੇਂ ਦਾ ਸੱਚਾ ਮਿੱਤਰ ਸੀ। ਉਹ ਕਹਿੰਦਾ ਦੇਖ ਓਏ ਭਰਾਵਾ, ਮੇਰੀ 8 ਕਿੱਲੇ ਪੈਲੀ, ਜਿਨ੍ਹਾਂ ਦੀ ਨਹੀਂ ਹੁੰਦੀ ਕੋਈ ਰੱਬ ਰੋਟੀ ਨਹੀਂ ਦਿੰਦਾ। 4 ਤੇਰੀ 4 ਮੇਰੀ, ਇੱਥੇ ਰਹੋ ਤੂੰ ਮੇਰਾ ਭਰਾ ਹੈ। ਰਹਿਣ ਲੱਗ ਪਿਆ। ਟਿੱਬਾ ਹਲ ਬਣਾਉਂਦੇ ਕਿਰਾਇਆ, ਮਾਇਆ ਬੜੀ ਮਿਲੀ। ਬੇਨਤੀ ਹੈ ਮਾਇਆ ਧਰਤੀ ਵਿੱਚ ਕਿਤੇ ਵੀ ਨਹੀਂ, ਤੇ ਮਾਇਆ ਹਰ ਇੱਕ ਥਾਂ 'ਤੇ ਹੈ। ਮਾਇਆ ਇੱਕ ਕੁਦਰਤੀ ਕ੍ਰਿਸ਼ਮਾ ਹੈ। ਆਹ ਸਰੀਰ ਵੀ ਤੇ ਮਾਇਆ ਹੀ ਹੈ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ। 5 ਤੱਤ ਵੀ ਮਾਇਆ ਹੀ ਹੈ। ਜਿਹੜੀ ਚੀਜ਼ ਪਹਿਲਾਂ ਨਾ ਹੋਵੇ, ਫਿਰ ਨਾ ਹੋਵੇ, ਉਹਨੂੰ ਕਹਿੰਦੇ ਮਾਇਆ। ਮਾਇਆ ਕਿਸ ਨੂੰ ਆਖੀਏ ਕਿਆ, ਇਹ ਕਰਮ ਕਮਾਏ, ਸੁਖ ਦੁੱਖ ਜੀਉ ਬੰਧਾ ਵਿੱਚ ਹਉਮੈ ਕਰਮ ਕਮਾਏ ਕਹੀਏ ਮਾਇਆ। ਮਾਇਆ ਨਾਮ ਗਰਭ ਜੂਨ ਕਾ। ਗੁਰੂ ਹਰਗੋਬਿੰਦ ਮਹਾਰਾਜ ਜੀ ਕਸ਼ਮੀਰ ਆਏ, ਇੱਥੇ 4 ਪੀਰ ਮਿਲੇ। ਸੱਚੇ ਪਾਤਸ਼ਾਹ ਤੁਹਾਡਾ ਵਿਆਹ ਹੋਇਆ? ਮਹਾਰਾਜ ਜੀ ਕਹਿੰਦੇ ਹਾਂ। ਸਾਹਿਬਜ਼ਾਦੇ ਨੇ ਇੱਕ ਸਪੁੱਤਰੀ? ਕਹਿੰਦੇ ਹਾਂ। ਅੱਛਾ, ਤੇ ਇਹ ਫਿਰ ਕਿਵੇਂ ਜੀ? ਗੁਰੂ ਜੀ ਕਹਿਣ ਲੱਗੇ ਦੌਲਤ ਗੁਜਰਾਨ, ਇਸਤਰੀ ਅਮਾਨ, ਪੁੱਤਰ ਨਿਸ਼ਾਨ, ਕਰਨੀ ਪ੍ਰਦਾਨ, ਨਾ ਕੋਈ ਹਿੰਦੂ ਨਾ ਮੁਸਲਮਾਨ। ਪੀਰ ਜੀ ਕਹਿੰਦੇ ਠੀਕ ਹੈ ਮਹਾਰਾਜ, ਸਮਝ ਗਏ ਆ ਜੀ। ਉਹ ਹੁਣ ਮਾਇਆ ਲੈ ਕੇ ਘੋੜੇ 'ਤੇ ਲੱਦ ਕੇ ਤੇ ਬਾਗ 'ਚ ਆਇਆ। ਨੌਕਰ ਨੇ ਦੱਸਿਆ ਭੈਣ ਜੀ ਤੁਹਾਡਾ ਭਰਾ ਆ ਜਿਹੜਾ ਘਰੋਂ ਨਿਕਲਿਆ ਸੀ, 1.5 ਸਾਲ ਹੋ ਗਿਆ, ਤੇ ਉਹਦੇ ਕੋਲ ਕੀ ਹੈ, ਤਾਂ ਛੱਟਾਂ ਭਰੀ ਫਿਰਦਾ ਚਾਂਦੀ ਦੇ ਰੁਪਈਆਂ ਦੀਆਂ। ਗੁਆਂਢਣਾ ਇਕੱਠੀਆਂ ਕੀਤੀਆਂ, ਮੇਰਾ ਵੀਰ ਆ ਗਿਆ, ਧੱਕੇ ਨਾਲ ਹੀ ਲੈ ਗਏ ਘਰ। ਅਸੀਂ ਤੇ ਜਾਣ ਹੀ ਨਹੀਂ ਦੇਣਾ ਰਾਤ। ਸਵੇਰੇ ਚੱਲਣ ਲੱਗਾ ਤੇ ਨਿਆਣਿਆਂ ਨੂੰ ਪਹਿਲਾਂ ਹੀ ਪੜ੍ਹਾ ਦਿੱਤਾ। ਇਹ ਮਾਮਾ ਇਹੋ ਜਿਹਾ ਥੋੜ੍ਹੀ ਹੈ ਬੇਟਾ, ਮੈਨੂੰ ਤੁਸੀਂ ਮਾਂ ਕਹਿੰਦੇ ਹੋ, ਇਹਨੂੰ ਮਾਮਾ ਕਹਿੰਦੇ ਹੋ। 2 ਵਾਰੀ ਮਾਂ ਦਾ ਨਾਂ ਲਓ, ਮਾਂ ਤੇ ਮਾਮਾ ਬਣ ਗਿਆ। ਇਹ ਬਿਨਾਂ ਪੈਸੇ ਦਿੱਤੇ ਕਿਤੇ ਜਾਣ ਲੱਗੇ? ਕਿਉਂ ਖੋਤੇ ਦੇ ਦੁਆਲੇ ਦੁਆਲੇ ਫਿਰਦੇ ਹੋ? ਏਡਾ ਨਿਰਦਈ ਨਹੀਂ ਹੈ, ਇਹ ਤੁਹਾਨੂੰ ਬੜੇ ਦੇ ਕੇ ਜਾਏਗਾ। ਥੋੜ੍ਹਾ ਜਿਹਾ ਹੌਸਲਾ ਕਰੋ, ਮਤਲਬ ਦੇ ਕੁਛ। ਚਲੋ ਉਹਨੇ 10 20 ਦਿੱਤੇ, ਖਹਿੜਾ ਛਡਾਇਆ। ਘਰ ਗਿਆ ਤੇ ਮਾਂ ਪਿਓ ਬੱਲੇ, ਇਹਦੇ ਨਖੱਟੂ ਕੰਮ ਆ ਗਿਆ ਕਿ? ਉਹਨੇ ਕਿਹਾ ਵਾਕਿਆ ਹੀ ਠੀਕ ਹੈ। ਫਿਰ ਮਹਾਂਪੁਰਸ਼ਾਂ ਕੋਲ ਗਿਆ, ਫਿਰ ਉਹਨਾਂ ਰੱਬ ਦੀ ਗੱਲ ਸਮਝਾਈ। ਸਾਖੀ ਬੜੀ ਲੰਮੀ ਹੈ। ਉਹ ਰੋਈਆਂ ਜੰਗਲਾਂ 'ਚ ਜਾ ਕੇ ਇੱਕ ਮਹਾਨ ਰਿਖੀ ਤਪਸਵੀ ਬਣਿਆ। ਸੋ ਇਸ ਤਰ੍ਹਾਂ ਹੁਣ ਕੰਮਕਾਰ ਤੇ ਭਗਤ ਜੀ ਨੇ ਦਿੱਤਾ ਛੱਡ। ਚੰਗਾ ਨਹੀਂ ਲੱਗਦਾ ਘਰਦਿਆਂ ਨੂੰ। ਉਹ ਨਾਮ ਕਰਕੇ ਹੋਰ ਮਹਿਮਾ ਵੱਧ ਗਈ। ਹੋਰ ਦਿਨੋਂ ਦਿਨ ਜੋ ਬਚਨ ਕਰਨ ਚੱਲਦੇ ਜਿੰਨੇ ਬਨਾਰਸ ਦੇ ਵੱਡੇ ਵੱਡੇ ਵਿਦਵਾਨ ਬ੍ਰਾਹਮਣ ਪੰਡਤ ਪੱਤਰੀਆਂ ਫੋਲਣ ਵਾਲੇ ਸਾਰੇ ਹੀ ਉਲਟ ਕਹਿੰਦੇ ਸਾਡੇ ਤੇ ਰੁਜ਼ਗਾਰ ਮਾਰੇ ਗਏ। ਲੋਕੀ ਭਜਨ ਕਰਨ ਲੱਗ ਗਏ, ਵਾਹ ਟੇਵੇ ਛੇਵੇ ਲਾ ਕੇ ਲੁੱਟਦੇ ਸੀ ਇਹਨਾਂ ਨੂੰ। ਉਹਨਾਂ ਸੱਜਾ ਹੱਥ ਅੱਗੇ ਕਰਨਾ, ਉਹਨਾਂ ਦੱਸਣਾ। ਸੱਜੇ ਹੱਥ ਦੀਆਂ ਰੇਖਾ ਬਦਲਦੀਆਂ ਰਹਿੰਦੀਆਂ, ਕਈ ਵਾਰੀ ਹਫ਼ਤੇ 'ਚ 3 ਵਾਰੀ ਬਦਲਦੀਆਂ। ਖੱਬੇ ਦੀ ਬਦਲਦੀ ਨਹੀਂ, ਤਾਂ ਹੀ ਅੰਗੂਠਾ ਜਿਸਤਰੀ ਇਹਦੇ 'ਤੇ ਲਾਉਂਦੇ ਨੇ। ਮੱਥੇ ਦੀ ਵੀ ਘੱਟ ਬਦਲਦੀ। ਇਹਦੀ ਬੇਨਤੀ ਕੱਲ੍ਹ ਪਰਸੋਂ ਦੁਆਨ ਥੋੜ੍ਹੀ ਖੋਲ੍ਹ ਕੇ ਹੋਈ ਸੀ। ਹੁਣ ਕਾਜੀ ਮੁੱਲਾ ਮਲਾਣੇ ਜਿਹੜੇ ਉਹ ਮੰਤਰ ਤੰਤਰ ਮੰਤਰ ਕਰਦੇ ਸੀ, ਟੂਣੇ ਟੰਜਰ, ਉਹਨਾਂ ਦਾ ਵੀ ਰੁਜ਼ਗਾਰ ਬੰਦ। ਕਹਿੰਦੇ ਕਰੀਏ ਕੀ? ਬਰਨਾਸ ਤੋਂ ਬਾਹਰੋਂ ਰਾਹ ਭਰੇ ਆਉਂਦੇ ਨੇ, ਕਬੀਰ 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 ਕਬੀਰ। ਕਹਿੰਦੇ ਬੰਦਾ ਤਾਂ ਮਾਰਨਾ ਚਾਹੀਦਾ। ਹੁਣ ਪੰਡਤ ਤੇ ਸਲਾਮ ਵਾਲੇ ਇਕੱਠੇ ਹੋ ਗਏ, ਕਹਿੰਦੇ ਵੀ ਇਹਦਾ ਕੰਮ ਮੁਕਾਈਏ, ਸਾਡੇ ਤਾਂ ਰਿਹਾ ਕੱਖ ਨਹੀਂ, ਰੁਜ਼ਗਾਰ ਮਾਰੇ ਗਏ। ਕਹਿੰਦੇ ਫਿਰ ਜੇ ਇਹਨੂੰ ਹੱਥ ਪਾਇਆ ਇਹਦੇ ਪ੍ਰੇਮੀ ਬੜੇ,
ਬੰਦਾ ਤੇ ਇੱਕ ਵਿਗੜਿਆ ਨਹੀਂ ਸੰਭਾਲਿਆ ਜਾਂਦਾ, ਤਾਂ ਹਜ਼ਾਰਾਂ। ਕਹਿੰਦੇ ਕੋਈ ਨਹੀਂ, ਆਪਾਂ ਦਿੱਲੀ ਚੱਲਦੇ ਹੈਗੇ। 20 ਬ੍ਰਾਹਮਣ ਤੇ 20 ਇਸਲਾਮ ਵਾਲੇ, 40 ਬੰਦੇ ਦਿੱਲੀ ਚਲੇ ਗਏ। ਉੱਥੇ ਸਿਕੰਦਰ ਲੋਧੀ ਬਾਦਸ਼ਾਹ ਸੀ ਉਹਨਾਂ ਦਿਨਾਂ ਵਿੱਚ। 200 ਸਾਲ ਪਹਿਲਾਂ ਨਾਮਦੇਵ ਜੀ ਦੇ ਸਮੇਂ ਸਲੇਮ ਬਾਦਸ਼ਾਹ ਸੀ। ਉਦੋਂ ਸਿਕੰਦਰ ਲੋਧੀ, ਸਿਕੰਦਰ ਕਈ ਹੋਏ ਨੇ, ਇਹ ਰਾਜਾ ਸੀ ਚੱਕਰਵਰਤੀ। ਕਹਿੰਦੇ ਸਰਕਾਰ ਇੱਕ ਕਬੀਰ ਨਾਮ ਕਰਕੇ ਹੈ, ਵਕਤ ਪਾ ਦਿੱਤਾ ਇਲਾਕੇ 'ਚ, ਸਾਡਾ ਤਾਂ ਰਿਹਾ ਕੱਖ ਨਹੀਂ। ਇੰਨੇ ਦੁਖੀ ਹਾਂ, ਬੜੀਆਂ ਅਰਦਾਸਾਂ ਕਰਦੇ ਹਾਂ, ਹੇ ਅੱਲਾ, ਹੇ ਰਾਮ, ਇਹ ਮਰਜੇ ਮਰਦਾ ਹੀ ਨਹੀਂ, ਕਰੀਏ ਕੀ। ਬਟ ਪਬਲਿਕ ਦੁਖੀ ਹੋਵੇ। ਕਹਿੰਦੇ ਉੱਥੋਂ ਦਾ ਰਾਜਾ ਉਹਦੇ ਨਾਲ ਗੱਲ ਕਰਨੀ ਸੀ, ਉਹ ਵੀਰ ਸਿੰਘ ਬਘੇਲ, ਉਹ ਰਾਜਾ, ਉਹਦਾ ਚਰਨ ਝਾੜਦਾ ਉਹਦੇ, ਤੁਸੀਂ ਕੋਈ ਕਿਰਪਾ ਕਰੋ। ਕਹਿੰਦੇ ਦੇਖੋ ਮੈਂ ਜਾਣ ਵਾਸਤੇ ਤਿਆਰ ਹਾਂ, ਕੋਈ ਐਵੇਂ ਰੱਬ ਦਾ ਭਗਤ ਹੋਵੇ, ਮੈਂ ਹੱਥ ਨਹੀਂ ਚੁੱਕਣਾ, ਕੋਈ ਪੱਕੀ ਗਵਾਹੀ ਚਾਹੀਦੀ। ਕਹਿੰਦੇ ਉਹਦੀ ਮਾਂ ਹੀ ਹਾਜ਼ਰ ਕਰ ਦਾਂਗੇ, ਜੇ ਮਾਂ ਹੀ ਕਹਦੇ ਮਰਜੇ ਤੇ ਚੰਗਾ ਹੈ ਫਿਰ। ਕਹਿੰਦੇ ਫਿਰ ਮੈਂ ਵੀ ਥਾਂ ਮਾਰ ਕੇ ਆਉਂ, ਚਲੋ ਤੁਸੀਂ। ਇਹ ਤੇ ਆ ਗਏ ਬਨਾਰਸ। ਉਹਨੇ 20,000 ਫੌਜ ਦਿੱਲੀੋਂ ਤਿਆਰ ਕੀਤੀ। ਕਿੱਥੇ ਚੱਲ ਰਹੇ ਇਹ ਜੀ? ਕਬੀਰ ਜੀ ਨੂੰ ਮਾਰਨ ਵਾਸਤੇ। ਚਲੋ ਬਈ, ਤੇ ਥੋੜ੍ਹੇ ਬੰਦੇ ਲੈ ਜਾਣੇ ਸੀ। ਕਹਿੰਦੇ ਉਹਦੀ ਸੰਗਤ ਬੜੀ, ਸ਼ਰਧਾਲੂ ਬੜੇ, ਸਾਰੇ ਰੋਕਣੇ ਪੈਣੇ, ਘਰਾਂ 'ਚ ਬੜਾ ਪ੍ਰਬੰਧ ਕਰਨਾ ਪੈਣਾ। ਜਦੋਂ ਸਰਮੱਦ 'ਤੇ ਹੱਥ ਚੁੱਕਿਆ ਸੀ ਨਾ, ਦਿੱਲੀ ਤੋਂ 100 ਕਿਲੋਮੀਟਰ ਦੂਰ ਤੱਕ ਔਰੰਗਜ਼ੇਬ ਨੇ ਫੌਜ ਲਾਈ ਸੀ। ਇਹਨਾਂ ਲੋਕਾਂ ਨੂੰ ਕਿਤੇ ਹੱਥ ਪਾਉਣਾ ਖੇਡ ਨਹੀਂ ਹੈ, ਵਿਗੜ ਜੀ ਦੁਨੀਆ ਸਾਰੀ। ਹੁਣ ਫੌਜ ਚੱਲ ਪਈ, ਸਿਕੰਦਰ ਆਪ ਵੀ ਚੱਲ ਪਿਆ, ਬਨਾਰਸ ਆ ਗਿਆ, ਤੰਬੂ ਤੁੰਬੂ ਲਾਏ, ਫੌਜ ਨੂੰ ਕਹਿੰਦਾ ਸਾਰੇ ਬਨਾਰਸ ਦੇ ਦੁਆਲੇ ਘੇਰਾ ਪਾ ਲਓ, ਵੀਰ ਸਿੰਘ ਬਘੇਲ ਰਾਜੇ ਨੂੰ ਹਾਜ਼ਰ ਕਰੋ। ਕਹਿੰਦਾ ਸਰਕਾਰ ਹੁਕਮ। ਕਹਿੰਦੇ ਨਾਲੇ ਤੇ ਭਰਾਵਾ ਪਿਛਲੇ ਦੇ ਟੈਕਸ, ਤੇ ਆਪਣੇ ਕੋਲ ਫੌਜ ਕਿੰਨੀ ਹੈ? ਕਹਿੰਦੇ ਜੀ 10,000, ਇਹ ਵੀ ਘਰਾਂ ਚਲਾ ਦਿਓ। ਕੰਮ ਕੀ? ਕਹਿੰਦੇ ਕਬੀਰ ਨੂੰ ਥਾਂ ਮਾਰਨਾ। ਬੜਾ ਦੁਖੀ ਕੀਤਾ। ਹੁਣ ਅਗਲੇ ਦਿਨ ਰਾਜ ਦਰਬਾਰ ਲੱਗਾ, ਸਭਾ ਇਕੱਠੀ ਹੋਈ ਸਭਾ। ਕੀ ਕਰਨਾ ਚਾਹੀਦਾ? ਸਾਧ ਸੰਗਤ ਕੋਈ ਕੰਮ ਕਰਨਾ ਹੋਵੇ ਤੇ ਸਿੱਖਾਂ ਨੂੰ ਕੀ ਚਾਹੀਦਾ? ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਕਿੰਨੀ ਹੈ ਸਭਾ। ਮੈਂ ਥੋੜ੍ਹੀ ਜਿਹੀ ਅਰਜ਼ ਕਰਾਂ। ਗੁਰਸਭਾ ਇਹ ਵੀ ਨਾ ਪਾਈਏ, ਨਾ ਨੇੜੇ ਨਾ ਦੂਰ। ਗੁਰੂ ਦੀ ਸਭਾ ਜੇ ਗੁਰਦੁਆਰੇ ਜਾਈਏ ਹੀ ਨਾ ਤੇ ਤਾਂ ਵੀ ਗੱਲ ਨਹੀਂ ਬਣਦੀ, ਤੇ ਜੇ ਨੇੜੇ ਰਹਿ ਕੇ ਕੰਮ ਪੁੱਠੇ ਕਰੀਏ ਤੇ ਤਾਂ ਵੀ ਗੱਲ ਨਹੀਂ ਬਣਦੀ। ਗੁਰਸਭਾ, ਗੁਰੂ ਗ੍ਰੰਥ ਸਾਹਿਬ ਜੀ ਸਭਾ ਬੜੀਆਂ ਦੱਸਦੇ ਨੇ। ਗੁਰਸਭਾ ਇਹ ਵੀ ਨਾ ਪਾਈਏ, ਨਾ ਨੇੜੇ ਨਾ ਦੂਰ। ਦੂਸਰੀ ਹੈ ਸਾਧ ਸਭਾ, ਸਾਧ ਇਕੱਠੇ ਹੋ ਗਏ। ਕਹਿੰਦੇ ਕੀ ਕਰਨਾ ਚਾਹੀਦਾ? ਕਹਿੰਦੇ ਹੋਰ ਵੀ ਕਿਸੇ ਦੇ ਕੋਈ ਸੁਆਹ ਸੂ ਮਲੀਏ, ਉਹਨੂੰ ਵੀ ਕਹੀਏ ਚਿਮਟਾ ਫੜੋ ਮਿੰਟ ਰਹਿਣ, ਹੋਰ ਵੀ ਸਾਧ ਬਣਾਈਏ। ਜੇ ਆਪਾਂ ਮਰ ਗਏ ਤਾਂ ਸਾਧਾਂ ਦਾ ਤਾਂ ਕੰਮ ਹੀ ਮੁੱਕ ਜੂ, ਇਹੋ ਜਿਹਾ ਆਪਾਂ ਵੀ ਕਰੀਏ। ਹੁਣ ਤੀਸਰੀ ਹੈ ਸਿੱਧ ਸਭਾ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸਿੱਧ ਇਕੱਠੇ ਹੋ ਗਏ। ਕਹਿੰਦੇ ਆਪਾਂ ਅੱਜ ਇਕੱਠੇ ਹੋਏ ਹਾਂ ਬੜੇ। ਕਹਿੰਦੇ ਦੱਸੋ ਫਿਰ ਕੁਛ ਕਰੀਏ। ਕੀ ਕਰੀਏ? ਕਹਿੰਦੇ ਰਾਜੇ ਤੇ ਰਾਜਿਆਂ ਦੇ ਮੁੰਡਿਆਂ ਦੇ ਕੰਨ ਪਾੜ ਕੇ ਤੇ ਲੈ ਜਾਈਏ ਪਹਾੜਾਂ ਨੂੰ। ਬਹੁਤ ਅੱਛਾ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ। ਹੁਣ ਸੰਤ ਇਕੱਠੇ ਹੋ ਗਏ। ਕਹਿੰਦੇ ਸੰਤਾਂ ਦੀ ਸਭਾ ਵੀ ਕੀ ਕਰਨਾ ਚਾਹੀਦਾ? ਕਹਿੰਦੇ ਭਾਈ ਕਰਨਾ ਕੀ ਹੈ? ਵੇਖੋ ਕਿਹੜੇ ਇਲਾਕਾ ਜਿੱਥੇ ਲੋਕੀ ਨਾਮ ਨਹੀਂ ਜਪਦੇ, ਉਹਨਾਂ ਨੂੰ ਆਪਾਂ ਨਾਮ ਜਪਾਈਏ। ਸੰਤਾਂ ਦਾ ਕੰਮ ਆ ਹੀ ਹੈ, ਤਦੇ ਇਉਂ ਦੱਸਿਆ ਹੈ। ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾਤਾ ਮੁਕਤੀ ਦਾ। ਪਿਆਰੇ ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾਤਾ ਮੁਕਤੀ ਦਾ। ਪਿਆਰੇ ਸੰਤ ਜਪਾਉਂਦੇ ਤੇਰਾ ਨਾਮ, ਰਾਮ ਦਾਤਾ ਮੁਕਤੀ ਦਾ। ਜਪਾਉਂਦੇ ਤੇਰਾ ਨਾਮ, ਰਾਮ ਦਾਤਾ ਮੁਕਤੀ। कबीर सेवा को दो पले, एक संत राम जदाता।
सिद्ध सभा कर आसन बैठे संत सभा जयकारो। संत कहते बई नाम जपाइए। 5 छेवीं गुरु ग्रंथ साहिब जी कहते ने कि सिख इकट्ठे हो गए बड़े, कहते आपां भरावा कुदरती अज इकट्ठे हैं सारे, कुछ करना चाहिए। कहते पुछो गुरु ग्रंथ साहिब ने की करना चाहिए। सिख सभा दीखिया का पाओ। गुरु ग्रंथ साहिब जी कहते सिख हो गए इकट्ठे, कहते साडे इलाके च ते भरावा नगुरे बड़े, ते गुरु दीखिया इन्हां नूं मिलनी चाहिए है, इन्हां दा भी भला हो जे। सिख सभा दीखिया का पाओ। गुरु ग्रंथ साहिब जी कहते सिख होण ते इकट्ठे हो जाण ते करदे की ने, कहते कोई इहो जिहा समागम रखिए भी अंमृत छक लैण, इन गुरे किते गुरु वाले बन जाण। अगली सभा गुरु ग्रंथ साहिब दसदे ने दुष्ट इकट्ठे हो गए। दुष्ट सभा मिल मंत्र पकाया कर से औद कनेरी। कहते की करना चाहिए, आपां कुदरती अज इकट्ठे होए हैं। तो गुरु ग्रंथ साहिब जी कहते को कहण लगे ऐं करो, कोई वेखो नेड़े तेड़े कोई गुरुद्वारा तो नहीं बन लगा। कहते बन तो लगा है। कहते आपां ढक दईए जाके, ये आपां काम नहीं होण देना। जे बन गया धर्म प्रचार हो गया तो साडे ते पुट्ठे काम बंद हो जाने। इत्थे ते ठेका खुलना चाहिए सी कि गल ते भरावा ठीक, पर बंदे बड़े अगे होर तरह के ने, की करिए। कहते करना की है। दुष्ट सभा मिल मंत्र पकाया कर से औद कनेरी। कहते थां मारो, चंगा काम आपां कर नहीं देना, वो सानू दुष्ट कौन आखेगा। ये साध संगत जी 16 सभा ने। एक है देव सभा, इन्हां दे लैदा अर्थ ने। ये गुरु ग्रंथ साहिब विचों पढ़ के ते फिर बड़ियां सी सिंह सभा, मतलब गुरुद्वारियां दे प्रबंध कायम रखो। आपां अगे चलना है, लम्मियां गल्लां ने सभा दियां। इन्हां हुण सभा इकट्ठी कर लई। सिकंदर लोधी कहंदा भी लियाओ कबीर जी दी माता नूं पहलां लियाओ। माता आ गई, ये राजा आए। आहो माता जी राजा आए, बैठा बाबा। दसो माता जी ये कबीर तुहाडा ही मुंडा है? हाँ राजन अपना ही पुत्र है, बड़ा भैड़ा। अच्छा गल की है? कहते कोई काम नहीं करता, एक इन्हें गुरु बनाया, वो रहिंदा ही गंगा के कंढे ते मैं दसां सरकार ਉਹਦੇ ਕੋਲ 1000 ਮਣਕੇ ਦੀ ਮਾਲਾ। ਸਾਧ ਸੰਗ ਅੱਜ ਵੀ ਤੁਸੀਂ ਉੱਥੇ ਜਾਓ स्वामी रामानंद के आश्रम ते, उस माला के दर्शन कराए जाते 1000 मणके दी। ते मेरे मिंडे नूं दित्ती आ सरकार 108 मणके दी। राम 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 राम। माता जी 2 अखरां च गल दसो तुसीं चाहुंदे की है? मैं तो चाहुंदी हाँ 703 मुंडियां नूं खोए मुंडिया कि उन्हां मोए मर जांदा ते चंगा सी। उन्हां लिख लिया। हुण काजी मुल्ला मुलाणे ब्राह्मण सरकार लिख लो गवाही। फिर माँ तो आ चाहती है, वाकई बिगड़िया भाई ये बंदा, बड़ा वक्त पाया इलाके च। लिखो जी। वजीर ने लिख लिया कि इसनूं माँ की गवाही। हुण तुसीं दसो भाई टेवे लाउण वाले हो जिहड़े दिल्ली गए सी जी, असीं भी वो चाहुंदे जो माँ चाहुंदी। लिखो भाई ये मरना चाहिए। क्यों भाई काजी मुल्ला मलाने जी, जो इन्हां ब्राह्मणां ने आख्या साडे भी वो ही है जी। कहते लिखो जी ये भी चाहुंदे कबीर मर जाए। क्यों राजे एवें किसी को फायदे नहीं सी लाउंदे। फिर देखो काजी मुल्ला मुलाने शरा दूजा तीजा की। कहते ठीक है भाई मेरा वायदा रहा, मैं जाऊँ दिल्ली फिर पहला इहदा काम नबेड़ के। हुण तुसीं ऐं करो चप्पे चप्पे ते फौज ला दो, ना कोई बाहरों आवे ना कोई बनारस तो जावे ना कोई घरों बाहर निकले। तो हुण कबीर कित्थे है? कहते जी गंगा दे कंढे ते। कहते चलो 10-20 सिपाही लियाओ फड़ के। हुण कबीर जी कहते चलो जी सिकंदर आया। कहते मेरा राजे नाल की काम? नहीं कोई काम है वो फिर ही दसांगे, चलो। अच्छा कहते चलो। कबीर जी आ गए। वो राजा बैठा बड़ा उच्चे था, कबीर जी खड़े। कबीर तेरा नाम है? हाँ राजन मेरा ही नाम है। ठीक ठीक, बड़ा वक्त पाया है बनारस च। कबीर जी चुप। अच्छा एक गल दस, 7 सलामा मैनू करते ने? 7 नमस्कार नहीं की, सलाम नहीं की? कहते जी कीती है। किनू? कहते राजे नू।
ਕਿਹੜਾ ਰਾਜਾ ਜਿਹੜਾ ਮੈਨੂੰ ਨਹੀਂ ਦਿਸਦਾ ਤੇ ਤੈਨੂੰ ਦਿਸਦਾ? ਹਾਂ, ਮੈਂ ਜਿਹੜੇ ਰਾਜੇ ਨੂੰ ਕੀਤੀ ਹੈ ਉਹਨੇ ਬੜੇ ਬਣਾਏ ਨੇ, ਖਪਾਏ ਨੇ, ਬਣਾਏਗਾ, ਖਪਾਏਗਾ। ਕਬੀਰ ਭਗਤ ਜੀ ਸਿਕੰਦਰ ਲੋਧੀ ਦੇ ਸਾਹਮਣੇ ਇਉਂ ਬੋਲੇ, ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ ਓ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ, ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ। ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ ਓ, ਝੂਠੇ ਰਾਜੇ ਚਾਰ ਰੋਜ਼ ਦੇ, ਕੋਈ ਹਰੀ ਦੇ ਸਮਾਨ ਨਹੀਂ ਓ ਰਾਜਾ, ਝੂਠੇ ਰਾਜੇ ਚਾਰ ਰੋਜ਼ ਦੇ, ਸਮਾਨ ਨਹੀਂ ਓ ਰਾਜਾ। ਕੋਈ ਹਾਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਐਵੇਂ ਮੈਂ ਕਰਦੇ ਫਿਰਦੇ ਨੇ। ਝੱਟ ਬੋਲੇ ਕਾਜੀ ਮੁੱਲਾ ਮਲਾਣੇ, ਸਰਕਾਰ ਵੇਖ ਲਿਆ, ਇਹਨੂੰ ਤੇ ਤੁਹਾਡਾ ਵੀ ਡਰ ਨਹੀਂ। ਅੱਛਾ, ਕਹਿੰਦੇ ਤੁਸੀਂ ਚੁੱਪ ਕਰੋ, ਮੈਂ ਕਰਦਾ ਗੱਲ। ਕਹਿੰਦੇ ਕਬੀਰ ਗੱਲ ਇਸ ਤਰ੍ਹਾਂ ਹੈ, ਮੈਨੂੰ ਇਹ ਦੱਸ ਵੀ ਆਖਰੀ ਤੇਰਾ ਕੋਈ ਨਿਸ਼ਾਨਾ, ਕੋਈ ਸਿੱਟਾ ਜ਼ਿੰਦਗੀ ਦਾ ਕੀ ਹਿਸਾਬ ਕਿਤਾਬ ਹੈ? ਕਹਿੰਦੇ ਹਾਂ ਮੈਂ ਦੱਸ ਦਿੰਦਾ। ਦੱਸੋ ਫਿਰ। ਕਬੀਰ ਜੀ ਕਹਿਣ ਲੱਗੇ ਗੱਲ ਇਸ ਤਰ੍ਹਾਂ ਰਾਜਨ, ਧਿਆਨ ਨਾਲ ਸੁਣ। ਕਿ ਦੱਸੋ, ਮੈਂ ਸੁਣਦਾ ਵੀ ਕੀ ਅਸਲ ਗੱਲ ਕੀ ਹੈ? ਕਹਿੰਦੇ ਉਹ ਇਹ ਹੈ ਜੀ, ਪਹਿਲਾਂ ਗੱਲ ਇਹ ਦੱਸ ਵੀ ਕਾਜੀ ਮੁੱਲਾ ਮਲਾਣੇ ਤੇਰੇ ਵੈਰ ਕਿਉਂ ਪਏ ਨੇ? ਕਹਿੰਦੇ ਇਹਨਾਂ ਨੂੰ ਪੁੱਛੋ ਕਿਉਂ ਪਏ ਨੇ, ਮੈਂ ਤਾਂ ਕਦੀ ਕਿਸੇ ਨੂੰ ਫਿੱਟੇ ਮੂੰਹ ਨਹੀਂ ਆਖਿਆ, ਕੋਈ ਗੱਲ ਹੀ ਨਹੀਂ ਇਹਨਾਂ ਨੇ ਕੀਤੀ। ਇਹਨਾਂ ਨੂੰ ਪੁੱਛੋ ਇਹ ਬਾਹਮਣ ਸਾਰੇ ਬਨਾਰਸ ਦੇ ਤੇਰੇ ਦੁਸ਼ਮਣ ਕਿਉਂ ਬਣੇ ਨੇ? ਕਹਿੰਦੇ ਇਹਨਾਂ ਨੂੰ ਪੁੱਛੋ ਕਿਉਂ ਬਣੇ ਨੇ, ਮੈਂ ਤਾਂ ਕਦੀ ਕਿਸੇ ਨਾਲ ਕੋਈ ਗੱਲ ਹੀ ਨਹੀਂ ਕੀਤੀ। ਨਹੀਂ ਫੇਰ ਵੀ ਕੀ ਗਲਤੀ ਕਰਦੇ ਨੇ, ਕੀ ਕਰਦੇ ਨੇ? ਕਹਿੰਦੇ ਤੁਸੀਂ ਸੁਣਨਾ? ਹਾਂ ਦੱਸੋ ਭਗਤ ਜੀ। ਕਹਿੰਦੇ ਰਾਜਨ ਗੱਲ ਇਹ ਹੈ, ਬੁੱਤ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰਨਾਈ, ਓਏ ਲੈ ਜਾ ਰੇ ਓਏ ਲੈ ਗਾਡੇ, ਤੇਰੀ ਗੱਤ ਦੁਹੂ ਨਾ ਪਾਈ, ਮਨ ਰੇ ਸੰਸਾਰ ਅੰਧ ਗਹਿਰਾ, ਚੌਂ ਦਿਸ ਪਸਰੂ ਹੈ ਜਮ ਜੇਵਰਾ, ਕਿ ਬਿੱਤ ਪੜੇ ਪੜ ਕਵਤਾ ਮੂਏ, ਕਪੜ ਕੇ ਦਾਰਾ ਜਾਈ, ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗੱਤ ਇਨਹੂ ਨਾ ਪਾਈ, ਦਰਬ ਸੰਚ ਰਾਜੇ ਮੂਏ, ਗੱਡ ਲੈ ਕੰਚਨ ਭਾਰੀ, ਵੇਦ ਪੜੇ ਪੜ ਪੰਡਤ ਮੂਏ, ਰੂਪ ਦੇਖ ਦੇਖ ਨਾਰੀ, ਰਾਮ ਨਾਮ ਬਿਨ ਸਗਲ ਬਗੁੱਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹੇ ਉਪਦੇਸ਼ ਕਬੀਰਾ। ਆ ਸ਼ਬਦ ਪੜ੍ਹਨ ਦੀ ਢੇਰ ਸੀ, ਸਾਰੇ ਹੀ ਪੜ੍ਹ ਕੁੱਟੇ। ਵੇਖ ਲਿਆ ਸਰਕਾਰ, ਰਾਜੇ ਮਰ ਗਏ, ਹਿੰਦੂ ਮਰ ਗਏ, ਮੁਸਲਮਾਨ ਮਰ ਗਏ, ਇਹ ਇਕੱਲਾ ਹੀ ਰਹਿ ਗਿਆ ਜੀਂਦਾ। ਕਵਿਤਾ ਪੜ੍ਹਨ ਵਾਲੇ ਮਰ ਗਏ ਤੇ ਇਹਨੂੰ ਕਿਉਂ ਨਾ ਮਾਰ ਦਿੱਤਾ ਜਾਏ? ਰਾਜੇ ਨੂੰ ਚੜ੍ਹਿਆ ਗੁੱਸਾ, ਬਾਦਸ਼ਾਹ ਚੜ੍ਹਿਓ ਹੰਕਾਰ ਵਾਲੀ ਗੱਲ। ਜਿਵੇਂ ਨਾਮਦੇਵ ਜੀ ਨਾ ਦਿੱਲੀ ਗਏ, ਗੰਗਾ ਦੇ ਕੰਢੇ ਤੇ ਉੱਥੇ ਬ੍ਰਾਹਮਣ ਜਿਉਂਦਾ ਕਰ ਬੈਠੇ, ਹੁਕਮ ਤੇ ਮਹਾਰਾਜ ਦਾ ਸੀ, ਤੇ ਬੜੇ ਈਰਖਾ ਕੀਤੀ ਕਾਜੀ ਮੁੱਲਾ ਮਲਾਣੇ। ਕਹਿੰਦੇ ਸਲੇਮ ਬਾਦਸ਼ਾਹ ਸਰਕਾਰ, ਹਿੰਦੂਆਂ ਦਾ ਮੁੰਡਾ, ਛੋਟੀ ਉਮਰ ਦਾ, ਬੜੀ ਸ਼ਕਤੀ ਰੱਖਦਾ, ਮੁਰਦੇ ਜਿੰਦੇ ਕਰਦਾ, ਫਿਰ ਕਹਿੰਦੇ ਉਹਨੂੰ ਮੁਸਲਮਾਨ ਬਣਾਓ, ਤੇ ਜੇ ਨਾ ਬਣਿਆ ਥਾਂ ਮਾਰੋ ਇਹ ਜਿਹੇ ਬੰਦੇ ਨੂੰ।
ਇਹ ਗੁਰੂ ਨਾਨਕ ਜੀ ਨਾਲੋਂ 200 ਸਾਲ ਪਹਿਲਾਂ ਦੀ ਗੱਲ ਹੈ। ਸਾਰੇ ਸਵਾਲ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਦੱਸੇ ਹੋਏ ਨੇ। ਨਾਮਦੇਵ ਨੂੰ ਫੜ ਲਿਆ, ਹੱਥਾਂ ਨੂੰ ਹੱਥ ਕੜੀਆਂ, ਪੈਰਾਂ ਨੂੰ ਬੇੜੀਆਂ, ਸਲੇਮ ਬਾਦਸ਼ਾਹ ਦੇ ਸਾਹਮਣੇ ਲਿਆ ਬਿਠਾਇਆ, ਬੱਧਾ ਹੋਇਆ। ਨਾਮਦੇਵ ਤੇਰਾ ਨਾਂ ਹੈ? ਹਾਂਜੀ। ਮੁੰਡਾ ਜੀ ਦਾ ਕੀਤਾ ਸੀ ਬ੍ਰਾਹਮਣਾਂ ਦਾ? ਹਾਂ ਮਹਾਰਾਜ ਨੇ ਕੀਤਾ ਸੀ। ਕਹਿੰਦੇ ਸਾਡੀ ਮਰ ਗਈ ਕਪਲ ਗਾਈ, ਸਜਾਦੇ ਨੂੰ ਇਹਦਾ ਦੁੱਧ ਮਾਫਕ ਇਹ ਜੀਂਦੀ ਕਰ ਦੇ। ਉਹ ਤਾਂ ਮਹਾਰਾਜ ਦਾ ਹੁਕਮ ਹੋ ਗਿਆ ਸੀ, ਤੇ ਇੱਥੇ ਮਹਾਰਾਜ ਕੋਲੋਂ ਕਰਾ ਦੇ, ਮੈਂ ਥੋੜ੍ਹੀ ਕਹਿੰਦਾ ਤੂੰ ਕਰ ਦੇ। ਕਹਿੰਦੇ ਨਹੀਂ, ਇਹ ਨਹੀਂ ਹੋ ਸਕਦਾ। ਸਵਾਲ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦੇ ਨੇ। ਸੁਲਤਾਨ ਪੁੱਛੇ ਸੁਣ ਬੇਨਾਮਾ, ਬੇ ਮਤਲਬ ਉਰਦੂ, ਓਏ ਪੁੱਠਾ 'ਚ ਬੋਲਦਾ, ਜਿਵੇਂ ਕਿਸੇ ਨੂੰ ਕਹੀਏ ਨਾ ਓਏ, ਤੇ ਉਰਦੂ 'ਚ ਕਹਿੰਦੇ ਨੇ ਬੇ ਓਏ। ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੂੰ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੀ ਬਾਦਲਾ, ਦੇਖੂੰ ਹਾਂ ਤੇਰਾ ਬੀਠਲਾ। बिस्मिल गऊ देव जवाए, नाते गर्दन मारूं ठाए, बादशाह ऐसी क्यों होए, बिस्मिल किया न जीवै कोई। बादशाह चढ़े वो अहंकार, गज हस्ती दीनो चमकार, रुदन करे नामे की माए, छोड़ राम की न भजे खदाए। मां कहती है मार देना ही नहीं, तो फिर की करना चाहिए? बेटा अल्लाह अल्लाह करी जा, सब रब दे नाम ही ने। ਮਾਤਾ ਜੀ ਤੁਹਾਨੂੰ ਨਹੀਂ ਪਤਾ, ਧਰਮ ਛਡਾਉਣਾ ਚਾਹੁੰਦਾ ਧਰਮ, ਇਹ ਕਦੇ ਨਹੀਂ ਹੋ ਸਕਦਾ। ਮੈਂ ਮਾਤਾ ਜੀ ਅੱਲਾ ਦੇ ਉਲਟ ਨਹੀਂ, ਮੇਰੀ ਗੱਲ ਸਮਝੋ। ਕਰੀਮਾ ਰਹੀਮਾ ਅੱਲਾ ਤੂੰ ਗਨੀ, ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ, ਦਰਿਆ ਤੂੰ ਦਿਹਾਂਤ ਤੂੰ ਬਿਸਿਆਰ ਤੂੰ ਤਨੀ, ਦੇਲੇ ਏਕ ਤੂੰ ਦਿਗਰ ਕੋ ਨਹੀਂ, ਨਾਮੇ ਚ ਸੁਆਮੀ ਬਖਸ਼ਿੰਦ ਤੂੰ ਹਰੀ। ਮੈਂ ਅੱਲਾ ਦੇ ਉਲਟ ਨਹੀਂ, ਪਰ ਡੰਡੇ ਦੇ ਜ਼ੋਰ ਨਾਲ। ਗੁਰੂ ਨਾਨਕ ਜੀ ਨੇ ਕਿਹਾ ਸੀ ਕੁਰਸ਼ੇਤਰ ਨਾਨੂ, ਤਲਵਾਰਾਂ ਨਾਲ ਧਰਮ ਨਹੀਂ ਚੱਲਦੇ। ਇਹ ਯਾਦ ਰੱਖੋ। ਔਰੰਗਜ਼ੇਬ ਨੇ ਤਲਵਾਰ ਚੁੱਕੀ ਸੀ, ਚਲਾ ਲਿਆ ਧਰਮ। ਗੁਰੂ ਤੇਗ ਬਹਾਦਰ ਜੀ ਨੇ ਸਾਰੇ ਹਥਿਆਰ ਕੁੰਡੇ ਕਰ ਦਿੱਤੇ। ਕਹਿੰਦੇ ਤਲਵਾਰਾਂ ਨਾਲ ਧਰਮ ਨਹੀਂ ਚੱਲਦੇ, ਇਹ ਧੱਕੇ ਦਾ ਵਿਸ਼ਾ ਨਹੀਂ ਹੈ। ਸਗਲ ਧਰਮੇ ਸ੍ਰੇਸ਼ਟ ਧਰਮ, ਹਰ ਕਾ ਨਾਮ ਜਪ ਨਿਰਮਲ ਕਰਮ। ਮਾਤਾ ਜੀ ਧੱਕੇ ਨਾਲ ਇਹ ਆਪਣੇ ਇਸਲਾਮ ਵਿੱਚ ਲਿਆਏ, ਤਲਵਾਰਾਂ ਨਾਲ ਧਰਮ ਨਹੀਂ ਚੱਲਦੇ। ਕਹਿੰਦੀ ਬੇਟਾ ਤੈਨੂੰ ਮਾਰ ਦਊ। ਕਹਿੰਦੇ ਫਿਰ ਤੂੰ ਮੇਰੀ ਮਾਂ ਹੀ ਨਹੀਂ, ਜੇ ਕਿ ਤੂੰ ਮੈਨੂੰ ਕਹਿੰਦੀ ਮੁਸਲਮਾਨ ਹੋ ਜਾ। ਨਾ ਹੋ ਤੇਰਾ ਪੁੰਗੜਾ, ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋ ਹਰ ਗੁਣ ਗਾਏ। ਕਰਾ ਗੁਜਿੰਦ ਸੁੰਡ ਕੀ ਚੋਟ, ਨਾਮਾ ਉਬਰੇ ਹਰ ਕੀ ਓਟ। ਹਾਥੀ ਆਇਆ, ਮੱਥਾ ਟੇਕ ਕੇ ਚਲਾ ਗਿਆ। ਨਾਮਦੇਵ ਜੀ ਨੂੰ ਕੁਝ ਵੀ ਨਹੀਂ ਵਿਗਾੜ ਸਕਿਆ। ਹੁਣ ਸਵੇਰੇ ਸਾਰੇ ਦਿੱਲੀ ਦੇ ਸਿਆਣੇ ਸਿਆਣੇ ਇਕੱਠੇ ਹੋਏ। ਕਹਿੰਦੇ ਚਲੋ ਇਹ ਰਾਜਾ ਮੂੰਹ 'ਚ ਪਾ ਲੂਗਾ, ਖੱਚ ਲਿਆ, ਗੱਲ ਕਰਨੀ ਆਪਾਂ, ਬੰਦਾ ਹੀ ਹੈ। ਕਹਿੰਦੇ ਚਲੋ ਬਾਈ, ਚੱਲ ਪਏ। ਕਹਿੰਦੇ ਦੇਖੋ ਜੀ ਨਾਮਦੇਵ ਨੂੰ ਤਗਾਣੇ ਦੁੱਖ ਦੇ ਰਹੇ ਹੋ ਜੇਲ੍ਹ 'ਚ ਪਾ ਕੇ, ਛੱਡੋ ਇਹਨੂੰ। ਕਹਿੰਦੇ ਪਤਾ ਨਹੀਂ ਕੱਲ੍ਹ ਮੈਂ ਕਿਹਾ ਸੀ ਜਦੋਂ 7 ਕੜੀਆਂ ਦਿਨ ਚੜ੍ਹ ਜਾਏਗਾ ਤਾਂ ਸਿਰ ਹੀ ਵੱਢ ਦੇਣਾ ਨਾਮਦੇਵ ਦਾ, ਇਹਨੂੰ ਰਹਿਣ ਹੀ ਨਹੀਂ ਦੇਣਾ। ਆਖੇ ਨਹੀਂ ਲੱਗਦਾ ਕਿਉਂ ਮਾਰਨਾ? ਕਹਿੰਦੇ ਗਾਈ ਨਹੀਂ ਜਿੰਦੀ ਕਰਦਾ। ਚਲੋ ਜੇ ਨਾ ਕਰਦੇ ਰਹਿਣ ਦਿਓ। ਕਹਿੰਦੇ ਮੁਸਲਮਾਨ ਬਣ ਜਾਏ। ਕਹਿੰਦੇ ਸਰਕਾਰ ਤਲਵਾਰਾਂ ਨਾਲ ਧਰਮ ਨਹੀਂ ਚੱਲਦੇ, ਧੱਕੇ ਨਾਲ ਧਰਮ ਨਹੀਂ ਚੱਲਦੇ, ਇਹ ਪਿਆਰ ਦਾ ਵਿਸ਼ਾ ਹੈ। ਕਹਿੰਦਾ ਮੈਂ ਤਾਂ ਫਿਰ ਇਹਨੂੰ ਅੱਜ ਲੈ ਆਉਣਾ ਇਸ ਗੱਲ 'ਚ। ਕਹਿੰਦੇ ਉਹ ਤੁਹਾਡੀ ਮਰਜ਼ੀ। ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਕਹਿਣ ਲੱਗੇ, ਉਹ ਕਹਿੰਦਾ ਦੇਖੋ ਕਾਜੀ ਮੁੱਲਾ ਕਰੇ ਸਲਾਮ, ਇਨ ਹਿੰਦੂ ਮੇਰਾ ਮਲੀਆ ਮਾਨ। ਉਹ ਕਾਜੀ ਮੁੱਲਾ ਸੱਤ ਸੱਤ ਸਲਾਮਾਂ ਕਰਨ, ਇੱਕ ਹੀ ਹਿੰਦੂਆਂ ਦਾ ਮੁੰਡਾ ਨਾ ਮੇਰੇ ਆਖੇ ਲੱਗੇ। ਚੱਕਰਵਰਤੀ ਰਾਜਾ ਹੈ ਹਿੰਦੁਸਤਾਨ ਦਾ। ਕਹਿੰਦੇ ਸਰਕਾਰ ਗੱਲ ਸੁਣੋ। ਬਾਦਸ਼ਾਹ ਬੇਨਤੀ ਸੁਨੇਹੋ, ਨਾਮੇ ਸਰਵਰ ਸੋਨਾ ਲਿਓ। ਸੋਨਾ ਲੈ ਲਓ, ਤੋੜ ਕੇ ਛੱਡੋ ਇਹਨੂੰ। ਕਹਿੰਦੇ ਤੁਸੀਂ ਤਾਂ ਮੈਨੂੰ ਠਾਗੀ ਸਮਝਦੇ ਹੋ। ਮਾਰ ਲਿਓ ਤਾਂ ਦੋਜਕ ਪਰੋਂ, ਦੀਨ ਛੋੜ ਦੁਨੀਆ ਕਿਉਂ ਪਰੋਂ। ਸੋਨਾ ਲੈ ਕੇ ਮੈਂ ਨਰਕ 'ਚ ਜਾਣਾ। ਇੱਕ ਨਾ ਹੀ ਚੁੱਪ ਰਿਹਾ। ਕਹਿੰਦੇ ਭਗਤ ਨੂੰ ਮਾਰ ਕੇ ਸਵਰਗ 'ਚ ਚੱਲੇ। ਕਹਿੰਦਾ ਨਹੀਂ, ਇਹ ਉਹ ਤੇਰੇ ਨਾਲ ਵੀ ਨਿਬੜਦਾ, ਪਹਿਲਾਂ ਇਹਨੂੰ ਨਿਬੇੜ ਲਈਏ। ਹੁਣ ਚਲੇ ਗਏ ਨਾਮਦੇਵ ਕੋਲ। ਕਹਿੰਦੇ ਉਹ ਨਹੀਂ ਮੰਨਦਾ, ਬੜਾ ਹੰਕਾਰੀ ਹੈ ਸਲੇਮ ਬਾਦਸ਼ਾਹ। ਕਹਿੰਦੇ ਮੈਂ ਤੁਹਾਨੂੰ ਕਿਹਾ ਸੀ ਰਾਜੇ ਕੋਲ ਜਾਓ, ਜੋ ਹੁੰਦਾ ਹੁਣ ਦੋ। ਪਾਵੋ ਬੇੜੀ ਹਾਥੋਂ ਤਾਲ, ਨਾਮ ਗਾਵੇ ਗੁਣ ਗੋਪਾਲ। 7 ਕੜੀ ਜਦ ਬੀਤੀ ਸੁਣੀ, 7.5 ਕੜੀਆਂ ਤੇ ਸਿਰ ਲਾਉਣਾ ਸੀ, ਅੱਧੀ ਕੜੀ ਬਾਕੀ ਰਹਿ ਗਈ। ਤਰਾਸ ਤਰਾਸ ਕਰਦੀ ਹੈ ਦਿੱਲੀ। 7 ਕੜੀ ਜਦ ਬੀਤੀ ਸੁਣੀ, ਅਜੇ ਨਾ ਆਇਓ ਤੇਰੇ ਪਵਨ ਤਣੀ। ਕਹਿੰਦੇ ਰੱਬ ਆਇਆ ਨਹੀਂ, ਗਾਈ ਜਿੰਦੀ ਹੋਈ ਨਹੀਂ,
ਤੇ ਰਾਜੇ ਨੇ ਕਹਿੰਦੇ ਕਿਰਪਾਨ ਲੈ ਕੇ ਆਉਣ ਲੱਗਾ, ਮਿੰਟ ਤੇ ਰਹਿ ਗਏ 12:30, ਮਾਰ ਦੇਣਾ ਉਹਨੇ। ਕਹਿੰਦਾ ਤਿਆਰੀ ਕਰੋ, ਖੁੱਲੀ ਗਰਾਊਂਡ ਵਿੱਚ ਨਾਮਦੇਵ ਨੂੰ ਲਿਆਓ, ਮੈਂ ਆਪਣੀ ਹੱਥੀਂ ਇਹਦਾ ਸਿਰ ਲਾਉਣਾ। ਦੇਖੋ ਕਿੰਨਾ ਇਤਿਹਾਸ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਥੋੜਾ ਜਿਹਾ ਟਾਈਮ ਰਹਿ ਗਿਆ, 7 ਘੜੀ ਜਦ ਬੀਤੀ ਸੁਣੀ, ਅਜੇ ਨ ਆਇਓ ਤਰਹਿ ਪਵਨ ਤਣੀ, ਪਖੰਤਨ ਬਾਜ ਬਜਾਇਲਾ, ਗਰੜ ਚੜ ਗੋਬਿੰਦ ਆਇਲਾ। ਮਹਾਰਾਜ ਆ ਗਏ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜ ਆਏ ਗੋਪਾਲ, ਕਹੇ ਤਾਂ ਤਰਨ ਕੋਡੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ। ਨਾਮਦੇਵ ਮੇਰੇ ਭਗਤ ਨੂੰ ਦੁੱਖ ਦੇਣ ਟਕੇ ਦੇ ਰਾਜੇ, ਇੱਕ ਵਾਰੀ ਕਹਿ ਦੇ ਨਾ ਤੇ ਮੈਂ ਧਰਤੀ ਟੇਢੀ ਕਰਦਾ, ਰਿੜ ਕੇ ਮਰ ਜਣ ਸਾਰੇ। ਨਹੀਂ ਮਹਾਰਾਜ, ਪੁੱਠੀ ਕਰ ਦਿਓ। ਨਾਮਦੇਵ ਨੂੰ ਰੱਬ ਇਹੋ ਪੁੱਛਦਾ ਹੈ, ਧਰਤੀ ਪਲਟਾ ਦਿਆਂ ਕਹਿ ਦੇ ਜੇ ਨਾਮਿਆ ਮੈਨੂੰ, 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 ਕਹਿ ਦੇ ਜੇ ਤਾਂ ਲੇਕਰ ਉੱਪਰ ਧਰੂੰ, ਪੁੱਠੀ ਕਰਦਿਆਂ ਮਰ ਜਣ ਸਾਰੇ ਹੀ। ਮਹਾਰਾਜ ਨਾ, ਰਾਜੇ ਦੀ ਮੱਤ ਮਾਰੀ, ਕਾਜੀ ਮੁੱਲਾ ਮੁਲਾਣੇ ਨਾ, ਸੱਚੇ ਪਾਤਸ਼ਾਹ ਖੇਡ ਬਣਾਈ ਹੈ ਤੁਸੀਂ, ਬਣੀ ਰਹਿਣ ਦਿਓ, ਇਸ ਤਰ੍ਹਾਂ ਨਾ ਕਰੋ। ਕਹਿੰਦੇ ਅੱਛਾ, ਦੁੱਖ ਬੜਾ ਦਿੱਤਾ ਮੇਰੇ ਭਗਤ ਨੂੰ, ਦੇਖਿਆ ਨਹੀਂ ਜਾ ਰਿਹਾ। ਐਸਾ ਤਦੇ ਹੀ ਪੜ੍ਹਦੇ ਹਨ, ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ, ਜਿਵੇਂ ਮਾਵਾਂ ਨੂੰ ਨੇ ਪੁੱਤਰ ਪਿਆਰੇ ਰੱਬ ਨੂੰ, ਕਈ ਵਾਰੀ ਐਸਾ ਹੁੰਦਾ ਹੈ, ਕੋਈ ਸਿਮਰਨ ਕਰਨਾ ਸ਼ੁਰੂ ਕਰਦਾ ਹੈ, ਉਹਦੇ ਕੋਲ ਛੋਟੀਆਂ ਛੋਟੀਆਂ ਸ਼ਕਤੀਆਂ ਆ ਜਾਂਦੀਆਂ। ਜਦੋਂ ਸੰਗਤ ਵਿੱਚ ਆਉਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦਾ ਹੈ, ਫਿਰ ਦੇਖਦਾ ਗੁਰੂ ਨਾਨਕ ਜੀ ਦੀ ਗੋਦ ਵਿੱਚ ਇਹੋ ਜਿਹੇ ਭਗਤ ਬੈਠੇ ਨੇ, ਧਰਤੀ ਪਲਟਣ ਦੀ ਤਾਕਤ ਰੱਖਦੇ ਨੇ, ਫਿਰ ਕੁਛ ਨਹੀਂ ਕਹਿ ਰਹੇ, ਤੇਰੇ ਕੋਲ ਤਾਂ ਜੇ ਕੁਝ ਵੀ ਨਹੀਂ, ਨਿੱਕੀਆਂ ਨਿੱਕੀਆਂ ਸ਼ਕਤੀਆਂ। ਧਰਤੀ ਕਹੇ ਤਾਂ ਤਰਨ ਕੋਟੀ ਕਰੂੰ, ਕਹੇ ਤਾਂ ਲੇਕਰ ਉੱਪਰ ਧਰੂੰ। ਨਾ ਮਹਾਰਾਜ ਨਾ, ਇਹ ਸ੍ਰਿਸ਼ਟੀ ਖਤਮ ਹੋ ਜਾਏ, ਇਸ ਤਰ੍ਹਾਂ ਨਹੀਂ ਹੈ। ਅੱਛਾ, ਕਹੇ ਤਾਂ ਮੋਈ ਗਊ ਦਿਉ ਜਵਾਏ, ਸਭ ਕੁਝ ਦੇਖਿਆ ਪਤੇ ਆ। ਮਹਾਰਾਜ ਗਾਈ ਜਿੰਦੀ ਕਰੋ, ਆਪਾਂ ਚੱਲੀਏ, ਦਿੱਲੀ ਰਹਿਣਾ ਹੀ ਨਹੀਂ, ਈਰਖਾ ਹੈ, ਕੀ ਲੈਣਾ ਹੈ, ਚੱਲੀਏ। ਕਹਿੰਦੇ ਚੱਲ ਫਿਰ ਕੰਨ ਹਿਲਾ ਦੇ। ਨਾਮੇ ਪ੍ਰਣਵੇਂ ਸੇਲ ਮਸੀਲ ਦਾ ਅਰਥ ਹੈ ਗੁਪਤ ਗੱਲ ਹੋ ਰਹੀ ਹੈ, ਰੱਬ ਕਿਸੇ ਨੂੰ ਨਜ਼ਰ ਨਹੀਂ ਆ ਰਿਹਾ, ਪਰ ਨਾਮਦੇਵ ਨਾਲ ਗੱਲਬਾਤ ਹੋ ਰਹੀ। ਰੱਬ ਸਾਰਾ ਹੀ ਹੈ, ਨਾਮਦੇਵ ਜੀ ਦੀ ਬੰਦਗੀ ਜਿਹਦੀ ਹੋਏਗੀ ਉਹਦੇ ਨਾਲ ਨਾਮਦੇਵ ਵਾਂਗੂ ਹੀ ਗੱਲਾਂ ਕਰੇਗਾ, ਰੱਬ ਦੂਰ ਨਹੀਂ। ਕਹਿੰਦੇ ਜਾ ਹਿਲਾ ਦੇ ਕੰਨ। ਨਾਮੇ ਪ੍ਰਣਵੇਂ ਸੇਲ ਮਸੇਲ, ਗਾਉ ਧੋਈ ਬਸ਼ਰਾ ਮੇਲ, दूध दोई जा मटकी बैरी ले, बादशाह के आगे तरी, बादशाह महल में जाए,
ਆਵ ਕਟ ਕੀ ਕੱਟ ਲੱਗ ਗਈ ਐ ਲੱਗਾ ਤੜਫਣ ਰਾਜਾ ਮਰ ਗਿਆ ਹੋਏ ਢਿੱਡ ਪੀੜ ਪੈ ਗਈ। ਕਾਜੀ ਮੁੱਲਾ ਬੁਲਾਣੇ ਬੜੇ ਮੰਤਰ ਪੜ੍ਹਦੇ ਨੇ ਜੜੀਆਂ ਬੂਟੀਆਂ ਕੋਈ ਵੀ ਅਸਰ ਨਹੀਂ ਕਰਦੀ ਨਾ ਜਾਨ ਨਿਕਲਦੀ ਹੈ ਤੇ ਨਾ ਰਾਜੇ ਨੂੰ ਆਰਾਮ ਹੀ ਆ ਰਿਹਾ ਹੈ। ਸੰਤਾਂ ਨਾਲ ਵੈਰ ਕਮਾਉਂਦੇ ਸੰਤਾਂ ਨਾਲ ਵੈਰ ਕਮਾਉਂਦੇ ਨਾਲ ਦੁਸ਼ਟਾਂ ਮੋਹ ਪਿਆਰ ਆਗੇ ਪਾਛੇ ਸੁਖ ਨਹੀਂ ਸੁਖ ਨਹੀਂ ਆਗੇ ਪਾਛੇ ਸੁਖ ਨਹੀਂ ਮਰ ਜਮ ਵਾਰੋ ਵਾਰ ਕ੍ਰਿਸ਼ਨ ਕਦੇ ਨਾ ਭੁਜਈ ਮੁਝੇ ਕ੍ਰਿਸ਼ਨ ਕਦੇ ਨਾ ਪੁਜਾਈ ਦੁਬਦਾ ਹਾਏ ਕੁਵਾਰ ਕਾਲੇ ਤਿੰਨਾ ਨਿੰਦਕਾ ਨਿੰਦਕਾ ਮੂੰਹ ਕਾਲੇ ਸਿੱਧ ਸਤੇ ਦਰਬਾਰ ਨਾਨਕ ਨਾਮ ਵਿਹੂਣਿਆ ਵੀ ਨਾਨਕ ਨਾਮ ਨਾ ਹੋਰ ਇਹੋ ਜੀ ਢਿੱਡ ਪੀੜ ਪਈ ਹੁਣ ਕੋਈ ਪੈਸਾ ਕੰਮ ਨਹੀਂ ਦੇ ਰਿਹਾ ਕੋਈ ਫੌਜ ਕੰਮ ਨਹੀਂ ਦੇ ਰਹੀ। ਕਹਿਣ ਲੱਗਾ ਕਾਜੀ ਮੁੱਲਾ ਮਲਾੜੇ ਨੂੰ ਜਾਓ ਨਾਮਦੇਵ ਕੋਲ ਕਿੱਥੇ ਹੈ ਕਹਿੰਦੇ ਨਦੀ ਦੇ ਕੰਢੇ ਚਲਾ ਗਿਆ। ਜਾਓ ਹੱਥ ਜੋੜ ਜੋੜ ਕੇ ਬੇਨਤੀ ਕਰੋ ਜਿਵੇਂ ਵੀ ਹੋ ਸਕਦਾ ਇੱਕ ਵਾਰੀ ਲੈ ਕੇ ਆਓ। ਕਾਜੀ ਮੁੱਲਾ ਬੇਨਤੀ ਫਰਮਾਏ ਬਖਸ਼ੀ ਹਿੰਦੂ ਮੈਂ ਤੇਰੀ ਗਾਏ। ਜਾਓ ਚਲੇ ਗਏ ਬੇਨਤੀ ਕਰਦੇ ਨੇ। ਨਾਮਦੇਵ ਜੀ ਆ ਗਏ ਮਾੜਾ ਜਿਹਾ ਹੱਥ ਰੱਖਿਆ ਮੱਥੇ ਤੇ शाह दर्दा बंद नामा कह सुनो बादशाह इन किस पतिया मुझे दिखाए इस पति का ए प्रवाण सातशील चालो सुल्तान मिले हिंदू सब नामे पे जाए जो अब की बार न जीवे गाए तो नामे का पति आ जाए। नामे की कृत रही संसार भक्त जना को लेत उधार पार सगल क्लेश नंदक पाया खेद नामे न रहन नाही भेद। तदई इयों दसिया है हर जुग जुग भगत उपाय पैज रखदा हर नाकस दुष्ट हर प्रहलाद हंकारियां निंदका पिठ दे ਸਾਰੇ ਆਨੰਦ ਬੈਠ ਗਏ हंकारियां निंदका ਬੈਠ ਗਏ नाम दियो मुख ਲਾਇਆ जन नानक ऐसा हर सेविया सेविया नानक ਐਸਾ ਹਰ ਸੇਵਿਆ अंत ले ਛਡਾਇਆ ਲੈ ਛਡਾਇਆ अंत ले ਛਡਾਇਆ ਲੈ ਛਡਾਇਆ ਇਸ ਦੌਰਾਨ ਭਗਤ ਕਬੀਰ ਜੀ ਬਾਰੇ ਬੇਨਤੀ ਹੋ ਰਹੀ ਸੀ। ਕਹਿਣ ਲੱਗੇ ਫੜੋ ਹੱਥਾਂ ਨੂੰ ਹੱਥ ਕੜੀਆਂ ਪੈਰਾਂ ਨੂੰ ਬੇੜੀਆਂ ਗੰਗਾ 'ਚ ਰੋੜ ਕੇ ਆਓ। ਲੈ ਗਏ ਬੇੜੀ ਤੇ ਜਦੋਂ ਗੰਗਾ ਦੇ ਮੱਧ 'ਚ ਚਲੇ ਗਏ ਸੰਗਲਾਂ ਨਾਲ ਬੱਧਾ ਕਬੀਰ ਜੀ ਨੂੰ ਉਲਟ ਦਿੱਤਾ ਮਰਜੀ ਰੁੜ ਕੇ ਆਪੇ। ਬੇੜੀ ਵਾਲੇ ਬਾਅਦ 'ਚ ਆਏ ना कोई संगल ना कोई बंधन गंगा की लहर मेरी टूटी जंजीर मिर्गशाला पर बैठे कबीर। मरिया नहीं वो तो फिर बह गया चौकड़ा मार के उत्थे। वो सरकार कोई मंत्र सिद्ध कीता है पानी च ना डुबण वाला। कहते फिर लियाओ फड़ के हत्थां नूं हत्थ कड़ियां पैरों बेड़ियां कहते देखो जाना इनू मार के ही है हुण की होना चाहिए। कहते इनू जहर दे दो होर की होना चाहिए। सापा मुके वो पानी च घोल के पिया दिता। कहते मरिया ही नहीं की होना चाहिए। कहते भी हाथी लियाओ तो उत्ते चढ़ा दो चारे पैर। हाथी आ गया। कबीर जी देख के कहते क्या अपराध संत है कीना बांध फुट कुंचर को दीना की बिगाड़िया मैं तुहाडा। हाथी ने मत्था टेकिया ते गया।
ਕਹਿੰਦੇ ਜੀ ਇਹਨੂੰ ਜਾਨਵਰਾਂ ਨਹੀਂ ਜੇ ਮਾਰਨਾ। ਫਿਰ ਕਹਿੰਦੇ ਜੀ ਫੌਜ ਨੂੰ ਆਖੋ ਕਿਰਪਾਨਾਂ ਨਾਲ ਵੱਢਣ। ਬੰਨ ਰਿਹਾ ਰੁੱਖ ਦੇ ਨਾਲ ਕਿਰਪਾਨਾਂ ਨਾਲ 4 ਸਫੇਰੇ, ਕੋਈ ਵੀ ਨਹੀਂ ਵੱਜਦੀ। ਮਰਿਆ ਨਹੀਂ? ਕਹਿੰਦੇ ਨਹੀਂ ਸਰਕਾਰ ਜੀ, ਇਸ ਤਰ੍ਹਾਂ ਕਰੋ ਇਹਨੂੰ ਫਿਰ ਬੰਨੋ। 4 ਸਫੇਰੇ ਕੋਠਿਆਂ ਤੋਂ ਮੀਂਹ ਬਰਸਾ ਦਿਓ ਤੀਰਾਂ ਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕੇ ਕੀਜੈ। ਇਹਦਾ ਇਹ ਅਰਥ ਹੈ, ਲੱਖ ਬਾਂਹ ਦਾ 50,000 ਬੰਦਾ ਬਣਦਾ ਹੈ। 50,000 ਬੰਦਾ ਵੀ ਦੁਸ਼ਮਣ ਬਣ ਜਾਏ ਉਹਦਾ ਕੁਝ ਵੀ ਨਹੀਂ ਕੋਈ ਵਿਗਾੜ ਸਕਦਾ। ਲੱਖ ਬਾਹੇ 50,000 ਬੰਦਾ, ਤੀਰ ਮੀਂਹ ਵਾਂਗੂ ਪੈ ਰਹੇ ਨੇ, ਕੁਛ ਵੀ ਨਹੀਂ। ਮਰਿਆ ਨਹੀਂ? ਕਹਿੰਦੇ ਨਹੀਂ ਮਰਿਆ। ਦੁਸ਼ਟ ਇਕੱਠੇ ਹੋ ਗਏ। ਕਹਿੰਦੀ ਐਂ ਕਰੋ ਜੀ ਸਰਕਾਰ, ਅਸੀਂ ਇੱਕ ਢੰਗ ਦੱਸਦੇ। ਕਹਿੰਦੇ ਦੱਸੋ। ਮਰਨਾ ਚਾਹੀਦਾ ਜੀ, ਸੁੱਕੜਾ ਲੱਕੜਾਂ ਕਰਕੇ ਨਾ ਇਕੱਠੀਆਂ ਨੂੰ ਸਾੜ ਕੇ ਹੀ ਮਾਰ ਦੋ। ਅੱਗ 'ਚ ਕੀ ਕਰ ਲਏਗਾ? ਕਹਿੰਦੇ ਵਾਹ ਬਈ ਵਾਹ, ਆਹ ਢੰਗ ਬੜਾ ਵਧੀਆ। ਸਭ ਤੋਂ ਪਹਿਲਾਂ ਬ੍ਰਾਹਮਣਾਂ ਨੇ ਲਿਆਂਦੀਆਂ। ਬੜੇ ਦੁਖੀ ਸੀ ਵਿਚਾਰੇ, ਟੇਵੇ ਟੂਵੇ ਬੰਦ ਸੀ ਉਹਨਾਂ ਦੇ, ਉਹ ਦੂਜੇ ਕੰਮ ਬੰਦ ਸੀ ਕਾਜੀ ਮੁੱਲਾਂ ਦੇ, ਰੁਜ਼ਗਾਰ ਮਾਰੇ ਗਏ। ਇਸ ਕਰਕੇ ਇਹਦਾ ਕੰਮ ਨਿਬੇੜੋ। ਲੱਕੜਾਂ ਦਾ ਲਾ ਕੇ ਢੇਰ ਵਿੱਚ ਬਿਠਾ ਕੇ 4 ਸਫੇਰੇ ਅੱਗ ਲਾ ਦਿੱਤੀ। ਹੁਣ ਬੜਾ ਸਖਤ ਪੈਰ ਬਲਦੀ ਰਹੀ 7 ਦਿਨ। ਕਹਿੰਦੇ ਮਰ ਗਿਆ? ਕਹਿੰਦੇ ਹੱਡੀ ਵੀ ਨਹੀਂ ਲੱਭੀ ਹੋਣੀ, ਮਰ ਤੇ ਕਿਤੇ ਰ ਸੜ ਗਿਆ ਸਾਰਾ ਕੁਝ। ਕਹਿੰਦੇ ਸਵਾਹ ਦੀ ਢੇਰੀ ਫੋਲੋ, ਕੋਈ ਕਬੀਰ ਦੀ ਹੱਡੀ ਤੇ ਨਹੀਂ ਰਹਿ ਗਈ। ਤੇ ਕਬੀਰ ਜੀ ਕੀ ਆਖਦੇ ਨੇ, ਆਪੇ ਪਾਵਕ ਆਪੇ ਪਵਨਾ, ਜਾਰੇ ਖਸਮ ਤਰਾਖੇ ਕਵਨਾ। ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼, ਚਬਾਰੇ 'ਚ ਅੱਗ ਲੱਗੀ ਹੋਈ ਹੈ ਦਿੱਲੀ। ਆਪ ਜੀ ਪੁਲਿਸ ਵਿੱਚ ਸੀ, ਸਿਮਰਨ ਵਾਲੀ ਆਤਮਾ ਸੀ। ਬਲਦੀ ਅੱਗ 'ਚ ਬੱਚਾ ਚੁੱਕ ਕੇ ਲਓ ਮਾਤਾ ਜੀ, ਕੁਝ ਵੀ ਨਹੀਂ ਅੱਗ ਨੇ ਵਿਗਾੜਿਆ। ਇਹ ਦੇਵਤੇ ਹੀ ਨੇ, ਮਹਾਰਾਜ ਦੇ ਆਖੇ ਲੱਗਦੇ ਨੇ, ਕੁਛ ਨਹੀਂ। ਸਾਡੇ ਪਿੰਡ ਮਹਾਂਪੁਰਸ਼ ਹੁੰਦੇ ਸੀ ਤੇ ਉਹ ਆਪਣਾ ਪਿੰਡ ਸੀ ਮਨਿਆਰ ਖੇੜਾ ਤੇ ਨਦੀ ਸੀ ਨਾਲ। 18 ਕਿੱਲੇ ਜ਼ਮੀਨ ਖੋਰੀ ਪਈ ਸੀ, ਗੰਨਾ ਪੱਤੀ। ਉਹਨਾਂ ਦੇ 5 ਰੁਪਈਏ ਵਿੱਚ ਰਹਿ ਗਏ। 4 ਸਫੇਰੇ ਅੱਗ ਲਾ ਦਿੱਤੀ ਵੀ ਸੜ ਜੇ ਵਾਹੁਣੀ ਹੈ। ਮੈਨੂੰ ਕਹਿੰਦੇ ਬੇਟਾ ਚੁੱਕ ਲਿਆ 5 ਰੁਪਈਏ। ਬਾਪੂ ਜੀ ਅੱਗ ਲਾ ਦਿੱਤੀ। ਕਹਿੰਦੇ ਉਹਨੂੰ ਨਹੀਂ ਲੱਗਣੀ, ਸਾਰਾ ਪਲਾਟ 18 ਕਿੱਲੇ ਦਾ ਸੜ ਗਿਆ। ਉਹ ਇੱਕ ਪੰਡ ਖੋਰੀ ਦੀ ਪਈ ਦੇ ਉੱਤੇ 5 ਰੁਪਈਏ ਪਏ। ਮੈਂ ਆਪ ਚੁੱਕ ਕੇ ਸੰਤਾਂ ਨੂੰ ਫੜਾਏ। ਸੈਂਕੜੇ ਪ੍ਰਮਾਣ, ਇੱਕ ਨਹੀਂ ਹੈ, ਕੁਝ ਨਹੀਂ ਹੁੰਦਾ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਹੁਣ ਕਬੀਰ ਜੀ ਚੰਗੇ ਭਲੇ ਤਾਂ ਬੜਾ ਕੋਈ ਗੱਲ ਹੀ ਨਹੀਂ। ਕਹਿੰਦੇ ਸੜਿਆ ਨਹੀਂ ਜੇ, ਇਹਨੇ ਜੀ ਕੋਈ ਕੀਤਾ ਹੋਣਾ ਅੱਗ ਦਾ। ਹੁਣ ਕਰੀਏ ਕੀ, ਮਰਦਾ ਹੀ ਨਹੀਂ। ਕਹਿੰਦੇ ਦੇਖੋ ਸਲਾਹ ਕਰੋ, ਛੱਡਣਾ ਮਾਰ ਕੇ ਹੀ। ਪ੍ਰਹਲਾਦ ਦੇ ਪਿੱਛੇ ਪੈ ਗਿਆ ਉਹਦਾ ਪਿਓ। ਕਈ ਵਾਰੀ ਕਈ ਲੋਕ ਇਹੋ ਜਿਹੀਆਂ ਗੱਲਾਂ ਕਰਦੇ ਨੇ, ਪੁੱਤ ਕਪੁੱਤ ਹੋ ਜਾਂਦੇ ਨੇ, ਮਾਪੇ ਕਮਾਪੇ ਨਹੀਂ ਹੁੰਦੇ। ਹੋਏ ਪ੍ਰਹਲਾਦ ਦੇ ਕਿ ਨਹੀਂ ਹੋਏ? ਥਾਂ ਮਾਰਨ ਤੱਕ ਗਿਆ ਹਰਨਾਕਸ਼। ਕਦੇ ਪਹਾੜਾਂ ਤੋਂ ਸੁੱਟੇ, ਕਦੇ ਸ਼ੇਰਾਂ ਅੱਗੇ ਪਾਏ, ਕਦੇ ਪ੍ਰਹਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ, ਸੱਪਾਂ ਅੱਗੇ ਪਾਏ। ਦਰਵਾਜ਼ਾ ਖੋਲ੍ਹਿਆ, ਸੱਪਾਂ ਨੂੰ ਹੁਕਮ ਹੋ ਗਿਆ ਲੜਨਾ ਨਹੀਂ ਹੈ। ਜ਼ਹਿਰ ਪਿਆ, ਕੁਝ ਵੀ ਨਾ ਹੋਇਆ। ਹੁਣ ਕਹਿੰਦੇ ਇਹਨੂੰ ਨਾ ਤੀਰਾਂ ਨਾ ਮਾਰੋ, ਨਹੀਂ ਮਰਿਆ। ਕਹਿੰਦੇ ਅੱਗ 'ਚ ਸਾੜੋ। ਉਹ ਜਿਹੜੀ ਉਹਦੀ ਭੂਆ ਸੀ ਨਾ ਲੋਲਕਾਂ, ਉਹ ਕਹਿੰਦੀ ਮੈਂ ਵੇਦ ਮੰਤਰ ਪੜ੍ਹਦੀ। ਵੇਦ ਮੰਤਰ ਸਿੱਧ ਕਰਦੇ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ, ਜਿਵੇਂ ਪਾਂਡਵਾਂ ਨੇ ਦੁਆਪਰ 'ਚ ਕੀਤਾ। ਭੀਮ ਜੀ ਨੇ ਤਾਂ ਹਾਥੀ ਫੜ ਫੜ ਕਾਸ਼ ਵਿੱਚ ਸੁੱਟੇ। ਬੜੀ ਇਹਨਾਂ 'ਚ ਸ਼ਕਤੀ ਹੁੰਦੀ ਵੇਦ ਮੰਤਰਾਂ 'ਚ। ਉੱਥੇ ਹਰਿਆਣੇ ਵਿੱਚ ਜਗ੍ਹਾ ਹੈ ਸਪੈਦੋ ਮੰਡੀ ਸਰਪ ਦਮਨ, ਰਾਜਾ ਜਨਮੇਜਾ ਉਹ ਸਾਪੀ ਮੰਤਰਾਂ ਨਾਲ, ਵੇਦ ਮੰਤਰਾਂ ਨਾਲ ਇਕੱਠੇ ਕਰ ਕਰ ਸਾੜੀ ਜਾਂਦਾ ਸੀ। ਇਹ ਲਮੇਰੀ ਕਥਾ 10ਵੇਂ ਗ੍ਰੰਥ ਵਿੱਚ ਹੈ, ਅਸ਼ਾਰੇ ਮਾਤਰ ਗੱਲ। ਬੜਾ ਇੱਕ ਵਾਰੀ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਜੀ ਹੁਣ ਵੇਦ ਮੰਤਰਾਂ 'ਚ ਸ਼ਕਤੀ ਨਹੀਂ? ਗੁਰੂ ਜੀ ਕਹਿੰਦੇ ਹੈ, ਪਰ ਪੜ੍ਹਨ ਵਾਲੇ ਨਹੀਂ ਉਹੋ ਜਿਹੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਖਾਲਸਾ ਜੀ ਸਾਡੇ ਦੇਸ਼ ਵਿੱਚ ਰਾਜਾ ਆਨੰਦ ਹੋਇਆ, ਉਹਨੇ ਕਿਤਾਬਾਂ ਛਪਾ ਦਿੱਤੀਆਂ, ਵਿਦਵਾਨਾਂ ਨੂੰ ਰੁਪਈਏ ਦੇ ਦੇ ਕੇ ਪੁੱਠੀਆਂ। ਅੱਜ ਕੱਲ੍ਹ ਵੀ ਬੜੀਆਂ ਛਪ ਰਹੀਆਂ ਨੇ, ਪਾਠ ਨਾ ਕਰੋ, ਬਾਣੀ ਨਾ ਪੜ੍ਹੋ, ਗੁਰਦੁਆਰੇ ਨਾ ਜਾਓ, ਐ ਨਾ ਕਰੋ, ਐ ਨਾ ਕਰੋ, ਐ ਨਾ ਕਰੋ। ਬੜੀਆਂ ਲੋਭੀ ਛਾਪ ਰਹੇ ਨੇ। ਅਤੇ ਉਹਦੇ ਵਿੱਚ ਲਿਖਿਆ ਵੀ ਬੱਚੇ ਦਾ ਜਨਮ ਹੋਵੇ ਸਾਰਾ ਟੱਬਰ ਸਿਰ ਮਨਾਓ, ਮਰ ਜੇ ਕੋ ਬੁੱਢਾ ਤਾਂ ਮਨਾਓ। ਮਤਲਬ ਕੇਸ ਨਹੀਂ ਹੋਣੇ ਚਾਹੀਦੇ। ਸਾਰਿਆਂ ਦੇ ਹੁੰਦੇ ਸੀ, ਰਾਮ ਕ੍ਰਿਸ਼ਨ ਰਿਸ਼ੀ ਮੁਨੀ ਸਾਰਿਆਂ ਦੇ।
500 ਪੰਡਤ ਗੁਰੂ ਤੇਗ ਬਹਾਦਰ ਜੀ ਕੋਲ ਆਇਆ, ਸਾਰਿਆਂ ਪੱਗਾਂ ਬੱਧੀਆਂ, ਕੇਸ। ਕਹਿੰਦੇ ਫਿਰ ਉਹਨਾਂ ਦਾ ਉਹ ਮੰਤਰ, ਵੇਦ ਮੰਤਰ ਪੜ੍ਹ ਕੇ ਉਹਦਾ ਰਾਜ ਗੱਦੀ ਲਾ ਦਿੰਦੇ ਸੀ। ਉਹਨੇ ਕਿਹਾ ਹੁਣ ਆਰਾਮ ਨਾਲ 14 ਪੀੜ੍ਹੀਆਂ ਰਾਜ ਕੀਤਾ ਰਾਜੇ ਨੰਦ ਨੇ ਆਪਣੇ ਦੇਸ਼ ਵਿੱਚ। ਫਿਰ ਮਹਾਰਾਜ ਇਹ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ? ਕਹਿੰਦੇ ਗੁਰਬਾਣੀ ਪੜ੍ਹੋ ਕੇਸ ਰੱਖ ਕੇ, ਪਰ ਵੇਖੋ ਨਾਮ ਦੀਆਂ ਬਖਸ਼ਿਸ਼ਾਂ। ਸਿਰ ਮਨਾ ਕੇ ਜਿੰਨੀ ਮਰਜ਼ੀ ਪੜ੍ਹੀ ਜੋ, ਕੁਛ ਨਹੀਂ ਜੀ ਅਸਰ ਹੋਣਾ। ਖੁੱਲ੍ਹੇ ਟਾਈਮ ਕਿਸੇ ਨੇ ਵਿਚਾਰ ਕਰ ਲਈ ਤਾਂ ਭਾਵੇਂ ਸਾਰਾ ਦਿਨ ਲੱਗੇ ਰਹੋ। ਮੈਂ ਥੋੜ੍ਹੇ ਅੱਖਰਾਂ 'ਚ ਬੇਨਤੀ ਕਰਾਂ, ਮਹਾਰਾਜ ਕਹਿੰਦੇ ਕੇਸ ਰੱਖੋ, ਤੇ ਫਿਰ ਬਾਣੀ ਦੀ ਸ਼ਕਤੀ ਤੇ ਸੰਭਾਲੀ ਨਹੀਂ ਜਾਂਦੀ। ਬੜੀਆਂ ਬਖਸ਼ਿਸ਼ਾਂ, ਕੇਸ ਰੱਖੋ। ਮੁੜ ਉਸੇ ਤਰ੍ਹਾਂ ਉਹ ਵੇਦ ਮੰਤਰ, ਉਹ ਫਿਰ ਅਸਰ ਨਾ ਰਿਹਾ, ਗੱਲਾਂ ਹੋਰ ਦੀਆਂ ਹੋਰ ਹੋ ਗਈਆਂ। ਫਿਰ ਗਾਂ ਬੜੇ ਬੜੇ ਸਿਆਣੇ ਪੰਡਤ ਆ ਗਏ, ਉਹ ਕਹਿੰਦੇ ਦੇਵੀ ਨੂੰ ਮੰਨੋ, ਅੰਨੇ ਘੋੜੇ ਨੂੰ ਮੰਨੋ, ਉਹਨੂੰ ਮੰਨੋ। ਉਹ ਰੱਬ ਪਾਸੇ ਕਰ ਦਿੱਤਾ। ਕੋਈ ਮਾਂ ਹੋਵੇ ਨਾ ਚਲਾਕ, ਤੇ ਨਿਆਣੇ ਨੂੰ ਖੇਡਣ ਨਾਲ ਲਾ ਦਿੰਦੀ, ਤੂੰ ਹਾਥੀ ਆ, ਘੋੜੇ ਆ, ਵੇਖ ਕਿਵੇਂ ਲੱਕੜ ਦੇ। ਉਹ ਨਿਆਣਾ ਖੇਡਦਾ ਰਹਿੰਦਾ। ਸਾਡੇ ਦੇਸ਼ ਵਿੱਚ ਜਿਨ੍ਹਾਂ ਨੇ ਕੁਝ ਕਰਨਾ ਸੀ, ਉਹਨਾਂ ਨੂੰ ਇੰਨਾ ਹੀ ਪਿੱਛੇ ਲਾ ਛੱਡਿਆ। ਗੁਰੂ ਨਾਨਕ ਜੀ ਪ੍ਰਗਟ ਹੋਏ, ਵਾਹਿਗੁਰੂ ਕਹਿੰਦੇ ਖੇਡਾਂ 'ਚ ਲੱਗੇ ਬੱਚੇ ਤੁਸੀਂ, ਦੇਵੀ ਦੇਵਾ ਪੂਜੇ ਭਾਈ, ਕਿਆ ਮੰਗੇ ਕਿਆ ਦੇ। ਤੁਹਾਨੂੰ ਤਾਂ ਇਹਨਾਂ ਨੇ ਖੇਡਾਂ 'ਚ ਲਾ ਛੱਡਿਆ। ਤੁਸੀਂ ਪਛਾਣੋ, ਅਕਲ ਕਰੋ, ਲੰਮਾ ਸੋਚੋ, ਸਿਮਰਨ ਕਰੋ, ਬੰਦਗੀ ਕਰੋ, ਰਹਿਤ ਮੇਰਾ ਦਾ ਬਚਾਓ। ਸੋ ਇਸ ਤਰ੍ਹਾਂ ਵਿਚਾਰ ਹੋ ਰਹੀ ਸੀ। ਹੁਣ ਇਕੱਠੇ ਹੋਏ, ਕਹਿੰਦੇ ਜੀ ਇਹ ਮਰਦਾ ਨਹੀਂ। ਰਾਜਾ ਕਹਿੰਦਾ ਵੀ ਜਾਣਾ ਮਰ ਕੇ ਹੀ ਹੈ। ਇੱਕ ਸਭਾ ਵਿੱਚ ਬ੍ਰਾਹਮਣ ਪੰਡਤ ਜੀ ਉੱਠਿਆ, ਕਹਿੰਦਾ ਸਰਕਾਰ ਮੈਂ ਬੇਨਤੀ ਕਰਾਂ, ਇੱਕ ਗੱਲ ਸੁਝੀਏ, ਸਾਰੀ ਰਾਤ ਸੋਚ ਸੋਚ ਕੇ ਕਬੀਰ ਮਰ ਜਾਏਗਾ। ਕਿ ਦੱਸੋ ਭਾਈ। ਹੁਣ ਪ੍ਰਹਲਾਦ ਨੂੰ ਜਿਵੇਂ ਅੱਗ ਵਿੱਚ ਸਾੜਿਆ, ਵੇਦ ਮੰਤਰ ਉਹਦੀ ਭੂਆ ਪੜ੍ਹਦੀ ਰਹੀ, ਤੇ ਜਦੋਂ ਅੱਗ ਕੋਈ ਚਾਦਰ ਚੁੱਦਰ ਨਹੀਂ ਸੀ, ਉਹ ਥੱਲੇ ਵਿਲਡ ਹੋ ਗਈ, ਉੱਤੇ ਪਈ। ਤੇ ਬੜੀਆਂ ਗੱਲਾਂ ਬਣਾਉਂਦੇ ਨੇ, ਚਾਦਰ ਪੈ ਗਈ ਤੇ ਉਹ ਵਿਲਡ ਹੋ ਗਈ ਸੀ, ਥੱਲੇ ਰਹਿ ਗਈ ਹੋਣੀ, ਫਿਰ ਸੜ ਗਿਆ ਹੋਣਾ ਪ੍ਰਹਲਾਦ। ਗੱਲ ਇਹ ਸੀ ਕਿ ਜਿਹੜੇ ਰਾਜੇ ਦੇ ਨੌਕਰ ਸੀ, ਉਹ ਕਹਿੰਦਾ ਪ੍ਰਹਲਾਦ ਸੜਿਆ ਨਹੀਂ ਜੀ, ਚਾਦਰ ਪੈ ਗਈ। ਖਹਿੜਾ ਛਡਾਇਆ ਉਹਨਾਂ ਨੌਕਰਾਂ ਨੇ। ਵਿਚਾਰ ਕਰੋ, ਕੋਈ ਚਾਦਰ ਨਹੀਂ। ਹੁਣ ਪ੍ਰਹਲਾਦ 9 ਸਾਲ ਦਾ, ਭੈਣ ਉਹਦੀ 7 ਸਾਲ ਦੀ, ਉਹ ਉੱਚੀ ਉੱਚੀ ਰੋਵੇ। ਹਰਨਾਕਸ਼ ਕਹਿੰਦਾ ਬਿਟੀਆ ਕਿਉਂ ਰੋਤੀ ਹੈ? ਹਿੰਦੀ ਬੋਲਦਾ ਸੀ, ਕਿਉਂ ਰੋਤੀ ਹੈ? ਕਹਿੰਦੀ ਪਿਤਾ ਜੀ ਮੇਰੇ ਵੀਰ ਨੇ ਵਿਗਾੜਿਆ ਕੀ ਹੈ, ਪਹਿਲਾਂ ਇਹ ਦੱਸ, ਕੀ ਕੀਤਾ ਤੇਰਾ ਨੁਕਸਾਨ? ਸ਼ਰਮ ਨਹੀਂ ਆਉਂਦੀ, ਅੱਗ ਚਲਾ ਕੇ ਸਾੜ ਰਿਹਾ। ਉਹਨੇ ਚੁੱਕ ਕੇ ਉਹਨੂੰ ਵਿੱਚੇ ਹੀ ਸਾੜ ਦਿੱਤਾ। ਉਹਦੇ ਤੋਂ ਲੋਹੜੀ ਚੱਲ ਪਈ, ਭੂਆ ਤੋਂ ਹੋਲੀ ਚੱਲ ਪਈ। ਉਹਦਾ ਨਾਂ ਸੀ ਭੈਣ ਦਾ ਲੋਲਕਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਆਏ। ਕਹਿੰਦੇ ਖਾਲਸਾ ਜੀ ਤੁਸੀਂ ਲੋਹੜੀ ਨਹੀਂ ਮਨਾਉਣੀ। ਉੱਥੇ ਰਾਮਗੜ੍ਹ ਜਿੱਥੇ ਆਪਣੇ ਦੇਸ਼ ਦੀ ਫੌਜ ਹੈ ਨਾ, ਦੀਵਾਨ ਚੱਲਦੇ ਸੀ, 4-5 ਸਾਲ ਹੋ ਗਏ ਬਿਹਾਰ। ਤੇ ਕੁਦਰਤੀ ਉਸ ਦਿਨ ਲੋਹੜੀ ਦਾ ਤਿਉਹਾਰ ਸੀ। ਉਹਨਾਂ ਲਾ ਲਿਆ ਸਿੱਖਾਂ ਨੇ ਨਾ, ਜਿਹੜਾ ਆਵੇ 10 ਕਿਲੋ ਰੋੜੀਆਂ ਲਈ ਆਵੇ। ਗੁਰੂ ਗ੍ਰੰਥ ਸਾਹਿਬ ਦਾ ਗਿਆ 3 ਕੁਆਂਟਲ ਲਾ ਢੇਰ ਦਿੱਤੇ। ਮੈਂ ਕਿਹਾ ਇਹ ਕੀ ਕਰਦੇ ਹੁੰਦੇ ਹੋ ਗੁਰਮੁਖੋ? ਇਹ ਜੀ ਅੱਜ ਲੋਹੜੀ ਹੈ। ਮੈਂ ਗੁਰੂ ਮਹਾਰਾਜ ਨੇ ਰੋਕਿਆ ਕਿ ਮੇਰਾ ਸਿੱਖ ਲੋਹੜੀ ਨਹੀਂ ਮਨਾਏਗਾ। ਤੇ ਆਹ ਰੋੜੀ ਪ੍ਰਸ਼ਾਦ ਨਹੀਂ। ਜੇ ਗੁਰੂ ਘਰ ਵਿੱਚ ਪ੍ਰਵਾਨ ਕਿਸੇ ਨਿਆਣੇ ਦੇ ਗਲ 'ਚ ਫਸ ਗਿਆ ਨਾ ਤਿਲਾਂ ਵਾਲਾ, ਤੇ ਮਰ ਜੂ। ਇਹ 10ਵੇਂ ਮਹਾਰਾਜ ਨੇ ਕਿਹਾ ਹੈ ਕਿ ਰੋੜੀ ਦਾ ਪ੍ਰਸ਼ਾਦ ਜਿਹੜਾ ਤਿਲਾਂ ਗੁੜ ਨੂੰ ਆਏ, ਗੁਰਦੁਆਰੇ ਆਉਣਾ ਹੀ ਨਹੀਂ ਚਾਹੀਦਾ। ਕਹਿੰਦੇ ਅੱਜ ਤੋਂ ਨਹੀਂ ਆਏਗਾ, ਸਾਨੂੰ ਮਰਿਆਦਾ ਦਾ ਪਤਾ ਹੀ ਨਹੀਂ ਸੀ, ਤੁਸੀਂ ਦੱਸ ਦਿੱਤਾ, ਠੀਕ ਹੈ ਜੀ। ਹੁਣ ਇੰਨਾ ਕੁਝ ਪ੍ਰਹਲਾਦ ਨਾ ਕੀਤਾ। ਜਦੋਂ ਨੌਕਰਾਂ ਨੇ ਦੱਸਿਆ ਜੀ ਚਾਦਰ ਪੈ ਗਈ, ਤਾਂ ਕਹਿੰਦੇ ਫਿਰ ਲੋਹੇ ਦਾ ਥੰਮ ਗਰਮ ਕਰੋ, ਇਹਦੇ ਤੇ ਚਾਦਰ ਨਹੀਂ ਨਾ ਪਏਗੀ। ਜਦੋਂ ਚੰਗੀ ਤਰ੍ਹਾਂ ਹੋ ਗਿਆ ਨਾ ਲਾਲ, ਬਾਂਹ ਤੋਂ ਲਿਆ ਫੜ, ਖੱਬੇ ਹੱਥ ਨਾਲ ਦੋਵੇਂ ਹੱਥ ਫੜ ਲਏ। ਕਾਰ ਖੜਕ ਸਤ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ? ਤੇਰਾ ਮਾਲਕ ਕੌਣ ਹੈ? ਨਾ ਸੜਨ ਦਿੰਦਾ, ਨਾ ਮਰਨ ਦਿੰਦਾ, ਨਾ ਰੁੜਨ ਦਿੰਦਾ, ਨਾ ਤੂੰ ਜ਼ਹਿਰ ਖਾ ਕੇ ਮਰਿਆ। ਪਿਤਾ ਜੀ ਉਹ ਬੜਾ ਸਮਰੱਥ ਹੈ। ਉਹ ਕਿੱਥੇ ਰਹਿੰਦਾ? ਉਹ ਸਾਰਾ ਹੀ ਪੂਰਨ ਹੈ। ਅੱਛਾ, ਆ ਥੰਮ ਵਿੱਚ ਵੀ ਹੈ? ਹਾਂ ਪਿਤਾ ਜੀ ਇਹਦੇ ਵਿੱਚ ਵੀ ਹੈ, ਜਲੇ ਹਰੀ ਥੱਲੇ ਹਰੀ, ਸਾਰਿਆਂ 'ਚ ਹੀ ਹੈ, ਕੋਈ ਜਗ੍ਹਾ ਨਹੀਂ ਖਾਲੀ। ਉਹ ਅੱਗੇ ਪੈ ਗਈ ਸੀ ਚਾਦਰ। ਮੈਨੂੰ ਦੱਸਿਆ ਸੀ ਮੇਰੇ ਨੌਕਰਾਂ ਨੇ, ਮੇਰੇ ਸਾਹਮਣੇ ਫੜ ਥੰਮ ਨੂੰ। ਉਹ ਜਾ ਕੇ ਜੱਫੀ ਪਾ ਲਈ। ਅੱਜ ਕੱਲ੍ਹ ਪਤਾ ਕਿਵੇਂ ਗੱਪਾਂ ਰੇੜਦੇ ਨੇ। ਉਹ ਕੀੜੀ ਬਣ ਗਿਆ। ਉਹ ਪਹਿਲਾਂ ਲੱਕੜਾਂ 'ਚ ਤੇ ਬਣਿਆ ਨਾ, ਪਾਣੀ 'ਚ ਤੇ ਬਣਿਆ ਨਾ, ਜ਼ਹਿਰ 'ਚ ਤੇ ਬਣਿਆ ਨਾ, ਸ਼ੇਰਾਂ ਕੋਲ ਬਣਿਆ ਨਾ। ਹੁਣ ਪ੍ਰਹਲਾਦ ਦਾ ਭਰੋਸਾ ਟੁੱਟ ਗਿਆ। ਸਾਧ ਸੰਗ ਹੋਰ ਪਿੱਛੇ ਜਾਓ। ਬਕੁੰਠ ਵਿੱਚ ਹੋਈ ਮੀਟਿੰਗ ਸਭਾ, ਮੈਂ ਅੱਗੇ ਅਰਜ਼ ਕੀਤੀ ਸੀ 16 ਸਭਾ ਨੇ। ਸਾਡੇ ਜਿਹੜੀ ਲੈਕ ਸਭਾ ਹੈ ਨਾ,
ਸਿੱਖ ਸਭਾ ਦੀਖਿਆ ਕਾ ਪਾਓ। ਮੈਂ ਅਰਜ਼ ਕਰ ਹੀ ਦਿੱਤੀ ਵੀ ਸਿੱਖਾਂ ਨੂੰ ਕੀ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਕੀ ਦੱਸਦੇ। ਉੱਥੇ ਸਭਾ ਵਿੱਚ ਇਹ ਰਿਖੀ ਜੀ ਨੂੰ ਕਹਿਣ ਲੱਗੇ, ਤੁਸੀਂ ਜਾਓ, ਜਨਮ ਲਓ, 9 ਸਾਲ ਦੇ ਹੋ ਕੇ ਕੰਮ ਸ਼ੁਰੂ ਕਰ ਦਿਓ, ਮੈਂ ਤੁਹਾਡੇ ਅੰਗ ਸੰਗ। ਬਹੁਤ ਅੱਛਾ। ਜਦੋਂ ਥੰਮ ਨਾਲ ਨਾ ਮਰਿਆ, ਫੜ ਲਿਆ, ਕਹਿੰਦਾ ਹੁਣ ਲੱਗਾ ਤੈਨੂੰ ਵੱਢਣ, ਹੁਣ ਦੱਸੀ ਵੀ ਤੇਰਾ ਰੱਬ ਜਿਹੜਾ ਕਿੱਥੇ ਹੈ। ਕਾੜਖੜ ਤੋਂ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ। ਕਹਿੰਦੇ ਉਹ ਹੈਗਾ ਸਾਰੇ ਹੀ ਪਰਿਪੂਰਨ ਹੈ। ਕਹਿੰਦੇ ਉਹਨੂੰ ਕਹਿ ਦੀ ਫਿਰ ਮੇਰੇ ਹੱਥਾਂ ਤੋਂ ਛੁਡਾ ਲਿਆ। ਅੱਛਾ। ਸਾਧ ਸੰਗਤ ਕਈ ਮਹਾਂਪੁਰਸ਼ ਇਸ ਧਰਤੀ ਤੇ ਬਿਨਾਂ ਮਾਤਾ ਪਿਤਾ ਤੋਂ ਪ੍ਰਗਟ ਹੋਏ ਨੇ। ਇੱਕ ਤੇ ਨਰ ਸਿੰਘ ਜੀ, ਇਹਦੀ ਮੰਮੀ ਡੈਡੀ ਦਾ ਕੀ ਨਾਂ ਹੈ? ਥੰਮ ਚੋਂ। ਬਰਮਾ ਕਬਲ ਫੁੱਲ ਚੋਂ, ਇਹਦਾ ਮੰਮੀ ਡੈਡੀ ਕਿਹੜਾ ਹੈ? ਗੋਰਖੇ ਕਰੂੜੀ ਚੋਂ ਸਿਮਰਨ ਕਰਦਾ, ਇਹਦੀ ਮੰਮੀ ਡੈਡੀ ਕਿਹੜਾ ਹੈ? ਸ਼ਿਵ ਜੀ ਦਾ ਕਿਹੜਾ ਹੈ? ਮੱਛ ਕੱਛ ਬਰਾਹ ਦਾ ਕਿਹੜਾ ਹੈ? 15-20 ਮਹਾਂਪੁਰਸ਼ ਇਸ ਧਰਤੀ 'ਚ ਆਪਣੇ ਦੇਸ਼ ਵਿੱਚ ਐਸੇ ਨੇ ਮੁਖੀ ਜਿਹੜੇ ਮਾਤਾ ਪਿਤਾ ਤੋਂ ਬਿਨਾਂ ਹੀ ਪ੍ਰਗਟ ਹੋ ਕੇ ਦੁਨੀਆ ਦਾ ਭਲਾ ਕਰਕੇ ਅੰਤਰ ਧਿਆਨ ਹੋ ਗਏ ਨੇ। ਇਹ ਕਈ ਸਨ। ਨਰ ਸਿੰਘ ਥੰਮ 'ਚ ਹੀ ਪ੍ਰਗਟ ਹੋ ਗਏ। ਹੁਣ ਉਹ ਜਦੋਂ ਕਿਰਪਾਨ ਨਾਲ ਸਿਰ ਲਾਉਣ ਲੱਗਾ, ਪ੍ਰਭ ਥੰਮ ਤੇ ਨਿਕਸੇ ਕੀ ਵਿਸਤਾਰ, ਥੰਮ 'ਚੋਂ ਹੀ ਨਿਕਲਣਾ ਹੈ। ਉਹਨੂੰ ਫੜ ਲਿਆ, ਫੜ ਕੇ ਤੇ ਤਾਂ ਹੀ ਸੁੱਟ ਦਿੱਤਾ ਆਕਾਸ਼ ਵਿੱਚ। ਬੜਾ ਉੱਚਾ ਗਿਆ। ਜਿਹੜਾ ਨੂੰ ਥੱਲੇ ਡਿੱਗਣਾ ਸੀ ਨਾ, ਪ੍ਰਹਲਾਦ ਨੂੰ ਕਹਿੰਦੇ ਬੇਟਾ ਜਾਓ, ਆਰਾਮ ਕਰੋ, ਆਰਾਮ ਕਰੋ। ਥੱਲੇ ਡਿੱਗਿਆ, ਫੇਰ ਸੁੱਟਦਾ ਜਿਵੇਂ ਬਿੱਲੀ ਮਧੋਲਦੀ। ਫਿਰ ਦਰਵਾਜ਼ੇ 'ਚ ਖੜਾ ਕਰ ਲਿਆ। ਕਹਿੰਦੇ ਦੱਸ, ਨਾ ਤੂੰ ਅੰਦਰ ਨਾ ਤੂੰ ਬਾਹਰ ਹੈ, ਨਾ ਮੈਂ ਬੰਦਾ। ਦੇਖ ਲੈ, ਬੰਦੇ ਵਰਗੀਆਂ ਲੱਤਾਂ ਤੋਂ ਉੱਤੋਂ ਸ਼ੇਰ ਵਰਗਾ। ਜਿਹੜਾ ਮੱਛ ਦਾ ਅਵਤਾਰ ਹੋਇਆ, ਅੱਧਾ ਸਰੀਰ ਮੱਛੀ ਦਾ ਤੇ ਉੱਤੋਂ ਬੰਦੇ ਦਾ। ਜਿਹੜਾ ਬਰਾਹ ਦਾ ਹੋਇਆ, ਉਹ ਯੂਪੀ ਵਿੱਚ ਜਗ੍ਹਾ ਬਣੀ ਹੋਈ ਪ੍ਰਗਟ ਹੋਇਆ। ਥੱਲਿਓਂ ਲੱਤਾਂ ਬਾਹਾਂ, ਉੱਤੋਂ ਸਿਰ ਸੂਰ ਦਾ। ਇਹ ਦੇਖੋ ਕਿਸ ਤਰ੍ਹਾਂ ਪ੍ਰਗਟ ਹੋਏ ਨੇ। ਇਹਨਾਂ ਦੇ ਕਿਹੜੇ ਮੰਮੀ ਡੈਡੀ ਦੇ ਨਾਂ ਨੇ? ਮੈਂ ਅਰਜ਼ ਕੀਤੀ ਸੀ ਕਈ ਮਹਾਂਪੁਰਸ਼। ਸਤਿਗੁਰੂ ਨਾਨਕ ਦੇਵ ਜਦੋਂ ਆਏ, ਮਾਤਾ ਜੀ ਨੂੰ ਨਿਰੰਕਾਰ ਜੋਤੀ ਸਰੂਪ ਦੇ ਦਰਸ਼ਨ ਹੋਏ। ਮਾਤਾ ਤ੍ਰਿਪਤਾ ਜੀ ਨੂੰ ਪ੍ਰਕਾਸ਼ ਹੀ ਪ੍ਰਕਾਸ਼। ਉਹਦੇ ਵਿੱਚੋਂ ਆਵਾਜ਼ ਆ ਰਹੀ ਹੈ, ਮਾਤਾ ਜੀ ਦੁਨੀਆ ਦੇ ਭਲੇ ਵਾਸਤੇ ਤੁਹਾਡੇ ਸੁਪੁੱਤਰ ਹੋ ਕੇ ਆ ਰਹੇ ਹਾਂ। ਸਤਿਗੁਰੂ ਨਾਨਕ ਪ੍ਰਗਟਿਆ। ਪ੍ਰਗਟ ਉਹ ਚੀਜ਼ ਹੁੰਦੀ ਜਿਹੜੀ ਪਹਿਲਾਂ ਵੀ ਹੋਵੇ, ਜਨਮ ਤਾਂ ਲਿਆ ਹੀ ਨਹੀਂ। ਜਨਮ ਮਰਨ ਦੋਹੂ ਮੈਂ ਨਾਈ, ਜਨ ਪਰ ਉਪਕਾਰੀ ਆਏ। ਹੁਣ ਉਹ ਜਦੋਂ ਸਾਰੇ ਵਾਅਦੇ ਪੂਰੇ ਕਰਾ ਤੇ ਬਰਮਾ ਵਾਲੇ ਗੱਲ ਲੰਮੀ ਹੈ। ਹਰ ਨਾਖ ਛੇਦਿਆ ਨਖੀ ਬਿਦਾਰ, ਲక్ష్ਮੀ ਭਉ ਰਾਖੈ ਨਹੀਂ ਆਵੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਨਰੈਣ ਜਦੋਂ ਪ੍ਰਗਟ ਹੋਇਆ ਤੇ ਲక్ష్ਮੀ ਆਈ ਤੇ ਦੇਵਤੇ ਬੜੇ ਆਰਤੀ ਉਤਾਰਦੇ ਤੇ ਨੇੜੇ ਕੋਈ ਆਵੇ ਨਾ ਨਰ ਸਿੰਘ ਦੇ। ਕਹਿੰਦੇ ਵੀ ਲਾਲ ਨੇਤਰ ਐ, ਲੱਗਦਾ ਵੀ ਕੁਛ ਜ਼ਿਆਦਾ ਹੀ ਜੋਸ਼ ਹੈ। ਕਹਿੰਦੇ ਪ੍ਰਹਲਾਦ ਨੂੰ ਘੱਲੋ। ਪ੍ਰਹਲਾਦ ਗਿਆ। ਨਰ ਸਿੰਘ ਜੀ ਬੜਾ ਪ੍ਰੇਮ ਕੀਤਾ। ਕਹਿੰਦੇ ਬੇਟਾ ਥਾਵਾਂ ਥਾਵਾਂ ਤੇ ਮੈਂ ਗੁਪਤ ਤੇਰੀ ਮਦਦ ਕੀਤੀ, ਦੁਸ਼ਟ ਮੰਨਦਾ ਹੀ ਨਹੀਂ ਸੀ। ਆਖਿਰ ਮੈਨੂੰ ਤੇਰੀ ਰੱਖਿਆ ਕਰਨ ਵਾਸਤੇ ਪ੍ਰਗਟ ਹੋਣਾ ਪਿਆ। ਕਹਿੰਦੇ ਹਾਂ ਮਹਾਰਾਜ, ਮੈਂ ਜਾਣਦਾ ਹੀ ਹਾਂ। ਧੰਨਵਾਦ ਆਪ ਜੀ ਦਾ। ਕੋਈ ਮਨ 'ਚ ਗੱਲ ਹੈ? ਹਾਂ ਪਿਤਾ ਜੀ ਹੈ। ਭਗਤ ਜੀ ਦੱਸੋ। ਕਹਿੰਦੇ ਮਹਾਰਾਜ ਮੇਰੇ ਪਿਤਾ ਨੂੰ ਨਰਕ 'ਚ ਨਾ ਖੜਿਓ। ਦੇਖੋ ਭਗਤਾਂ ਦੇ ਮਨ ਤੇ ਦੁਸ਼ਟਾਂ ਦੇ ਮਨ। ਕਹਿੰਦੇ ਨਰਕ 'ਚ ਤੇਰੀਆਂ 21 ਕੋਲਾਂ ਬਕੁੰਠਾਂ 'ਚ ਜਾਣਗੀਆਂ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਅਪਰਾਧ ਜਨ ਕੇ 21 ਕੋਲ ਉਧਾਰੇ, ਪਿਓ ਤੇ ਤੇਰਾ ਬਹੁਤ ਨੇੜੇ ਹੈ। ਉਹ ਆਪਣਾ ਧਰਮ ਹੈ, ਭਲਾ ਹੀ ਭਲਾ, ਭਲਾ ਹੀ ਭਲਾ। ਹੁਣ ਇਹ ਬ੍ਰਾਹਮਣ ਕਹਿ ਰਿਹਾ, ਸਰਕਾਰ ਮੈਂ ਇੱਕ ਰਹਿ ਦਿਆਂ, ਕਬੀਰ ਮਰ ਜਾਏਗਾ। ਕਹਿੰਦੇ ਦੱਸੋ। 50 ਹੱਥ ਡੂੰਘਾ ਟੋਆ ਕੱਢੋ ਜੀ। ਫਿਰ ਉਹਦੇ ਵਿੱਚ ਸੰਗਲਾਂ 'ਚ ਬੰਨ੍ਹ ਕੇ ਕਬੀਰ ਜੀ ਨੂੰ ਥੱਲੇ ਸੁੱਟ ਦਿਓ। ਫਿਰ 30 ਹੱਥ ਮਿੱਟੀ ਪਾ ਦਈਏ ਉੱਤੇ। ਫਿਰ ਪੰਡਤ ਜੀ 20 ਹੱਥ ਉੱਥੇ ਪੱਥਰ ਭਰ ਦਈਏ, 20 ਹੱਥ। ਵਾਹ ਵਾਹ ਵਾਹ, ਹੁਣ ਤਾਂ ਮਰ ਜਾਏਗਾ। ਫਿਰ ਜਿਹੜੀ ਪੱਥਰਾਂ ਦੇ ਵੱਟੇ ਮਿੱਟੀ ਬਚੀਏ, ਉਹਦਾ ਖੂਹ ਦੇ ਉੱਤੇ ਥੜਾ ਬਣਾ ਦਿਓ ਜੀ। ਫੌਜ ਤੁਹਾਡੇ ਕੋਲ ਬਹੁਤ ਹੈ। ਫਿਰ ਤੁਸੀਂ ਉੱਤੇ ਬਰਾਜਿਓ। ਅਸੀਂ ਸਾਰੇ ਬਨਾਰਸ ਦੇ ਮੁਖੀ ਲੋਕ ਤੁਹਾਡੇ ਗਲ ਵਿੱਚ ਫੁੱਲਾਂ ਦਾ ਹਾਰ ਪਾਵਾਂਗੇ। ਹੁਣ ਫੌਜ ਲੱਗ ਗਈ ਖੂਹ ਪੁੱਟਣ। ਹੁਕਮ ਦੀ ਗੱਲ ਸੀ। 50 ਹੱਥ ਡੂੰਘਾ ਪੁੱਟਿਆ, ਰੱਸੀਆਂ ਸੰਗਲਾਂ ਨਾਲ ਬੰਨ੍ਹ ਕੇ ਕਬੀਰ ਜੀ ਨੂੰ ਥੱਲੇ ਸੁੱਟਿਆ। ਰਾਜਾ ਕਹਿੰਦਾ ਵੀ ਥੱਲੇ ਦਿੰਦਾ ਇਟਕ ਜਿੱਡਾ। ਹੁਣ ਪਾਓ ਆਈ ਮਿੱਟੀ, 30 ਹੱਥ ਉੱਤੇ ਮਿੱਟੀ ਪਾ ਦਿੱਤੀ।
20 ਹੱਥ ਉੱਤੇ ਪੱਥਰ ਪਾ ਦਿੱਤੇ, ਬਰਾਬਰ ਕਰ ਦਿੱਤਾ। ਪੱਥਰਾਂ ਵੱਟੇ ਜਿਹੜੀ ਮਿੱਟੀ ਬਚੀ ਉਹਦਾ ਵੱਡਾ ਸਾਰਾ ਥੜਾ ਬਣਾ ਦਿੱਤਾ, ਬੰਦੇ ਨੂੰ ਵੀ ਉੱਚਾ। ਕਹਿੰਦੇ ਹੁਣ ਕੱਲ ਮੈਂ ਦਿੱਲੀ ਜਾਣਾ ਤੇ ਸਾਰੇ ਤੁਸੀਂ ਇਕੱਠੇ ਹੋ। ਮਰ ਗਿਆ ਕਬੀਰ। ਕਹਿੰਦੇ ਬਹੁਤ ਅੱਛਾ ਸਰਕਾਰ। ਹੁਣ ਸਵੇਰੇ ਰਾਜਾ ਆ ਗਿਆ ਤੰਬੂ 'ਚੋਂ। ਜਦੋਂ ਥੋੜ੍ਹਾ ਜਿਹਾ ਸੂਰਜ ਚੜ੍ਹਿਆ, ਪੈਰ ਕੁ ਦਿਨ ਚੜ੍ਹ ਗਿਆ, ਬਹਿ ਗਿਆ ਥੜੇ 'ਤੇ। ਲਿਆ ਬਈ ਕਿੰਨੇ ਕਿੰਨੇ ਹਾਰ ਲਿਆਉਣੇ ਨੇ। ਕਾਜੀ ਮੁੱਲਾ ਮਲਾਣੇ ਪਤਾ ਨਹੀਂ ਕਿੱਥੋਂ ਰਾਤ ਰਾਤ ਹਾਰ ਤਿਆਰ ਕਰਦੇ ਰਹੇ। ਬ੍ਰਾਹਮਣ ਵੀ ਲੈ ਆਏ, ਪਾਉਣੇ ਸ਼ੁਰੂ ਕਰ ਦਿੱਤੇ। ਰਾਜਾ ਸਿਕੰਦਰ ਲੋਧੀ ਕਹਿਣ ਲੱਗਾ ਗੱਲ ਇਸ ਤਰ੍ਹਾਂ ਭਾਈ, ਇਹ ਬੰਦਾ ਬੜਾ ਔਖਾ ਮਰਿਆ। ਪੰਡਤ ਜੀ ਨੇ ਬੜੀ ਸਲਾਹ ਚੰਗੀ ਦਿੱਤੀ, ਅੱਗ 'ਚ ਪਾਣੀ 'ਚ ਨਹੀਂ, ਜ਼ਹਿਰ ਨਾਲ ਨਹੀਂ, ਕਿਰਪਾਨ ਨਾਲ ਨਹੀਂ, ਤੀਰਾਂ ਨਾਲ ਨਹੀਂ, 50 ਹੱਥ ਥੱਲੇ ਡੂੰਘਾ ਦੱਬ ਦਿੱਤਾ। ਇਸ ਕਰਕੇ ਮੈਂ ਹੁਣ ਦਿੱਲੀ ਚੱਲਿਆ। ਅੱਗੇ 20 ਦਿਨ ਆਉਂਦਿਆਂ ਲੱਗੇ, 20 ਲੱਗਣੇ ਮੈਨੂੰ ਜਾਂਦਿਆਂ। ਅਤੇ ਮੈਂ ਤੁਹਾਨੂੰ ਬਨਾਰਸ ਵਾਲਿਆਂ ਨੂੰ ਇਹ ਕਹਿ ਚੱਲਿਆ ਕਿ ਬਨਾਰਸ ਵਿੱਚ ਅੱਗੋਂ ਕੋਈ ਆਪਣਾ ਨਾਂ ਹੀ ਨਾ ਕਬੀਰ ਰੱਖੇ। ਜਿਹਨੇ ਨਾਮ ਹੀ ਕਬੀਰ ਰੱਖ ਦਿੱਤਾ, ਮਾਰ ਉਹਨੂੰ ਵੀ ਦਊਂ। ਇਹ ਬੰਦਾ ਕਬੀਰ ਨਾਮ ਦਾ, ਬੜੇ ਲੋਕੀ ਮੇਰੇ ਕੋਲ ਦਿੱਲੀ ਗਏ, ਬੜੀਆਂ ਸ਼ਿਕਾਇਤਾਂ। ਤੁਹਾਨੂੰ ਪਤਾ ਹੀ ਹੈ ਕਿ ਅੱਜ 5ਵਾਂ ਦਿਨ ਤੋਂ ਜ਼ਿਆਦਾ ਹੋ ਗਏ ਨੇ, 7 ਦਿਨ ਅੱਗ ਬਲਦੀ ਰਹੀ। ਇਹ 2 ਹਫ਼ਤੇ ਹੋ ਗਏ ਨੇ। ਬੜਾ ਮੈਂ ਦਿੱਲੀ ਕੰਮ ਹੈ, ਮੈਂ ਹੁਣ ਜਾਣਾ ਹੈ। ਅਤੇ ਇਹਦਾ ਕੰਮ ਗਿਆ ਮੁੱਕ। ਬੜੇ ਖੁਸ਼ ਬ੍ਰਾਹਮਣ ਅਤੇ ਕਾਜੀ ਮੁੱਲਾ ਮਲਾਣੇ। ਅਤੇ ਹੁਣ ਦੇਖੋ ਦਿਨ ਵੀ 1.25 ਕੁ ਪੈਰ ਚੜ੍ਹ ਆਇਆ ਅਤੇ ਫੌਜਾਂ ਨੂੰ ਮੈਂ ਹੁਕਮ ਕਰਨਾ ਆਪਣੇ ਆਪਣੇ ਕੰਮ ਸੰਕੋਚਣ ਅਤੇ ਜਾਣਾ। ਕਬੀਰ ਦਾ ਕੰਮ ਗਿਆ ਮੁੱਕ। ਜਦੋਂ ਰਾਜਾ ਉੱਠਣ ਲੱਗਾ ਅਤੇ ਕਬੀਰ ਸਾਹਮਣੇ ਖੜਾ। ਰਾਜਾ ਕੰਬ ਗਿਆ, ਕਹਿੰਦਾ ਰੂਹ ਹੈ ਕਿ ਸੱਚੀ ਮੁੱਚੀ, ਇਹ ਕਿੱਥੋਂ ਆ ਗਿਆ? ਕਬੀਰ ਜੀ ਚੁੱਪ ਖੜੇ। ਅੱਗੇ ਹੋ ਕੇ ਹੱਥ ਲਾਇਆ, ਕੱਪੜੇ ਨੂੰ ਲੱਗ ਗਿਆ। ਤੇ ਚੰਗਾ ਭਲਾ ਇਹ ਤੇ ਕੁਝ ਵੀ ਨਹੀਂ ਹੋਇਆ। ਰਾਜਾ ਉਲਟ ਕੇ ਪਿਆ ਥੜੇ ਤੋਂ ਥੱਲੇ, ਕਬੀਰ ਜੀ ਦੇ ਹੱਥ ਫੜ ਕੇ ਉੱਚੀ ਉੱਚੀ ਰੋ ਰਿਹਾ ਹੈ, ਚਰਨਾਂ ਤੇ ਟਹਿ ਕੇ। ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਅਪਰਾਧੀ। ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਹਮ ਅਪਰਾਧੀ। ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਹਮ ਅਪਰਾਧੀ। ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਅਪਰਾਧੀ, ਹਮ ਅਪਰਾਧੀ। ਬਖਸ਼ ਲਿਓ। ਬਖਸ਼ ਲਿਓ ਮਹਾਰਾਜ ਹਮ ਅਪਰਾਧੀ ਜੀ, ਹਮ ਅਪਰਾਧੀ। ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਹਮ ਅਪਰਾਧੀ। ਬਖਸ਼ ਲਿਓ ਮਹਾਰਾਜ ਹਮ ਅਪਰਾਧੀ, ਹਮ ਅਪਰਾਧੀ। ਬਖਸ਼ ਲਿਓ ਮਹਾਰਾਜ ਅਪਰਾਧੀ, ਹਮ ਅਪਰਾਧੀ। ਹੋਏ ਅਪਰਾਧੀ ਗੁਨਹਗਾਰ ਹਾਂ ਬੇਮੁਖ ਮੰਦਾ। ਚੋਰ ਜਾਰ ਜੁਹਾਰੀਆ ਪਰ ਕਰ ਜੋ ਹੰਦਾ। ਨਿੰਦਕ ਦੁਸ਼ਟ ਹਰਾਮ ਖੋਰ ਠਗ ਦੇਸ਼ ਠਗੰਦਾ। ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ। ਵਿਸ਼ਵਾਸ ਕਾਤੀਆ ਕਿਰਤ ਕਾਣ ਮੈਂ ਕੋਈ ਨ ਰਹੰਦਾ। ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਸਿਮਰ ਮਰੀਦਾਂ ਢਾਡੀਆਂ ਸਤਿਗੁਰ ਬਖਸ਼ੰਦਾ। ਬੜੀਆਂ ਬੇਨਤੀਆਂ ਰਾਜੇ ਨੇ ਚਰਨ ਫੜ ਕੇ ਕੀਤੀਆਂ, ਬੜੀਆਂ ਕੀਮਤਾਂ ਮੰਗੀਆਂ। ਭਗਤ ਜੀ ਕਬੀਰ ਜੀ ਕਹਿਣ ਲੱਗੇ ਰਾਜਨ, ਮੈਂ ਤੇ ਤੁਹਾਨੂੰ ਕੁਝ ਵੀ ਨਹੀਂ ਆਖਿਆ, ਤੁਸੀਂ ਆਪ ਹੀ ਸਾਰਾ ਕੁਝ ਕਰਦੇ ਰਹੇ। ਕਹਿਣ ਲੱਗੇ ਬਨਾਰਸ ਵਾਸੀਓ, ਇੱਕ ਰਾਜੇ ਨੇ ਉੱਥੇ ਕਾਗਜ਼ ਲਿਖਿਆ, ਸਿਕੰਦਰ ਲੋਧੀ ਨੇ ਦਸਤਖਤ ਲੋਧੀ ਨੇ ਕੀਤੇ, ਮੋਹਰਾਂ ਲਾਈਆਂ। ਕਹਿੰਦੇ ਆ ਰੱਖੋ ਇਹਨਾਂ ਦੇ ਚੋਰੇ 'ਚ, ਆਸ਼ਰਮ 'ਚ। ਕਿਸੇ ਨੇ ਵੀ ਭਗਤ ਕਬੀਰ ਬਾਰੇ ਕੋਈ ਇਹੋ ਜਿਹੀ ਗੱਲ ਕੀਤੀ ਤੇ ਉਹਨੂੰ ਫਾਂਸੀ ਦਿੱਤੀ ਜਾਏਗੀ। ਜ਼ੁਬਾਨਾਂ ਬੰਦ ਸਾਰਿਆਂ ਦੀ। ਹੁਣ ਕੀ ਕਰੀਏ? ਗੱਲ ਤੇ ਹੋਰ ਸੀ, ਹੋਰ ਹੋ ਗਈ ਤਾਂ ਬੜਾ ਮਾੜਾ ਹੋਇਆ। ਜਦੋਂ ਰਾਜਾ ਚੱਲਣ ਲੱਗਾ
ਕਹਿਣ ਲੱਗਾ ਮਹਾਰਾਜ ਜਦੋਂ ਦਿੱਲੀ ਆਓ ਜ਼ਰੂਰ ਰਾਜ ਮਹਿਲਾਂ ਵਿੱਚ ਚਰਨ ਪਾਉਣੇ। ਕਿ ਰਾਜਨ ਉੱਥੇ ਤੇ ਨਹੀਂ ਆਉਣਾ, ਨਦੀ ਦੇ ਕੰਢੇ ਆਵਾਂਗੇ ਜਮਨਾ ਤੇ ਉੱਥੇ ਹੀ ਮਿਲ ਲਿਓ, ਅੱਗੇ ਨਹੀਂ ਜਾਣਾ। ਝੱਟ ਵਜ਼ੀਰ ਬੋਲਿਆ ਮਹਾਰਾਜ ਇੱਕ ਕੰਨਿਆ ਰੱਬ ਨੇ ਦਿੱਤੀ ਹੈ, ਉਮਰ ਉਹਦੀ 15 ਸਾਲ ਦੀ ਹੈ, ਬਹੁਤ ਜ਼ਿਆਦਾ ਬਿਮਾਰ ਹੈ। ਹਕੀਮਾਂ ਨੇ ਜਵਾਬ ਦੇ ਦਿੱਤਾ ਹੈ, ਸੋ ਜੇ ਕਿਰਪਾ ਹੋ ਜਾਏ। ਕਹਿੰਦੇ ਦੇਖੋ ਥੋੜ੍ਹਾ ਚਿਰ ਬਾਕੀ ਹੈ, ਸੰਤਾਂ ਨੂੰ ਨਾਲ ਲੈ ਕੇ ਦਿੱਲੀ ਆ ਰਹੇ ਹਾਂ, ਤੁਸੀਂ ਬੇਟਾ ਨੂੰ ਲਿਆਉਣਾ, ਠੀਕ ਹੋ ਜਾਏਗੀ। ਐਸਾ ਹੀ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ ਹਰ ਜਨ ਕੀ ਵਡਿਆਈ ਪ੍ਰਭ ਆਪ ਵਧਾਈ, ਉਹ ਘਟੇ ਨਾ ਕਿਸੇ ਦੀ ਘਟਾਈ, ਇੱਕ ਤਿਲ ਨਾ। ਭਗਤਾਂ ਦਾ ਕੋਈ ਕੀ ਕਰ ਲੇਗਾ? ਇਹ ਥੋੜ੍ਹਾ ਵੀ ਲੋਕਾਂ ਨੇ ਉਹਨੂੰ ਚੁੱਕਿਆ ਤੇ ਲੋਕਾਂ ਨੇ ਡੇਗ ਦੇਣਾ, ਫਿਰ ਤੇ ਲੋਕਾਂ ਦੇ ਮੁਨੱਸਰ ਹੈ ਤੇ ਦਰਗਾਹ 'ਚ ਆਏ ਹੁੰਦੇ ਨੇ। ਹਰ ਜਨ ਕੀ ਵਡਿਆਈ ਪ੍ਰਭ ਆਪ ਵਧਾਈ, ਉਹ ਘਟੇ ਨਾ ਕਿਸੇ ਦੀ ਘਟਾਈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਤਿਲ ਨਾ। ਜਦੋਂ ਰਾਜਾ ਚਲਾ ਗਿਆ, ਫੌਜ ਚਲੀ ਗਈ, ਹੁਣ ਵਿੱਚ ਇਕੱਠੇ ਵੀ ਕੀ ਕਰੀਏ? ਬੜਾ ਮਾੜਾ ਹੋਇਆ, ਕਬੀਰ ਜੀ ਦਾ ਕੁਝ ਵਿਗਾੜ ਨਹੀਂ ਸਕੇ। ਸਿਆਣੇ ਸਿਆਣੇ ਬ੍ਰਾਹਮਣ ਇਕੱਠੇ ਹੋਏ, ਕਹਿੰਦੇ ਇੱਕ ਢੰਗ ਹੈਗਾ ਆਪਣੇ ਕੋਲ ਅਜੇ ਵੀ। ਕਹਿੰਦੇ ਕੀ? ਕਹਿੰਦੇ ਵੀ ਐਂ ਕਰੋ, ਕਬੀਰ ਜੀ ਦੇ ਦਸਤਖਤ ਤੇ ਆਪਾਂ ਵੇਖੇ ਹੀ ਨੇ, ਚਿੱਠੀਆਂ ਲਿਖੋ ਆਪ, ਇੱਕ ਡੇਟ ਰੱਖ ਦਈਏ ਵੀ ਇਉਂ ਕਰਕੇ, ਜਿਵੇਂ ਅੱਜ ਕੱਲ੍ਹ ਆਪਾਂ ਮਾਰਚ ਕਹਿੰਦੇ, ਚੇਤਰ ਦਾ ਮਹੀਨਾ ਵੀ ਪੂਰਨਮਾਸ਼ੀ ਵਾਲੇ ਦਿਨ ਭਗਤ ਜੀ ਕਰ ਰਹੇ ਨੇ ਭੰਡਾਰਾ, ਤੇ ਉਹ ਬੇਨਤੀ ਕਰਦੇ ਨੇ ਵੀ ਸਾਰੇ ਹੀ ਆਇਓ। ਚਿੱਠੀਆਂ ਲਿਖ ਕੇ ਗੜ ਸ਼ੰਕਰ ਮਰਾਦਾ ਬਾਤਾਂ ਕਾਈਆਂ, ਤਮਾਮ ਕਿਤੇ 200 500 ਮੀਲ ਤੱਕ ਪੰਡਤਾਂ ਨੇ ਆਪੇ ਹੀ ਲਿਖ ਕੇ ਪਾਤੀਆਂ, ਇੱਕੋ ਦਿਨ ਸਾਰਿਆਂ ਨੂੰ ਦੇਈ ਜਾਣ। ਹੁਣ ਚੱਲ ਪਏ ਗੱਡਿਆਂ ਤੇ ਪਬਲਿਕ, ਰਾਹ ਹੀ ਭਰੇ ਆਉਂਦੇ ਨੇ। ਸ੍ਰੀ ਨਾਨਕ ਮੱਤਾ ਸਾਹਿਬ 1935 ਵਿੱਚ ਅਜੇ ਕਈ ਬਜ਼ੁਰਗ ਨੇ ਤੇ ਉਹ ਦੱਸਦੇ ਹੁੰਦੇ ਉੱਧਰ ਦੇ ਲੋਕ ਬਈਏ ਢੋਲਕੀ ਵਿਛਾਣੇ ਵਜਾਉਂਦੇ ਆਉਣਾ, ਤੇ ਉਹਨਾਂ ਆਖਣਾ ਜੈ ਪੰਜੇ ਕੀ, ਜੈ ਪੰਜੇ ਕੀ, ਧੰਨ ਗੁਰੂ ਨਾਨਕ ਜੈ ਪੰਜੇ ਕੀ। ਉਹ ਜਿਹੜਾ ਪਿੱਪਲ ਉੱਡਣ ਲੱਗਾ ਸੀ ਨਾ, 3 ਦਰਖਤ ਸੀ, ਇੱਕ ਚੜ੍ਹਦੇ ਵੱਲ ਪਿੱਪਲ ਸੀ ਹਰਾ ਸੀ, ਇਹ ਸੁੱਕਾ ਸੀ, ਲਹਿੰਦੇ ਵੱਲ ਬੋਹੜ ਸੀ। ਜਦ ਸਿੱਧ ਉਡਾਉਣ ਲੱਗੇ ਤਾਂ ਗੁਰੂ ਨਾਨਕ ਜੀ ਨੇ ਖੱਬੇ ਹੱਥ ਦਾ ਪੰਜਾ ਲਾਇਆ, ਕਹਿੰਦੇ ਠਹਿਰ ਜਾ। ਉਹ ਸੰਨ 1965 ਵਿੱਚ ਮੈਂ ਦਰਸ਼ਨ ਕੀਤੇ ਸੀ, ਉਹ ਪੰਜਾ ਲੱਗਾ ਐ ਦੂਰੋਂ ਹੀ ਦਿਸਦਾ ਸੀ। ਹੁਣ ਤਾਂ ਥੜਾ ਬਣ ਗਿਆ, ਪੰਜਾ ਤੇ ਨਜ਼ਰ ਨਹੀਂ ਆਉਂਦਾ, ਪੱਤਾ ਜਿਹੜਾ ਨਿਕਲੇ ਉਹਦੇ ਤੇ ਐਂ ਲੱਗਦਾ ਜਿਵੇਂ ਹੁਣੇ ਹੀ ਛੱਟੇ ਮਾਰੇ ਜਿਹੜੇ 6ਵੇਂ ਮਹਾਰਾਜ ਨੇ। ਉਦੋਂ ਲੋਕ ਆਉਂਦੇ ਹੁੰਦੇ ਸੀ ਇੱਥੇ ਤਰ੍ਹਾਂ ਢੋਲਕੀਆਂ ਛਾਣੇ, ਧੰਨ ਗੁਰੂ ਨਾਨਕ ਜੈ ਪੰਜੇ ਕੀ, ਜੈ ਪੰਜੇ ਕੀ। ਹੁਣ ਇਸ ਤਰ੍ਹਾਂ ਹੀ ਆ ਰਹੇ ਨੇ ਬਨਾਰਸ ਨੂੰ, ਜਿੱਧਰੋਂ ਜਾਓ 4 ਸਫੇਰਿਓਂ, ਉੱਧਰੋਂ ਇਲਾਹਾਬਾਦ, ਉੱਧਰੋਂ ਬਿਹਾਰ ਵੱਲੋਂ, ਉੱਧਰੋਂ ਅਯੁੱਧਿਆ ਵੱਲੋਂ, ਇੱਧਰੋਂ ਆਪਣਾ ਗੰਗਾ ਵੱਲੋਂ, ਗਜਰੌਲੇ ਵੱਲੋਂ, ਇੱਥੋਂ ਤੱਕ ਚਿੱਠੀਆਂ ਪੁਰਾਤਨ ਇਤਿਹਾਸ ਵਿੱਚ 4 ਸਫੇਰੇ। ਮੁਲਕ ਹੀ ਤੁਰ ਪਿਆ ਉੱਧਰ ਨੂੰ, ਬਨਾਰਸ ਨੂੰ। ਕਿੱਥੇ ਜਾ ਰਹੇ ਜੀ? ਕਬੀਰ ਜੀ ਨੇ ਸੱਦਿਆ, ਕੋਈ ਭੰਡਾਰਾ ਹੋਣ ਲੱਗਾ। ਕਬੀਰ ਜੀ ਗੰਗਾ ਦੇ ਕੰਢੇ ਸਮਾਧੀ 'ਚ ਬੈਠੇ, ਦੁਨੀਆ ਹੀ ਤੁਰੀ ਆਉਂਦੀ 4 ਸਫੇਰਿਓਂ। ਰੱਬ ਚਾਹੁੰਦਾ ਹੈ ਹਰ ਜਨ ਕੀ ਸੋਭਾ ਜੋ ਕਰੇ। ਉਹ ਜਿਹੜਾ ਭਗਤ ਤੇ ਪਰਮੇਸ਼ਰ ਦਾ ਆਪਸ ਵਿੱਚ ਰਿਸ਼ਤਾ ਹੈ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਦੇ ਨੇ ਹਰ ਦਾਸਾਂ ਕੀ ਸਿਫਤ ਹੈ ਸਾਹਰ ਕੀ ਵਡਿਆਈ। ਕਬੀਰ ਜੀ ਦਾ ਰੂਪ ਮਹਾਰਾਜ ਨੇ ਆਪ ਧਾਰਿਆ, ਤਾਂ ਹਰਨ ਭਰਨ ਜਾ ਕਾ ਨੇਤਰ ਫੋਰ। ਸਾਰਿਆਂ ਨੂੰ ਧਨ ਮਿਲਿਆ, ਪੱਕਾ ਭੋਜਨ, ਮਠਿਆਈਆਂ ਮਿਲੀਆਂ, ਜਾਣ ਗੱਡਿਆਂ ਤੇ ਕਬੀਰ ਕਬੀਰ ਕਰਦੇ ਵੀ ਬੱਲੇ ਬੱਲੇ, ਇਹੋ ਜਿਹਾ ਤਾਂ ਕੰਮ ਹਿੰਦੁਸਤਾਨ ਦਾ ਰਾਜਾ ਨਾ ਕਰ ਸਕਦਾ। ਭਈ ਇੰਨਾ ਕੱਪੜਾ, ਭਈ ਇੰਨੀਆਂ ਮਠਿਆਈਆਂ, ਭਈ ਇੰਨੇ ਹਲਵਾਈ ਕਿੱਥੋਂ ਆ ਗਏ? ਐਸਾ ਕਿ ਭਾਈ ਕਬੀਰ ਜੀ ਆ, ਭਾਈ ਬੜਾ ਬ੍ਰਹਮ ਗਿਆਨੀ ਮਹਾਂਪੁਰਸ਼ ਹੈ, ਧੰਨ ਧੰਨ ਹੋ ਰਹੀ ਹੈ। ਕੀਤਾ ਤੇ ਬ੍ਰਾਹਮਣਾਂ ਨੇ ਮਾੜਾ, ਉਹ ਹੋਰ ਚੰਗਾ ਹੋ ਗਿਆ। ਹਰ ਜਨ ਕੀ ਵਡਿਆਈ ਪ੍ਰਭ ਆਪ ਵਧਾਈ, ਉਹ ਘਟੇ ਨਾ ਕਿਸੇ ਦੀ ਘਟਾਈ, ਇੱਕ ਤਿਲ ਨਾ। ਐਸਾ ਬਾਣੀ ਵਿੱਚ ਆਉਂਦਾ। ਕਹਿੰਦੇ ਹੁਣ ਕੀ ਕਰੀਏ? ਬਹਿ ਜਾਓ ਚੁੱਪ ਕਰਕੇ, ਹੁਣ ਕੀ ਕਰਨਾ? ਐਸਾ ਇੱਕ ਕਹਿਣ ਲੱਗਾ ਵੀ ਅਜੇ ਵੀ ਇੱਕ ਪੁਆਇੰਟ ਹੈ। ਕਹਿੰਦੇ ਕੀ? ਕਹਿੰਦੇ ਆਪਾਂ ਇੱਧਰ ਉੱਧਰ ਜਾ ਕੇ ਨਾ ਕੁਝ ਕਿਤਾਬਾਂ ਗਲਤ ਲਿਖੀਆਂ ਵੀ ਮੁੰਡਾ ਹੀ ਬਾਹਮਣਾ ਦਾ, ਜਿਹਦੀ ਇੰਨੀ ਮਹਿਮਾ ਹੋ ਰਹੀ, ਜਲਾਇਆ ਹੈ ਹੀ ਨਹੀਂ।
ਕਹਿੰਦਾ ਆਪਾਂ ਲਿਖ ਦਿੰਦੇ ਫੁੱਲ ਤੇ ਤੁਰਿਆ ਹੁੰਦਾ ਸੀ। ਦੂਜਾ ਕਹਿੰਦਾ ਮੈਂ ਲਿਖ ਦਿੰਦਾ ਫਲਾਣੇ ਥਾਂ ਦੀ। ਆਪਾਂ ਲਿਖਦੇ ਹੀ ਨਹੀਂ ਵੀ ਇਹ ਜਲਾਇਆਂ ਦਾ, ਆਪਾਂ ਲਿਖ ਹੀ ਆਪਣਾ ਦਿੰਦੇ ਹਾਂ। ਉਹ ਆ ਤੇ ਕਰੀਏ, ਕਿਤਾਬਾਂ ਲਿਖਣ ਲੱਗ ਗਏ ਪੁੱਠੀਆਂ ਪੁੱਠੀਆਂ। ਤਦੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦੇ ਨੇ, ਹੀਂਡੜੀ ਜਾਤ ਮੇਰੀ ਜਾਤ ਜਲਾਹਾ, ਹਰ ਕੋ ਨਾਮ ਲਿਓ ਮੈਂ ਲਾਹਾ। ਕਬੀਰ ਮੇਰੀ ਜਾਤ ਕੋ ਕਹਿੰਦੇ ਜਲਾਇਆ ਹੀ ਹੈ ਭਰਾਵਾ, ਸਭ ਕੋ ਹੱਸਣੇ ਹਾਰ। ਇਸ ਕਰਕੇ ਭਗਤ ਜੀ ਨੇ ਬਚਨ ਉਚਾਰੇ ਕਿ ਮੇਰੇ ਵਿਰੋਧੀ ਤੇ ਹੁਣ ਕਿਤਾਬਾਂ ਪੁੱਠੀਆਂ ਲਿਖਣ ਲੱਗ ਗਏ। ਤੇ ਮੁੰਡਾ ਹੀ ਪੰਡਤਾਂ ਦਾ, ਇਹਦੇ ਵਿੱਚ ਇੰਨੀ ਬੰਦਗੀ ਕਰਕੇ ਤੇ ਇਹਦਾ ਵੱਡਾ ਹੋ ਹੀ ਨਹੀਂ ਸਕਦਾ। ਦੁਸ਼ਮਣ ਬਾਤ ਕਰਿਆ ਨਾ ਹੋਈ, ਜਿੱਧਰੋਂ ਕੁਛ ਹੋ ਸਕਦਾ। ਜਦੋਂ ਕੁਝ ਵੀ ਨਾ ਹੋਇਆ ਤੇ 5-7 ਜ਼ਿਆਦਾ ਪੜ੍ਹੇ ਬਨਾਰਸ ਵਿੱਚ, ਉਹ ਰਹਿ ਗਏ, ਬਾਕੀ ਸਭ ਵਧੀਆ ਹੋ ਗਿਆ। ਗੁਰੂ ਨਾਨਕ ਜੀ ਅਯੁੱਧਿਆ ਆ ਗਏ। ਮਰਦਾਨਾ ਕਹਿੰਦੇ ਮਹਾਰਾਜ ਹੁਣ ਕਹਿੰਦੇ ਨਿਜ਼ਾਮਾਬਾਦ ਜਾਣਾ, ਫਿਰ ਬਨਾਰਸ ਜਾਣਾ। ਮਹਾਰਾਜ ਚੱਲੇ ਸੀ ਇੱਧਰੋਂ ਸੁਲਤਾਨਪੁਰ ਵੱਲੋਂ, ਕੁਝ ਨਗਰਾਂ 'ਚ ਹੁੰਦੇ, ਭਾਈ ਲਾਲੋ ਕੋਲ ਹੁੰਦੇ, ਖੰਡੂਰ ਸਾਹਿਬ, ਗੋਂਦਵਾਲ, ਉਦੋਂ ਤਾਂ ਨਗਰ ਹੀ ਹੁੰਦੇ ਸਨ। ਸੀ ਅੰਮ੍ਰਿਤਸਰ ਮਹਾਰਾਜ ਰਾਤ ਰਹੇ। ਇੱਥੇ ਇੱਕ ਛੱਪੜੀ ਸੀ, ਇਸ਼ਨਾਨ ਕੀਤਾ, ਹੁਣ ਤਾਂ ਵੱਡਾ ਤਲਾਅ ਹੈ, ਇਹਦੇ ਵਿੱਚ ਬੇਅੰਤ ਸ਼ਕਤੀਆਂ ਨਿਵਾਸ ਰੱਖਣ ਲੱਗ ਗਈਆਂ। ਤਾਂ ਅੱਗੇ ਚੱਲਦੇ ਚੱਲਦੇ ਕੁਸ਼ੇਤਰ, ਫਿਰ ਇੱਧਰ ਕਤਾਵਲੀ ਹੁੰਦੇ ਹੋਏ, ਹਰਿਦੁਆਰ ਹੁੰਦੇ ਹੋਏ ਕੋਟਦੁਆਰ ਆ ਗਏ। ਇੱਕ ਸੰਤ ਜੀ ਨੂੰ ਮਿਲੇ, ਕਹਿੰਦੇ ਸੰਤ ਇਸ ਤਰ੍ਹਾਂ ਦੇ ਨਹੀਂ ਹੁੰਦੇ, ਇੰਝ ਹੁੰਦੇ ਨੇ। ਇੱਥੋਂ ਨਜੀਬਾਬਾਦ ਆ ਗਏ, ਸੇਠ ਦਾ ਮੁੰਡਾ ਰਾਜੀ ਕੀਤਾ। ਕਾਂਚੀਪੁਰ ਆ ਗਏ, ਨਦੀ ਢਾਲ ਆਉਂਦੀ ਛਟੀ, ਅਤੇ ਉੱਧਰ ਹੁੰਦੇ ਹੋਏ ਕਾਲਾ ਟੁੰਗੀ, ਹਲਦਵਾਨੀ, ਨੈਣੀਤਾਲ, ਤਲੀਤਾਲ, ਰੇਠਾ ਸਾਹਿਬ, ਫਿਰ ਨਾਨਕ ਮੱਤਾ ਸਾਹਿਬ ਆ ਗਏ। ਕੱਤੇ ਦਾ ਮਹੀਨਾ ਰਵੇਲਖੰਡ ਆ ਗਏ, ਪੂਰਨਪੁਰ, ਗੋਲਾ, ਲਖੀਮਪੁਰ ਖੀਰੀ, ਕੋੜੀਵਾਲਾ, ਨੇਪਾਲ ਹੁੰਦੇ ਹੋਏ ਮਹਾਰਾਜ ਜੀ ਨਕਲਊ ਆ ਗਏ। ਅੱਗੇ ਅਯੁੱਧਿਆ ਵੱਲ ਜਾ ਰਹੇ ਨੇ, ਰਸਤੇ ਵਿੱਚ ਇੱਕ ਆਸ਼ਰਮ, ਅਤੇ ਅਲਮਸਤ ਨੂੰ ਕਹਿੰਦੇ ਤੁਸੀਂ ਉੱਥੇ ਚਲੇ ਜਾਓ, ਨਾਨਕ ਮੱਤਾ ਸਾਹਿਬ। ਉਹਦਾ ਸ਼ਿਸ਼ ਕਹਿਣ ਲੱਗਾ ਸੱਚੇ ਪਾਤਸ਼ਾਹ ਤੇ ਮੈਂ, ਕਹਿੰਦੇ ਤੁਸੀਂ ਅਸਾਮ ਵਿੱਚ ਚਲੇ ਜਾਓ। ਅਤੇ ਮਹਾਰਾਜ ਆਪ ਜੀ ਦੇ ਦਰਸ਼ਨ ਕਹਿੰਦੇ 9ਵੇਂ ਜਾਮੇ ਵਿੱਚ ਹੋਣਗੇ। ਮਹਾਰਾਜ ਕੋਈ ਨਿਸ਼ਾਨੀ, ਕਹਿੰਦੇ ਅਸੀਂ ਤੈਨੂੰ ਦੱਸ ਵੀ ਦਿਆਂਗੇ, ਚੇਤਾ ਵੀ ਕਰਾ ਦਾਂਗੇ 9ਵੇਂ ਜਾਮੇ ਵਿੱਚ। ਉਦੋਂ ਸਾਡਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਹੋਏਗਾ। 9ਵੇਂ ਮਹਾਰਾਜ ਦਾ ਨਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਜੀ ਨੇ ਰੱਖਿਆ, ਪਰ 6ਵੇਂ ਮਹਾਰਾਜ ਨੇ ਰੱਖ ਦਿੱਤਾ ਸ੍ਰੀ ਤੇਗ ਬਹਾਦਰ। ਪੂਰੇ ਕਾ ਕੀਆ ਸਭ ਕੁਛ ਪੂਰਾ। ਉਂਝ ਤੇ ਗਿਆਨ ਫਿਰ ਥੋੜ੍ਹਾ ਜਿਹਾ ਨਾਂ, ਫਿਰ ਥੋੜ੍ਹਾ ਜਿਹਾ ਨਾਂ, ਫਿਰ ਜੰਗ 'ਚ ਲੜੇ, ਫਿਰ ਤਿਆਗ ਮਾਲ, ਫਿਰ ਥੋੜ੍ਹਾ ਜਿਹਾ ਨਾਂ ਹੀ ਪਤਾ ਨਹੀਂ ਕਿੰਨੀ ਵਾਰੀ ਰੱਖਿਆ। ਬੜਾ ਕੁਝ ਲਿਖਿਆ ਦੁਨੀਆ 'ਤੇ, ਸੋ ਗੁਰੂ ਨਾਨਕ ਜੀ ਨੇ ਰੱਖ ਦਿੱਤਾ। ਉਹ ਚੇਲੇ ਨੂੰ ਉੱਥੇ ਫਿਰ ਅਯੁੱਧਿਆ ਸਾਰੇ ਪੰਡਤਾਂ ਨੂੰ ਚਰਨ ਪੌਲ ਦਿੱਤੀ। ਗੱਲ ਲੰਮੀ ਹੈ। ਜਦੋਂ ਬਨਾਰਸ ਵੱਲ ਜਾ ਰਹੇ ਨੇ ਤੇ ਇੱਕ ਰਸਤੇ 'ਚ ਪੁਲੀ ਸੀ ਟੁੱਟੀ, ਉਹਦੇ 'ਤੇ ਲੱਕੜਾਂ ਪਾ ਕੇ ਮਿੱਟੀ ਪਾਈ, ਅਤੇ ਕਬੀਰ ਜੀ ਇੱਕ ਆਪਣੇ ਪ੍ਰੇਮੀ ਦੇ ਨਾਲ ਅੱਗੋਂ ਵੰਡੀ ਆ ਮਿਲੇ। ਗੁਰੂ ਨਾਨਕ ਜੀ ਨੂੰ ਮੱਥਾ ਟੇਕਿਆ। ਹਜ਼ੂਰ ਕਹਿੰਦੇ ਭਗਤ ਜੀ ਰਾਜੀ ਖੁਸ਼ੀ? ਹਾਂ ਮਹਾਰਾਜ, ਆਪ ਨਰੈਣ ਸਰੂਪ ਹੋ, ਅੱਖਾਂ ਵਾਲੇ ਸਨ, ਆਪ ਨਰੈਣ ਸਰੂਪ ਹੋ, ਧੰਨ ਭਾਗ ਬਨਾਰਸ ਦੇ ਅੱਜ ਇੱਧਰ ਆਏ ਹੋ। ਤੇ ਮੈਂ ਬੇਨਤੀ ਕਰਾਂ, ਦੁਨੀਆ ਸੁਧਰ ਗਈ, ਪਰ ਮਹਾਰਾਜ 5-7 ਇਹੋ ਜਿਹੇ ਜੇ ਕੀ ਦੱਸਾਂ। ਕਹਿੰਦੇ ਉਹ ਵੀ ਕਰਤਾਰ ਭਲੀ ਕਰੇਗਾ। ਉਹ ਜਾਂਦੇ ਹੀ ਸ਼ਿਵਦੱਤ ਮਿਲ ਗਿਆ। ਇਹ ਕਿੰਨਾ ਪੜ੍ਹੇ ਨੇ ਭਾਈ ਬਾਲਾ? ਕਹਿੰਦੇ ਇਹਦਾ ਕੀ ਮਤਲਬ? ਜੀ ਮੈਂ ਚਰਚਾ ਕਰਨੀ। ਗੁਰੂ ਜੀ ਕਹਿੰਦੇ ਉਹ ਵੇਖ ਬਾਗ 'ਚ ਕੁੱਤਾ, ਉਹਦੇ ਨਾਲ ਕਰ ਲੈ ਜਾ ਕੇ। ਜਦੋਂ ਕੋਲ ਗਿਆ ਵੀ ਮੈਂ ਜਾਣਾ, ਉਹ ਕਿਵੇਂ ਬੋਲ ਪਏਗਾ, ਉਹ ਵੀ ਕਿਵੇਂ ਕਰੇਗਾ। ਮੈਂ ਕਹਾਂਗਾ ਤੁਸੀਂ ਝੂਠ ਬੋਲਿਆ। ਪਹਿਲਾਂ ਉਹਦੀ ਸ਼ਕਲ ਬਦੀ, ਮਰ ਗਿਆ, ਵਿੱਚੋਂ ਰੂਹ ਨਿਕਲੀ। ਤੁਸੀਂ ਕੌਣ? ਕਹਿੰਦੇ ਗੋਪਾਲ ਦੱਤ, ਮੈਂ ਸ਼ਿਵ ਦੱਤ ਤੇਰਾ ਦਾਦਾ। ਇੱਥੇ ਇੱਕ ਬੱਚਾ ਆਇਆ ਸੀ 9 ਸਾਲ ਦਾ, ਮੈਨੂੰ ਨਹੀਂ ਪਤਾ ਉਹਦੀ ਕਿੰਨੇ ਜਨਮ ਦੀ ਕਮਾਈ ਹੈ। ਮੈਂ ਕਿਹਾ ਇਹਦੀਆਂ ਕਿਤਾਬਾਂ ਹੀ ਖੋਲ੍ਹ ਲੈਣੀਆਂ, ਉਹਦੇ ਪਿੱਛੇ ਹੀ ਪੈ ਗਿਆ। ਉੱਠ ਕੇ ਫਿਰ ਚਲਾ ਗਿਆ, ਫਿਰ ਚਲਾ ਗਿਆ, ਫਿਰ ਚਲਾ ਗਿਆ। ਅਖੀਰ ਕਹਿਣ ਲੱਗਾ ਪੰਡਤ ਜੀ ਕੁੱਤੇ ਵਾਂਗੂ ਪਿੱਛੇ ਹੀ ਪੈ ਗਿਆ। ਮੈਂ ਮਰ ਗਿਆ। ਅੱਜ 12 ਸਾਲ ਹੋ ਗਏ ਕੁੱਤੇ ਦੀ ਜੂਨੇ ਪਿਆ। ਇਹ ਗੁਰੂ ਨਾਨਕ ਜੀ ਰੱਬ ਜੀ ਨੇ, ਇਹਨਾਂ ਦੇ ਚਰਨੀ ਲੱਗ। ਉਹਨੇ ਫਿਰ ਚਰਨ ਪੌੜ ਲਈ। ਗੁਰੂ ਜੀ ਨੇ ਉੱਥੇ ਕੁਛ ਬਚਨ ਕਹੇ, ਪੜ੍ਹ ਪੁਸਤਕ ਸੰਧਿਆ ਬਾਦੰਗ ਸ਼ਬਦ ਉਚਾਰੇ। ਸਾਰੇ ਬਨਾਰਸ ਵਾਲੇ ਗੁਰੂ ਚਰਨਾਂ 'ਤੇ ਟਹਿ ਪਏ। ਕਬੀਰ ਜੀ ਵੀ ਬੜੀ ਸੰਗਤ ਲੈ ਕੇ ਆਏ ਮਹਾਰਾਜ ਦੇ ਚਰਨਾਂ ਵਿੱਚ। ਕਹਿਣ ਲੱਗੇ ਨਰੈਣ ਜੀ ਨੇ, ਜਿਹਦਾ ਆਪਾਂ ਨਾਮ ਜਪਦੇ ਹਾਂ, ਉਹ ਨਾਨਕ ਨਾਮ ਰਖਾ ਕੇ ਆਏ ਨੇ। ਤਮਾਮ ਸਿੱਖੀ ਫੈਲ ਗਈ। ਗੁਰੂ ਜੀ ਅਨੇਕ ਨਗਰਾਂ 'ਚ ਹੁੰਦੇ ਹੋਏ ਅੱਗੇ ਪਟਨੇ ਵੱਲ ਨੂੰ ਗਏ। ਫਿਰ ਉੱਥੇ ਸਾਖੀ ਤੁਸੀਂ ਸੁਣੀ ਹੋਣੀ ਹੈ, ਮਹਾਰਾਜ ਨੇ ਚਰਨਾਂ ਨਾਲ ਹੀਰਾ ਪ੍ਰਗਟ ਕੀਤਾ। ਉਹਦੇ ਵਿੱਚ ਲਿਖਿਆ ਹੋਇਆ ਸੀ
ਇਹਦੇ ਮਾਲਕ ਤੋਂ ਬਿਨਾਂ ਪੁੱਛੇ ਮੁੱਲ ਨਹੀਂ ਪਾਉਣਾ। ਤਾਂ ਹੀ ਫਿਰ ਸਾਲਸਰਾਏ ਨੂੰ ਹਜ਼ੂਰ ਨੇ ਮੰਜੀ ਬਖਸ਼ੀ। ਸੋ ਅੱਜ ਜੋ ਵਿਚਾਰ ਹੋਈ ਹੈ ਉਹ ਭਗਤਾਂ ਬਾਰੇ, ਮਹਾਂਪੁਰਸ਼ਾਂ ਬਾਰੇ ਹੋਈ ਹੈ। ਅੱਗੇ 3 ਦਿਨ ਗੁਰੂ ਮਹਾਰਾਜ ਬਾਰੇ ਬੇਨਤੀਆਂ ਕੀਤੀਆਂ ਗਈਆਂ ਨੇ। ਜਿੱਥੇ ਵੀ ਦੀਵਾਨ ਹੁੰਦੇ ਸੀ 5 ਹੋਣ ਅਤੇ ਆਖਰੀ ਭਗਤਾਂ ਦਾ। ਭਗਤਾਂ ਦੀ ਬਾਣੀ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਬਾਕੀ ਗੁਰੂ ਮਹਾਰਾਜ ਬਾਰੇ, ਸ਼ਹੀਦਾਂ ਬਾਰੇ ਕਾਹਨੂੰਵਾਲ ਦੀਵਾਨ ਹੁੰਦੇ ਨੇ, ਹੁਣ ਵੀ ਹੋਏ ਨੇ। ਕਈ ਪਿੰਡ ਇਕੱਠੇ ਹੋ ਕੇ ਰੱਖਦੇ ਨੇ, ਅਤੇ ਹੁਣ ਤਾਂ ਪਿਛਲੇ ਸਾਲ ਉਹਨਾਂ ਨੇ 50 ਹੀ ਪਿੰਡ ਇਕੱਠੇ ਕਰ ਲਏ ਸੀ। ਬੜਿਆਂ ਨੇ ਅੰਮ੍ਰਿਤ ਛਕਿਆ ਅਤੇ ਬੜੀ ਮਹਾਰਾਜ ਦੀ ਕਿਰਪਾ। ਮੈਂ ਪੰਜਾਬ ਕਦੇ ਆਇਆ ਹੀ ਨਹੀਂ। ਮੇਰੀ ਮਹਾਂਪੁਰਸ਼ਾਂ ਨੇ ਉੱਧਰ ਹੀ ਡਿਊਟੀ ਲਾਈ ਸੀ, ਯੂਪੀ, ਬਿਹਾਰ, ਬੰਗਾਲ, ਮੱਧ ਪ੍ਰਦੇਸ਼, ਇੱਧਰ ਰਾਜਸਥਾਨ ਵੱਲ। ਮੇਰੇ ਤੋਂ ਵੱਡੇ ਨੇ ਵੀਰ ਜੀ, ਉਹ ਇੱਥੇ ਰਹਿੰਦੇ ਨੇ ਰਤਵਾੜਾ ਸਾਹਿਬ। ਲਖਬੀਰ ਸਿੰਘ ਜੀ ਨਾਂ ਹੈ। ਆਹ ਹੋਣੀ ਹੈ 5ਵਾਂ ਚੱਕਰ। ਕਈ ਥਾਂ 'ਤੇ ਇੱਥੇ ਲਿਖਿਆ, ਕਈ ਥਾਂ 'ਤੇ ਪੁੱਛਣਾ ਪੈਂਦਾ। ਮੋੜਾਂ ਬਾੜਾਂ ਤੋਂ ਰਾਹਾਂ ਦਾ ਵੀ ਨਹੀਂ ਪਤਾ। ਸੋ ਕੱਲ੍ਹ ਸਵੇਰੇ ਅੱਗੇ ਜਾਣਾ। ਸਵੱਦੀ ਕਿਲਿਆਂ ਦੀਵਾਨ ਹਨ, ਫਿਰ ਵਾਪਸੀ ਹੈ। ਫਿਰ ਅੱਗੇ ਮਹਾਰਾਸ਼ਟਰ ਦੇ ਨੇ ਮਹਾਰਾਜ ਦਾ ਪ੍ਰਕਾਸ਼ ਹੈ। फिर अंग्रेजी पहली लाख खुबिया नंगल है। में लिखो है कि जी जब में नरक में पढ़ते गुरु ग्रंथ साहब में ये सो लिखो है। वो छड्डी जाते 7000 भईए ने तंबाकू खाना छड्डिया, शराबा पीना छड्डियां, हुण ते अमृत छकी जाते। ऐसा सो इस करके उत्थे हिंदी च बोलना पैंदा। जेलों च दीवान होए ने, हजारी बाग जेल, ਉਹਦੇ 'ਚ ਵੀ अशोक नगर जेल च भी वो हिंदी च फिर बोलना पैंदा। तो वह भी बड़े सुधरे, जेलर बड़ा सियाणा। मैं कहा जिथे मर्जी तो कथा ही करनी है, रब की कोई इहो जी गल नहीं। सो इस करके इत्थे दूसरी वार ही है। सुन साहब माई भाई भाई साहब आनंद साहब का पाठ कर लैन, गुरु स्तोत्र विच बोलो, अरदास विच जुड़ना, हुई गलतियां की गुरु महाराज को आप माफ़ी मंगनी है। बहुत सारे प्रेमी अंमृत भी छक रहे ने। सो जिहड़ा भी कोई रहिंदा खुंदा जरूर गुरु वाले बनो। फिर प्रसाद वरतेगा, गुरु का लंगर छकना, कोई रसना खाली ना रहे। तन है तन है तन है जी गुरु नानक साहब जी। तन है गुरु नानक साहब जी। तन है तन है तन है गुरु अंगद साहब जी। तन है तन है गुरु अमरदास साहब। तन है तन है तन है गुरु अमरदास साहब। तन है तन है तन है गुरु रामदास साहब। तन है जी तन है तन है तन है गुरु रामदास साहब। तन है तन है तन है गुरु अर्जन देव साहब। तन है तन है तन है तन है गुरु अर्जन देव साहब। तन है तन है तन है गुरु हरगोबिंद साहब। तन है सारे बोलो। तन है तन है तन है गुरु हरगोबिंद साहब। तन है तन है तन है गुरु श्री हर राय साहब। तन है तन है तन है गुरु श्री हर राय साहब। तन है तन है तन है गुरु श्री हर कृष्ण साहब। तन है जी तन है तन है तन है गुरु श्री हर कृष्ण। तन है तन है तन है गुरु तेग बहादुर साहब। तन है तन है तन है तन है गुरु तेग बहादुर साहब। तन है तन है तन है गुरु गोबिंद सिंह पिता। तन तन है तन है तन है गुरु गोबिंद सिंह पिता। तन है तन है तन है गुरु ग्रंथ साहब जी। तन है तन है गुरु ग्रंथ साहब जी। तन है वाहिगुरु तन है तेरा पंथ खालसा। तन है वाहिगुरु तन है तेरा पंथ खालसा। तन है वाहिगुरु
ਧਨ ਹੈ ਤੇਰੀ ਸਾਧ ਸੰਗਤ ਜੀ। ਧਨ ਹੈ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਨਾਮ ਤੇਰੇ ਵਾਹਿਗੁਰੂ, ਸਤਨਾਮ ਤੇਰੇ ਵਾਹਿਗੁਰੂ। ਵਾਹਿਗੁਰੂ 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 ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ 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 ਬੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਭਾਈ ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਤੇਰੇ ਵਾਹਿਗੁਰੂ ਬੋਲ, ਭਾਈ ਸਤਨਾਮ ਤੇਰੇ ਵਾਹਿਗੁਰੂ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੋ ਵਾਹਿਗੁਰੂ